मरकुस रसूल दी अंजील उसका पहला बाप। परमेश्वर दे पुत्र यीशु मसीह दी खुशखबरी दा आरंभ, जेड़ा यशाया नबी विच लिखिया है। वेख, मैं अपने दूत नूं तेरे अगे घल्लदा हां, जो तेरा रस्ता तैयार करेगा। उजाड़ विच एक होका देण वाली आवाज, भाई प्रभु दे रस्ते नूं तैयार करो, ओदे राहां नूं सीधा करो। यूहन्ना आया, जेड़ा उजाड़ विच बपतिस्मा दिंदा सी, पर पापां दी माफी लई तौबा दे बपतिस्मे दा प्रचार करदा सी। ਅਤੇ ਸਾਰਾ ਯਹੂਦੀਆਂ ਦੇ ਦੇਸ਼ ਅਤੇ ਯਰੂਸ਼ਲਮ ਦੇ ਸਾਰੇ ਰਹਿਣ ਵਾਲੇ ਨਿਕਲ ਕੇ ਉਹਦੇ ਕੋਲ ਚਲੇ ਆਉਂਦੇ ਅਤੇ ਆਪਣੇ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਉੱਤੇ ਉਹਦੇ ਹੱਥੋਂ ਬਪਤਿਸਮਾ ਲੈਂਦੇ ਸਨ। ਅਤੇ यूहन्ना ਦੇ ਵਸਤਰ ਊਂਠ ਦੇ ਵਾਲਾਂ ਦੇ ਸਨ ਅਤੇ ਉਸ ਦੇ ਚੰਮ ਦੀ ਪੇਟੀ ਉਹਦੇ ਲੱਕ ਦੇ ਨਾਲ ਸੀ ਅਤੇ ਉਹ ਟਿੱਡੀਆਂ ਔਰ ਬੰਦ ਦਾ ਸ਼ਹਿਦ ਖਾਂਦਾ ਹੁੰਦਾ ਸੀ। ਔਰ ਉਸਨੇ ਪ੍ਰਚਾਰ ਕੀਤਾ, ਭਾਈ ਮੇਰੇ ਪਿੱਛੇ ਉਹ ਆਉਂਦਾ ਹੈ ਜੋ ਮੈਥੋਂ ਬਲਵੰਤ ਹੈ, ਔਰ ਮੈਂ ਇਸ ਲਾਇਕ ਨਹੀਂ ਜੋ ਉਹ ਨਿਉ ਕੇ ਉਹਦੀ ਜੁੱਤੀ ਦਾ ਤਸਮਾ ਖੋਲਾਂ। ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ। ਉਨੀ ਦਿਨੀ ਇਉਂ ਹੋਇਆ ਜੋ ਯਿਸੂ ਗਲੀਲ ਤੇ ਨਾਸਰਤ ਵਿੱਚ ਆਣ ਕੇ यूहन्ना ਦਾ ਤੋਂ ਬਪਤਿਸਮਾ ਲਿਆ। ਔਰ ਪਾਣੀ ਵਿੱਚ ਨਿਕਲਦੇ ਸਾਰ ਉਹਨੇ ਆਕਾਸ਼ ਨੂੰ ਖੋਲ੍ਹਦਿਆਂ ਅਤੇ ਆਤਮਾ ਨੂੰ ਆਪਣੇ ਉੱਤੇ ਕਬੂਤਰ ਦੀ ਨਿਆਈ ਉਤਰਦਿਆਂ ਡਿੱਠਾ। ਅਤੇ ਇੱਕ ਸਵਰਗੀ ਬਾਣੀ ਆਈ, ਜੋ ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਤੋਂ ਮੈਂ ਪ੍ਰਸੰਨ ਹਾਂ। ਆਤਮਾ ਝੱਟ ਉਹਨੂੰ ਉਜਾੜ ਵਿੱਚ ਲੈ ਗਿਆ, ਔਰ ਉਜਾੜ ਵਿੱਚ 40 ਦਿਨਾਂ ਤੀਕਰ ਸ਼ੈਤਾਨ ਉਹਨੂੰ ਪਰਤਾਉਂਦਾ ਰਿਹਾ ਅਤੇ ਉਹ ਜੰਗਲੀ ਜਾਨਵਰਾਂ ਦੇ ਨਾਲ ਰਹਿੰਦਾ ਸੀ ਅਤੇ ਦੂਤ ਉਹਦੀ ਟਹਿਲ ਕਰਦੇ ਸਨ। ਉਪਰੰਤ यूहन्ना ਦੇ ਫੜਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ, ਔਰ ਉਸਨੇ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਕੇ ਆਖਿਆ, ਸਮਾਂ ਪੂਰਾ ਹੋਇਆ ਅਤੇ ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਤੌਬਾ ਕਰੋ ਅਤੇ ਖੁਸ਼ਖਬਰੀ ਉੱਤੇ ਪ੍ਰਤੀਤ ਕਰੋ। ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦਿਆਂ ਉਸਨੇ ਸ਼ਮੌਨ ਨੂੰ ਔਰ ਸ਼ਮੌਨ ਦੇ ਭਰਾ ਇੰਦਰਾਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ, ਕਿਉਂ ਜੋ ਇੱਕ ਮਾਛੀ ਸਨ। ਯਿਸੂ ਨੇ ਉਹਨਾਂ ਨੂੰ ਆਖਿਆ, ਮੇਰੇ ਮਗਰ ਆਓ, ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਤਾਂ ਉਹ ਝੱਟ ਆਪਣੇ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ। ਔਰ ਥੋੜੀ ਦੂਰ ਅੱਗੇ ਵੱਧ ਕੇ ਉਹਨੇ ਜਬਦੀ ਦੇ ਪੁੱਤਰ ਯਾਕੂਬ ਅਤੇ ਉਹਦੇ ਭਰਾ यूहन्ना ਨੂੰ ਵੇਖਿਆ, ਜੋ ਬੇੜੀ ਉੱਤੇ ਜਾਲਾਂ ਨਾਲ ਸੁਧਾਰਦੇ ਸਨ। ਔਰ ਝੱਟ ਉਸਨੇ ਉਹਨਾਂ ਨੂੰ ਸੱਦਿਆ, ਔਰ ਉਹ ਆਪਣੇ ਪਿਓ ਜਬਦੀ ਨੂੰ ਕਾਮਿਆਂ ਸਣੇ ਬੇੜੀ ਵਿੱਚ ਛੱਡ ਕੇ ਉਹਦੇ ਮਗਰ ਹੋ ਤੁਰੇ। ਤਾਂ ਉਹ ਕਫਰਨਹੂਮ ਵਿੱਚ ਵੜੇ, ਔਰ ਸਬਤ ਦੇ ਦਿਨ ਉਹ ਝੱਟ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ। ਅਤੇ ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ, ਕਿਉਂ ਜੋ ਉਹ ਗ੍ਰੰਥੀਆਂ ਵਾਂਗੂ ਨਹੀਂ, ਪਰ ਇਖਤਿਆਰ ਵਾਲੇ ਵਾਂਗੂ ਉਹਨਾਂ ਨੂੰ ਉਪਦੇਸ਼ ਦਿੰਦਾ ਸੀ। ਅਤੇ ਉਸ ਵੇਲੇ ਉਹਨਾਂ ਦੇ ਸਮਾਜ ਵਿੱਚ ਇੱਕ ਮਨੁੱਖ ਸੀ, ਜਿਹਨੂੰ ਭ੍ਰਿਸ਼ਟ ਆਤਮਾ ਚੰਬੜਿਆ ਹੋਇਆ ਸੀ, ਅਤੇ ਇਉਂ ਕਹਿ ਕੇ ਉੱਚੀ ਆਵਾਜ਼ ਨਾਲ ਬੋਲ ਕੇ ਉੱਠਿਆ, ਹੇ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਡਾ ਨਾਸ਼ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈ, ਤੂੰ ਪਰਮੇਸ਼ਵਰ ਦਾ ਪਵਿੱਤਰ ਪੁਰਖ ਹੈ। ਤਾਂ ਯਿਸੂ ਨੇ ਉਹਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿਕਲ ਜਾ। ਸੋ ਭ੍ਰਿਸ਼ਟ ਆਤਮਾ ਉਸ ਨੂੰ ਮਰੋੜ ਤਰੋੜ ਕੇ ਵੱਡੀ ਆਵਾਜ਼ ਨਾਲ ਚੀਕਾਂ ਮਾਰਦਾ ਹੋਇਆ ਉਸ ਵਿੱਚੋਂ ਨਿਕਲ ਗਿਆ। ਅਤੇ ਉਹ ਸਾਰੇ ਲੋਕ ਐਡੇ ਹੈਰਾਨ ਹੋਏ ਕਿ ਆਪੋ ਵਿੱਚ ਚਰਚਾ ਕਰਨ ਲੱਗੇ, ਭਾਈ ਇਹ ਕੀ ਹੈ? ਇੱਕ ਨਵੀਂ ਸਿੱਖਿਆ। ਉਹ ਤਾਂ ਭ੍ਰਿਸ਼ਟ ਆਤਮਾ ਨੂੰ ਇਖਤਿਆਰ ਨਾਲ ਹੁਕਮ ਕਰਦਾ ਹੈ ਅਤੇ ਉਹ ਉਸ ਦੀ ਮੰਨ ਲੈਂਦੇ ਹਨ। ਉਵੇਂ ਹੀ ਗਲੀਲ ਦੇ ਸਾਰੇ ਇਲਾਕਿਆਂ ਵਿੱਚ ਉਹਦੀ ਧੁੰਮ ਪੈ ਗਈ। ਉਹ ਝੱਟ ਸਮਾਜ ਵਿੱਚੋਂ ਬਾਹਰ ਨਿਕਲ ਕੇ ਯਾਕੂਬ ਔਰ यूहन्ना ਦੇ ਸਣੇ ਸ਼ਮੌਨ ਅਤੇ ਅੰਦਰਿਆਸ ਦੇ ਘਰ ਆਏ। ਅਤੇ ਸ਼ਮੌਨ ਦੀ ਸੱਸ ਤਾਪ ਨਾਲ ਪਈ ਸੀ, ਤਾਂ ਉਹਨਾਂ ਨੇ ਝੱਟ ਉਸ ਨੂੰ ਖਬਰ ਕੀਤੀ, ਔਰ ਉਹ ਕੋਲ ਆਇਆ ਅਤੇ ਉਹਦੇ ਹੱਥ ਫੜ ਕੇ ਉਹਨੂੰ ਉਠਾਇਆ। ਤਾਂ ਉਹਦਾ ਤਾਪ ਲੈ ਗਿਆ ਅਤੇ ਉਹਨਾਂ ਨੇ ਉਹਦੀ ਖਾਤਰ ਕੀਤੀ। ਅਤੇ ਸੰਝ ਨੂੰ ਜਦ ਸੂਰਜ ਡੁੱਬ ਗਿਆ, ਤਾਂ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਉਸ ਕੋਲ ਲਏ, ਅਤੇ ਸਾਰਾ ਨਗਰ ਬੂਹੇ ਉੱਤੇ ਇਕੱਠਾ ਹੋ ਗਿਆ ਸੀ। ਅਤੇ ਉਸ ਨੇ ਬਹੁਤਿਆਂ ਨੂੰ, ਜਿਹੜੇ ਭਾਂਤ ਦੇ ਰੋਗੀ ਸਨ, ਚੰਗਾ ਕੀਤਾ, ਔਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਭੂਤਾਂ ਨੂੰ ਬੋਲਣ ਨਾ ਦਿੱਤਾ, ਕਿਉਂ ਜੋ ਉਹ ਉਸ ਨੂੰ ਪਛਾਣਦੇ ਸਨ। ਉਹ ਵੱਡੇ ਤੜਕੇ ਕੁਝ ਰਾਤ ਰਹਿੰਦੇ ਉੱਠ ਕੇ ਬਾਹਰ ਨਿਕਲਿਆ, ਔਰ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ। ਅਤੇ ਸ਼ਮੌਨ ਔਰ ਉਹਦੇ ਸਾਥੀ ਪਿੱਛੇ ਗਏ, ਔਰ ਜਾਂ ਉਹਨਾਂ ਨੇ ਉਸ ਨੂੰ ਲੱਭ ਲਿਆ ਤਾਂ ਉਹਨੂੰ ਕਿਹਾ, ਤੈਨੂੰ ਸਭੇ ਭਾਲਦੇ ਹਨ। ਉਸ ਨੇ ਉਹਨਾਂ ਨੂੰ ਕਿਹਾ, ਆਓ ਕਿਸੇ ਹੋਰ ਪਾਸੇ ਨੇੜੇ ਨਗਰਾਂ ਵਿੱਚ ਚੱਲੀਏ, ਜੋ ਮੈਂ ਵੀ ਉੱਥੇ ਪ੍ਰਚਾਰ ਕਰਾਂ, ਕਿਉਂਕਿ ਮੈਂ ਇਸੇ ਲਈ ਨਿਕਲਿਆ ਹਾਂ। ਤਾਂ ਉਹ ਸਾਰੇ ਗਲੀਲ ਵਿੱਚ ਉਹਨਾਂ ਦੀਆਂ ਸਮਾਜਾਂ ਵਿੱਚ ਜਾ ਕੇ ਮਨਾਦੀ ਕਰਦਾ ਔਰ ਭੂਤਾਂ ਨੂੰ ਕੱਢਦਾ ਸੀ। ਇੱਕ ਕੋੜੀ ਨੇ ਉਹਦੇ ਕੋਲ ਆਣ ਕੇ ਉਹਦੀ ਮਿੰਨਤ ਕੀਤੀ, ਔਰ ਉਹਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਆਖਿਆ, ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ। ਅਤੇ ਉਸ ਨੇ ਉਸ ਉੱਤੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਔਰ ਉਹਨੂੰ ਛੋਹ ਕੇ ਕਿਹਾ, ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ।
ਤਾਂ ਉਹ ਝੱਟ ਉਹਦਾ ਕੋਲ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ। ਤਦ ਉਸਨੇ ਉਹਨੂੰ ਤਗੀਦ ਕਰਕੇ ਉਸੇ ਵੇਲੇ ਕੱਲ ਦਿੱਤਾ ਅਤੇ ਉਹਨੂੰ ਕਿਹਾ, ਵੇਖ ਕਿਸੇ ਨੂੰ ਨਾ ਦੱਸੀ, ਪਰ ਜਾ ਕੇ ਆਪਣੇ ਤਾਈਂ ਜਾਜਕ ਨੂੰ ਵਿਖਾ ਔਰ ਆਪਣੇ ਸ਼ੁੱਧ ਹੋਣ ਦੇ ਕਾਰਨ ਜਿਹੜੀ ਭੇਂਟ ਮੂਸਾ ਨੇ ਠਹਿਰਾਈ ਚੜਾ, ਤਾਂ ਜੋ ਉਹਨਾਂ ਲਈ ਸਾਖੀ ਹੋਵੇ। ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਐਡਾ ਉਜਾਗਰ ਕੀਤਾ ਜੋ ਯਿਸੂ ਫੇਰ ਨਗਰ ਵਿੱਚ ਖੁੱਲ੍ਹਮ ਖੁੱਲ੍ਹਾ ਨਾ ਵੜ ਸਕਿਆ, ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚਫੇਰੇ ਉਹਦੇ ਕੋਲ ਆਉਂਦੇ ਜਾਂਦੇ ਸਨ। ਦੂਸਰਾ ਬਾਪ। ਕਿੰਨੇ ਦਿਨਾਂ ਪਿੱਛੋਂ ਯਿਸੂ ਜਾ ਕਫਰਨਹੂਮ ਵਿੱਚ ਫੇਰ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ। ਤਾਂ ਇੰਨੇ ਲੋਕ ਇਕੱਠੇ ਹੋਏ ਜੋ ਬੂਹੇ ਅੱਗੇ ਵੀ ਥਾਂ ਨਾ ਰਿਹਾ, ਅਤੇ ਉਸਨੇ ਉਹਨਾਂ ਨੂੰ ਵਚਨ ਸੁਣਾਇਆ ਕਿ ਇੱਕ ਅਧਰੰਗੀ ਨੂੰ 4 ਮਨੁੱਖ ਕੋਲੋਂ ਚੁਕਵਾ ਕੇ ਉਹਦੇ ਕੋਲ ਲਿਆਏ। ਜਦ ਉਹ ਭੀੜ ਕਰਕੇ ਉਹਦੇ ਨੇੜੇ ਨਾ ਆ ਸਕੇ ਤਾਂ ਉਹਨਾਂ ਨੇ ਛੱਤ ਵਿੱਚ ਜਿੱਥੇ ਉਹ ਸੀ ਮੋਗਾ ਕੀਤਾ, ਅਤੇ ਜਦ ਉਹਨੂੰ ਉਧੇੜਿਆ ਤਾਂ ਉਸਨੂੰ ਮੰਜੀ ਉੱਤੇ ਜਿਹਦੇ ਉੱਤੇ ਉਹ ਅਧਰੰਗੀ ਪਿਆ ਹੋਇਆ ਸੀ ਉਤਾਰ ਦਿੱਤਾ। ਅਤੇ ਯਿਸੂ ਨੇ ਉਹਨਾਂ ਦੀ ਨੇਚਾ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ, ਤੇਰੇ ਪਾਪ ਮਾਫ ਹੋਏ। ਪਰ ਕਈ ਗ੍ਰੰਥੀ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ, ਭਾਈ ਇਹ ਕਿਸ ਤਰ੍ਹਾਂ ਬੋਲਦਾ ਹੈ, ਇਹ ਕੁਫਰ ਬਕਦਾ ਹੈ। ਇੱਕ ਪਰਮੇਸ਼ਵਰ ਦੇ ਬਿਨਾਂ ਹੋਰ ਕੌਣ ਪਾਪ ਮਾਫ ਕਰ ਸਕਦਾ ਹੈ? ਅਤੇ ਉਵੇਂ ਯਿਸੂ ਨੇ ਆਤਮਾ ਨਾਲ ਜਾਣ ਕੇ ਉਹਨਾਂ ਦੇ ਮਨਾਂ ਵਿੱਚ ਇਉਂ ਵਿਚਾਰ ਕਰਦੇ ਸਨ, ਉਹਨਾਂ ਨੂੰ ਕਿਹਾ, ਤੁਸੀਂ ਕਾਹਨੂੰ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਰਦੇ ਹੋ ਕਿ ਕਿਹੜੀ ਗੱਲ ਸੁਖਾਲੀ ਹੈ, ਇਸ ਅਧਰੰਗੀ ਨੂੰ ਕਹਿਣਾ ਜੋ ਤੇਰੇ ਪਾਪ ਮਾਫ ਹੋਏ, ਜਾਂ ਇਹ ਕਹਿਣਾ ਉੱਠ ਔਰ ਆਪਣੀ ਮੰਜੀ ਚੁੱਕ ਕੇ ਤੁਰ। ਪਰ ਇਸ ਲਈ ਜੋ ਤੁਸੀਂ ਜਾਣੋ, ਭਾਈ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਅਖਤਿਆਰ ਹੈ। ਉਹਨੇ ਰੋਗੀ ਨੂੰ ਆਖਿਆ, ਮੈਂ ਤੈਨੂੰ ਆਖਦਾ ਹਾਂ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚਲਾ ਜਾ। ਤਾਂ ਉਹ ਉੱਠ ਕੇ ਝੱਟ ਆਪਣੀ ਮੰਜੀ ਚੁੱਕ ਕੇ ਉਹਨਾਂ ਸਭਨਾਂ ਦੇ ਸਾਹਮਣੇ ਨਿਕਲ ਗਿਆ, ਅਤੇ ਸਭ ਉੱਥੇ ਦੰਗ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ ਕਿ ਅਸਾਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਵੇਖੀ। ਉਹ ਫਿਰ ਬਾਹਰ ਝੀਲ ਦੇ ਕੰਢੇ ਉੱਤੇ ਗਿਆ ਔਰ ਸਾਰੀ ਭੀੜ ਉਹਦੇ ਕੋਲ ਆਈ, ਅਤੇ ਉਸਨੇ ਉਹਨਾਂ ਨੂੰ ਉਪਦੇਸ਼ ਦਿੱਤਾ। ਔਰ ਜਾਂਦੇ ਹੋਏ ਉਹਨੇ ਹਲਫਾ ਦੇ ਪੁੱਤਰ ਲੇਵੀ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸਨੂੰ ਕਿਹਾ, ਮੇਰੇ ਪਿੱਛੇ ਹੋ ਤੁਰ। ਸੋ ਉਹ ਉੱਠ ਕੇ ਉਹਦੇ ਪਿੱਛੇ ਹੋ ਤੁਰਿਆ। ਤਾਂ ਇਉਂ ਹੋਇਆ ਕਿ ਉਸ ਦੇ ਘਰ ਵਿੱਚ ਰੋਟੀ ਖਾਣ ਬੈਠਾ ਅਤੇ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਯਿਸੂ ਔਰ ਉਹਦੇ ਚੇਲਿਆਂ ਨਾਲ ਬੈਠ ਗਏ, ਕਿਉਂਕਿ ਉਹ ਬਹੁਤ ਸਾਰੇ ਸਨ ਅਤੇ ਉਹਦੇ ਮਗਰ ਤੁਰੇ ਆਉਂਦੇ ਸਨ। ਔਰ ਜਦ ਫਰੀਸੀਆਂ ਅਤੇ ਗ੍ਰੰਥੀਆਂ ਨੇ ਉਹਨੂੰ ਪਾਪੀਆਂ ਅਤੇ ਮਸੂਲੀਆਂ ਨਾਲ ਖਾਂਦਿਆਂ ਵੇਖਿਆ ਤਾਂ ਉਹਦੇ ਚੇਲਿਆਂ ਨੂੰ ਕਿਹਾ, ਉਹ ਮਸੂਲੀਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ ਹੈ? ਯਿਸੂ ਨੇ ਸੁਣ ਕੇ ਉਹਨਾਂ ਨੂੰ ਆਖਿਆ, ਨਵੇਂ ਨਰੋਇਆਂ ਨੂੰ ਨਹੀਂ, ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ। ਯਹੂਨਾ ਦੇ ਚੇਲੇ ਔਰ ਫਰੀਸੀ ਵਰਤ ਰੱਖਦੇ ਸਨ, ਔਰ ਉਹਨਾਂ ਨੇ ਆਣ ਕੇ ਉਹਨੂੰ ਕਿਹਾ, ਇਹਦਾ ਕੀ ਕਾਰਨ ਹੈ ਜੋ ਯਹੂਨਾ ਦੇ ਚੇਲੇ ਅਤੇ ਫਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ, ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ? ਤਾਂ ਯਿਸੂ ਨੇ ਉਹਨਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨੇਤੀਆਂ ਦੇ ਨਾਲ ਹੈ, ਭਲਾ ਉਹ ਕਿਸ ਤਰ੍ਹਾਂ ਵਰਤ ਰੱਖ ਸਕਦੇ ਹਨ? ਜਿੰਨਾ ਚਿਰ ਲਾੜਾ ਉਹਦੇ ਨਾਲ ਹੈ, ਉਹ ਵਰਤ ਨਹੀਂ ਰੱਖ ਸਕਦੇ। ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਤੋਂ ਅੱਡ ਕੀਤਾ ਜਾਵੇਗਾ, ਤਦ ਉਸ ਦਿਨ ਉਹ ਵਰਤ ਰੱਖਣਗੇ। ਪੁਰਾਣੇ ਕੱਪੜੇ ਨੂੰ ਕੋਈ ਕੋਰੀ ਟਾਕੀ ਨਹੀਂ ਲਾਉਂਦਾ, ਨਹੀਂ ਤਾਂ ਉਹ ਟਾਕੀ ਜਿਹੜੀ ਲਈ ਹੈ ਉਸ ਤੋਂ ਕੁਝ ਖਿੱਚ ਲੈਂਦੀ ਹੈ, ਅਰਥਾਤ ਨਵੀਂ ਪੁਰਾਣੀ ਤੋਂ ਲਗਾਰ ਵੱਧ ਜਾਂਦਾ ਹੈ। ਅਤੇ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ, ਨਹੀਂ ਤਾਂ ਮਸ਼ਕਾਂ ਪਾਟ ਜਾਂਦੀਆਂ ਹਨ ਔਰ ਮੈਅ ਅਤੇ ਮਸ਼ਕ ਦੋਵੇਂ ਨਾਸ਼ ਹੋ ਜਾਂਦੀਆਂ ਹਨ, ਪਰ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਹੀ ਭਰਦੇ ਹਨ। ਤਾਂ ਇਉਂ ਹੋਇਆ, ਜੋ ਉਹ ਸਬਤ ਦੇ ਦਿਨ ਪੈਲੀਆਂ ਵਿੱਚੋਂ ਲੰਘਦਾ ਸੀ ਔਰ ਉਹਦੇ ਚੇਲੇ ਰਾਹ ਚੱਲਦੇ ਸਿੱਟੇ ਤੋੜਨ ਲੱਗੇ, ਔਰ ਫਰੀਸੀਆਂ ਨੇ ਉਹਨਾਂ ਨੂੰ ਕਿਹਾ, ਵੇਖ ਇਹ ਸਬਤ ਦੇ ਦਿਨ ਉਹ ਕੰਮ ਕਰਦੇ ਹਨ ਜੋ ਇਹਨਾਂ ਨੂੰ ਕਰਨਾ ਯੋਗ ਨਹੀਂ। ਉਸ ਨੇ ਉਹਨਾਂ ਨੂੰ ਕਿਹਾ, ਭਲਾ ਤੁਸਾਂ ਕਦੇ ਨਹੀਂ ਪੜ੍ਹਿਆ ਭਾਈ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਲੋੜ ਸੀ ਅਤੇ ਉਹ ਅਤੇ ਉਹਦੇ ਸਾਥੀ ਭੁੱਖੇ ਸਨ? ਸੋ ਜੇਕਰ ਸਰਦਾਰ ਜਾਜਕ ਅਬੀਯਾ ਦੇ ਸਮੇਂ ਪਰਮੇਸ਼ਵਰ ਦੇ ਘਰ ਵਿੱਚ ਗਿਆ ਅਤੇ ਚੜਾਵੇ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਦਾ ਖਾਣਾ ਜਾਜਕਾਂ ਦੇ ਬਿਨਾਂ ਹੋਰ ਕਿਸੇ ਨੂੰ ਯੋਗ ਨਹੀਂ, ਔਰ ਆਪਣੇ ਸਾਥੀਆਂ ਨੂੰ ਵੀ ਦਿੱਤਾ। ਉਸ ਨੇ ਉਹਨਾਂ ਨੂੰ ਆਖਿਆ, ਸਬਤ ਦਾ ਦਿਨ ਮਨੁੱਖ ਦੀ ਖਾਤਰ ਬਣਿਆ ਹੈ, ਨਾ ਕਿ ਮਨੁੱਖ ਸਬਤ ਦੀ ਖਾਤਰ। ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ। ਤੀਜਾ ਬਾਪ। ਉਹ ਫਿਰ ਸਮਾਜ ਵਿੱਚ ਗਿਆ ਔਰ ਉੱਥੇ ਇੱਕ ਮਨੁੱਖ ਸੀ ਜਿਹਦਾ ਹੱਥ ਸੁੱਕਿਆ ਹੋਇਆ ਸੀ, ਅਤੇ ਉਹ ਉਸ ਦੀ ਤੱਕ ਵਿੱਚ ਲੱਗੇ ਹੋਏ ਸਨ ਕਿ ਵੇਖੀਏ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰੇ ਕਿ ਨਹੀਂ, ਭਾਈ ਉਸ ਦੇ ਜੁੰਮੇ ਦੋਸ਼ ਲਾਉਣ। ਉਹਨੇ ਸੁੱਕੇ ਹੋਏ ਹੱਥ ਵਾਲੇ ਆਦਮੀ ਨੂੰ ਆਖਿਆ,
ਵਿਚਾਲੇ ਖੜਾ ਹੋ। ਫਿਰ ਉਹਨੇ ਉਹਨਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ, ਜਾਨ ਬਚਾਉਣੀ ਜਾਂ ਜਾਨ ਮਾਰਨੀ। ਪਰ ਉਹ ਚੁੱਪ ਹੀ ਰਹਿ ਗਏ। ਤਦ ਉਹਨੇ ਉਹਨਾਂ ਦੀ ਸਖਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਹਨਾਂ ਵੱਲ ਕ੍ਰੋਧ ਨਾਲ ਚੁਫੇਰੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ, ਆਪਣਾ ਹੱਥ ਲੰਮਾ ਕਰ। ਤਾਂ ਉਸਨੇ ਆਪਣਾ ਹੱਥ ਲੰਮਾ ਕੀਤਾ ਅਤੇ ਉਸਦਾ ਹੱਥ ਫੇਰ ਚੰਗਾ ਹੋ ਗਿਆ। ਤਦ ਫਰੀਸੀਆਂ ਨੇ ਨਿਕਲ ਕੇ ਉਸ ਵੇਲੇ ਹੈਰੋਦੀਆ ਦੇ ਨਾਲ ਉਹਦੇ ਵਿਰੁੱਧ ਮਤਾ ਪਕਾਇਆ ਜੋ ਉਸ ਨੂੰ ਕਿਸ ਤਰ੍ਹਾਂ ਉਸਦਾ ਨਾਸ਼ ਕਰੀਏ। ਯਿਸੂ ਆਪਣੇ ਚੇਲਿਆਂ ਸਣੇ ਝੀਲ ਵੱਲ ਚਲਾ ਗਿਆ ਔਰ ਗਲੀਲ ਤੋਂ ਬਹੁਤ ਸਾਰੇ ਲੋਕ ਮਗਰ ਹੋ ਤੁਰੇ ਔਰ ਯਹੂਦੀਆ ਅਤੇ ਯਰੂਸ਼ਲਮ ਅਤੇ ਸਦੋਮ ਤੋਂ ਅਤੇ ਯਰਦਨ ਤੋਂ ਪਾਰ ਅਤੇ ਸੁਰ ਔਰ ਸੈਦਾ ਦੇ ਆਲੇ ਦੁਆਲਿਓਂ ਇੱਕ ਵੱਡੀ ਭੀੜ ਇਹ ਸੁਣ ਕੇ ਜੋ ਉਹ ਕਿੱਡੇ ਵੱਡੇ ਕੰਮ ਕਰਦਾ ਹੈ ਉਹਦੇ ਕੋਲ ਆਈ। ਤਾਂ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਭੀੜ ਦੇ ਕਾਰਨ ਇੱਕ ਡੋਂਗੀ ਹੋਈ ਮੇਰੇ ਲਈ ਤਿਆਰ ਕਰੋ, ਭਈ ਲੋਕ ਮੈਨੂੰ ਦਬਾ ਨਾ ਲੈਣ, ਕਿਉਂਕਿ ਉਹਨੇ ਬਹੁਤ ਸਾਰਿਆਂ ਨੂੰ ਚੰਗਾ ਕੀਤਾ ਸੀ। ਇੱਥੋਂ ਤੋੜੀ ਕਿ ਜਿੰਨੇ ਰੋਗੀ ਸਨ ਉਹ ਉਸ ਨੂੰ ਛੂਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ ਅਤੇ ਭ੍ਰਿਸ਼ਟ ਆਤਮਾ ਵਾਲਿਆਂ ਨੇ ਜਾ ਉਹਨੂੰ ਵੇਖਿਆ ਤਾਂ ਉਹਦੇ ਅੱਗੇ ਡਿੱਗ ਪਏ ਔਰ ਚੀਕਾਂ ਮਾਰ ਕੇ ਬੋਲੇ, ਤੂੰ ਪਰਮੇਸ਼ਵਰ ਦਾ ਪੁੱਤਰ ਹੈ। ਤਦ ਉਹਨਾਂ ਦੀ ਵੱਡੀ ਤਗੀਦ ਕੀਤੀ, ਭਾਈ ਮੈਨੂੰ ਉਜਾਗਰ ਨਾ ਕਰਨਾ। ਫਿਰ ਉਹਨੇ ਪਹਾੜ ਉੱਤੇ ਚੜ੍ਹ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਹਨਾਂ ਨੂੰ ਕੋਲ ਸੱਦਿਆ ਅਤੇ ਉਹ ਉਸਦੇ ਕੋਲ ਆਏ ਔਰ ਉਹਨੇ 12 ਪੁਰਸ਼ ਠਹਿਰਾਏ ਜੋ ਉਹਦੇ ਨਾਲ ਰਹਿਣ ਅਤੇ ਉਹ ਉਹਨਾਂ ਦੇ ਭੇਜੇ ਲਈ ਪ੍ਰਚਾਰ ਕਰਨ, ਨਾਲੇ ਭੂਤਾਂ ਦੇ ਕੱਢਣ ਦਾ ਇਖਤਿਆਰ ਰੱਖਣ। ਅਤੇ ਸ਼ਮੌਨ ਦਾ ਨਾਂ ਉਹਨੇ ਪਤਰਸ ਵੀ ਰੱਖਿਆ ਅਤੇ ਜਬਦੀ ਦਾ ਪੁੱਤਰ ਯਕੂਬ ਔਰ ਯਕੂਬ ਦਾ ਭਰਾ ਯੂਹੰਨਾ, ਜਿਨ੍ਹਾਂ ਦੋਹਾਂ ਦਾ ਨਾਂ ਉਹਨੇ ਬਣੀ ਰੋਗਿਜ਼ ਰੱਖਿਆ, ਅਰਥਾਤ ਗਰਜਨ ਦੇ ਪੁੱਤਰ, ਅਤੇ ਇੰਦਰਿਆਸ ਅਤੇ ਫਿਲਿਪੁਸ ਅਤੇ ਬੁਰਥੁਲਮਈ ਅਤੇ ਮੱਤੀ ਅਤੇ ਥੋਮਾ ਅਤੇ ਹਲਫਾ ਦਾ ਪੁੱਤਰ ਯਾਕੂਬ ਅਤੇ ਖਦਈ ਅਤੇ ਸ਼ਮੌਨ ਕਨਾਨੀ ਅਤੇ ਯਹੂਦਾ ਇਸਕਰਿਯੂਤੀ ਨੇ ਉਸ ਨੂੰ ਫੜਵਾ ਵੀ ਦਿੱਤਾ ਸੀ। ਉਹ ਘਰ ਆਇਆ ਔਰ ਫਿਰ ਇੰਨੀ ਭੀੜ ਇਕੱਠੀ ਹੋ ਗਈ ਜੋ ਉਹ ਰੋਟੀ ਵੀ ਨਾ ਖਾ ਸਕੇ। ਜਦ ਉਹਦੇ ਸਾਕਾਂ ਨੇ ਇਹ ਸੁਣਿਆ ਤਾਂ ਉਹ ਉਸਦੇ ਫੜਨ ਨੂੰ ਨਿਕਲੇ, ਕਿਉਂ ਜੋ ਉਹਨਾਂ ਨੇ ਆਖਿਆ ਸੀ ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਹੈ। ਅਤੇ ਗ੍ਰੰਥੀਆਂ ਨੇ ਜਿਹੜੇ ਯਰੂਸ਼ਲਮ ਤੋਂ ਆਏ ਸਨ ਇਹ ਕਿਹਾ, ਭਈ ਉਹ ਬਾਲ-ਜ਼ਬੂਲ ਨਾਲ ਮਿਲਿਆ ਹੋਇਆ ਹੈ ਅਤੇ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ। ਤਾਂ ਉਸਨੇ ਉਹਨਾਂ ਨੂੰ ਕੋਲ ਸੱਦ ਕੇ ਦ੍ਰਿਸ਼ਟਾਂਤਾਂ ਵਿੱਚ ਉਹਨਾਂ ਨੂੰ ਕਿਹਾ ਕਿ ਸ਼ੈਤਾਨ ਕਿਸ ਤਰ੍ਹਾਂ ਕੱਢ ਸਕਦਾ ਹੈ। ਜੇ ਕਿਸੇ ਦਾ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਠਹਿਰ ਨਹੀਂ ਸਕਦਾ, ਔਰ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਕਦੀ ਠਹਿਰ ਨਹੀਂ ਸਕਦਾ। ਜੇ ਸ਼ੈਤਾਨ ਆਪਣੇ ਵਿਰੁੱਧ ਉੱਠੇ ਔਰ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸਕਦਾ, ਸਗੋਂ ਉਹਦਾ ਔੜਕ ਆ ਪੁੱਜਿਆ ਹੈ। ਪਰ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ ਉਹਦਾ ਅਸਬਾਬ ਨਹੀਂ ਲੁੱਟ ਸਕਦਾ। ਜੇ ਪਹਿਲਾਂ ਉਸ ਜ਼ੋਰਾਵਰ ਨੂੰ ਬੰਨ੍ਹ ਨਾ ਲਵੇ ਤਦ ਉਹ ਉਸਦਾ ਘਰ ਲੁੱਟੇਗਾ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤਰ ਸਾਰੇ ਪਾਪ ਦੇ ਅਤੇ ਕੁਫਰ ਦੇ ਜਿੰਨੇ ਉਹ ਬਕਣਗੇ ਮਾਫ਼ ਕੀਤੇ ਜਾਣਗੇ, ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬੋਲੇ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ, ਪਰ ਉਹ ਸਦਾ ਪਾਪ ਦੇ ਵਸ ਵਿੱਚ ਆ ਗਿਆ ਹੈ, ਕਿਉਂ ਜੋ ਉਹਨਾਂ ਆਖਿਆ ਸੀ ਭਾਈ ਭ੍ਰਿਸ਼ਟ ਆਤਮਾ ਉਹਦੇ ਵਿੱਚ ਹੈ। ਤਦ ਉਹਦੀ ਮਾਤਾ ਔਰ ਉਹਦੇ ਭਰਾ ਆਏ ਅਤੇ ਬਾਹਰ ਖੜੋ ਕੇ ਉਹਨੂੰ ਬੁਲਾ ਭੇਜਿਆ ਅਤੇ ਬਹੁਤ ਸਾਰੇ ਲੋਕ ਉਹਦੇ ਚੁਫੇਰੇ ਬੈਠੇ ਸਨ। ਸੋ ਉਹਨੂੰ ਆਖਣ ਲੱਗੇ, ਵੇਖ ਤੇਰੀ ਮਾਂ ਅਤੇ ਤੇਰੇ ਭਰਾ ਤੈਨੂੰ ਢੂੰਡਦੇ ਹਨ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ, ਕੌਣ ਹੈ ਮੇਰੇ ਭਰਾ? ਅਤੇ ਉਸਨੇ ਉਹਨਾਂ ਵੱਲ ਜਿਹੜੇ ਉਸਦੇ ਆਲੇ ਦੁਆਲੇ ਬੈਠੇ ਸਨ ਚੌਂ ਪਾਸੇ ਨਿਗਾਹ ਕਰਕੇ ਆਖਿਆ, ਉਹ ਵੇਖੋ ਮੇਰੀ ਮਾਤਾ, ਉਹ ਮੇਰੇ ਭਰਾ, ਕਿਉਂਕਿ ਜੋ ਕੋਈ ਪਰਮੇਸ਼ਵਰ ਦੀ ਮਰਜ਼ੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ। ਚੌਥਾ ਬਾਪ। ਫਿਰ ਉਹ ਝੀਲ ਦੇ ਕੰਢੇ ਉਪਦੇਸ਼ ਦੇਣ ਲੱਗਾ ਔਰ ਇੱਕ ਐਡੀ ਭੀੜ ਉਹਦੇ ਕੋਲ ਇਕੱਠੀ ਹੋਈ ਜੋ ਉਹ ਝੀਲ ਵਿੱਚ ਇੱਕ ਬੇੜੀ ਉੱਤੇ ਚੜ੍ਹ ਬੈਠਾ ਔਰ ਸਾਰੀ ਭੀੜ ਝੀਲ ਦੇ ਕੰਢੇ ਧਰਤੀ ਤੇ ਰਹੀ। ਤੇ ਉਸਨੇ ਉਹਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ ਔਰ ਆਪਣੇ ਉਪਦੇਸ਼ ਵਿੱਚ ਉਹਨਾਂ ਨੂੰ ਕਿਹਾ, ਸੁਣੋ, ਵੇਖੋ ਇੱਕ ਬੀਜ ਬੀਜਣ ਨੂੰ ਨਿਕਲਿਆ ਅਤੇ ਇਉਂ ਹੋਇਆ ਜਦ ਉਹ ਬੀਜਦਿਆਂ ਕੁਝ ਪਹੇ ਵੱਲ ਗਿਰ ਪਿਆ ਤਾਂ ਪੰਛੀ ਆਣ ਕੇ ਉਹਨੂੰ ਚੁੱਕ ਗਏ। ਔਰ ਕੁਝ ਪਥਰੀਲੀ ਜ਼ਮੀਨ ਵਿੱਚ ਗਿਰਿਆ ਜਿੱਥੇ ਉਹਨੂੰ ਬਹੁਤ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਿਆ ਅਤੇ ਜਦ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਔਰ ਜੜ ਨਾ ਫੜਨ ਕਰਕੇ ਸੁੱਕ ਗਿਆ। ਅਤੇ ਕੁਝ ਕੰਡਿਆਲੀਆਂ ਵਿੱਚ ਗਿਰਿਆ ਅਤੇ ਕੰਡਿਆਲੀਆਂ ਨੇ ਵੱਧ ਕੇ ਉਹਨੂੰ ਦਬਾ ਲਿਆ ਅਤੇ ਉਹ ਨਾ ਫਲਿਆ। ਔਰ ਕੁਝ ਚੰਗੀ ਜ਼ਮੀਨ ਵਿੱਚ ਗਿਰਿਆ ਅਤੇ ਉੱਗਿਆ
ਵਧਿਆ ਫਲਿਆ, ਕੁਝ 30 ਗੁਣਾ, ਕੁਝ 60 ਗੁਣਾ, ਕੁਝ 100 ਗੁਣਾ। ਫਿਰ ਉਹਨੇ ਇਹ ਕਿਹਾ, ਜਿਸ ਦੇ ਕੰਨ ਹੋਣ ਸੋ ਸੁਣੇ। ਜਦ ਉਹ ਇਕਾਂਤ ਵਿੱਚ ਸੀ ਤਾਂ ਜਿਹੜੇ ਉਹਦੇ ਕੋਲ ਸਨ ਉਹਨਾਂ ਨੇ 12 ਚੇਲਿਆਂ ਨਾਲ ਮਿਲ ਕੇ ਦ੍ਰਿਸ਼ਟਾਂਤਾਂ ਦਾ ਅਰਥ ਉਹਨੂੰ ਪੁੱਛਿਆ। ਉਸ ਨੇ ਉਹਨਾਂ ਨੂੰ ਕਿਹਾ, ਪਰਮੇਸ਼ਵਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ, ਪਰ ਜਿਹੜੇ ਬਾਹਰ ਹਨ ਉਹਨਾਂ ਲਈ ਸਾਰੀਆਂ ਗੱਲਾਂ ਦੇ ਦ੍ਰਿਸ਼ਟਾਂਤ ਵਿੱਚ ਹੁੰਦੀਆਂ ਹਨ, ਕਿ ਉਹ ਵੇਖਦੇ ਹੋਏ ਵੇਖਣ ਪਰ ਬੁੱਝਣ ਨਾ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ, ਮਤੇ ਉਹ ਮੁੜ ਆਉਣ ਅਤੇ ਉਹਨਾਂ ਨੂੰ ਮਾਫੀ ਮਿਲੇ। ਫਿਰ ਉਸ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਇੱਕ ਦ੍ਰਿਸ਼ਟਾਂਤ ਨਹੀਂ ਸਮਝਦੇ ਤਾਂ ਸਾਰਿਆਂ ਦ੍ਰਿਸ਼ਟਾਂਤਾਂ ਨੂੰ ਕੀਕਰ ਸਮਝੋਗੇ। ਬੀਜਣ ਵਾਲਾ ਬਚਨ ਬੀਜਦਾ ਹੈ ਅਤੇ ਪਹੇ ਦੇ ਕਿਨਾਰੇ ਵੱਲ ਜਿੱਥੇ ਬਚਨ ਬੀਜਿਆ ਜਾਂਦਾ ਹੈ, ਸੋ ਇਹ ਲੋਕ ਹਨ। ਪਈ ਜਦ ਉਹਨਾਂ ਨੇ ਸੁਣ ਲਿਆ ਤਦ ਸ਼ੈਤਾਨ ਉਵੇਂ ਆਣ ਕੇ ਉਹਨਾਂ ਦੇ ਬਚਨ ਲੈ ਗਿਆ ਜਿਹੜਾ ਉਹਨਾਂ ਵਿੱਚ ਬੀਜਿਆ ਗਿਆ ਸੀ। ਅਤੇ ਇਸੇ ਤਰ੍ਹਾਂ ਪਥਰੀਲੀਆਂ ਥਾਵਾਂ ਵਿੱਚ ਬੀਜੇ ਜਾਂਦੇ ਹਨ, ਸੋ ਉਹ ਹਨ ਜਿਹੜੇ ਵਚਨ ਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਉਹਨੂੰ ਆਪਣੇ ਮੰਨ ਲੈਂਦੇ ਹਨ ਅਤੇ ਆਪਣੇ ਵਿੱਚ ਜੜ ਨਹੀਂ ਰੱਖਦੇ, ਪਰ ਥੋੜਾ ਚਿਰ ਰਹਿੰਦੇ ਹਨ ਅਤੇ ਜਦ ਵਚਨ ਦੇ ਕਾਰਨ ਦੁੱਖ ਜਾਂ ਮੁਸੀਬਤ ਜਾਂ ਸਤਾਏ ਜਾਂਦੇ ਹਨ ਤਾਂ ਉਹ ਝੱਟ ਠੋਕਰ ਖਾਂਦੇ ਹਨ। ਅਤੇ ਉਹ ਹੋਰ ਹਨ ਜਿਹੜੇ ਕੰਡਿਆਲੀਆਂ ਵਿੱਚ ਬੀਜੇ ਜਾਂਦੇ। ਉਹ ਇਹ ਹਨ ਜਿਨ੍ਹਾਂ ਨੇ ਵਚਨ ਸੁਣਿਆ ਔਰ ਦੁਨੀਆ ਦੀਆਂ ਚਿੰਤਾ ਔਰ ਧਨ ਦਾ ਧੋਖਾ ਔਰ ਹੋਰਨਾਂ ਚੀਜ਼ਾਂ ਲੋਭ ਆਣ ਕੇ ਉਹਨਾਂ ਨੂੰ ਦਬਾ ਲੈਂਦੇ ਹਨ ਅਤੇ ਉਹ ਅਫਲ ਰਹਿੰਦਾ ਹੈ। ਅਤੇ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਸਨ, ਸੋ ਉਹ ਲੋਕ ਹਨ ਜਿਹੜੇ ਵਚਨ ਨੂੰ ਸੁਣ ਕੇ ਮੰਨ ਲੈਂਦੇ ਹਨ ਅਤੇ ਫਲ ਦਿੰਦੇ ਹਨ, ਕੁਝ 30 ਗੁਣਾ, ਕੁਝ 60 ਗੁਣਾ, ਕੁਝ 100 ਗੁਣਾ। ਉਸ ਨੇ ਉਹਨਾਂ ਨੂੰ ਆਖਿਆ ਕਿ ਦੀਵਾ ਟੋਪੇ ਹੇਠ ਜਾਂ ਮੰਜੇ ਹੇਠ ਰੱਖਣ ਨੂੰ ਲਿਆਉਂਦੇ ਹਨ ਅਤੇ ਦੀਵਟ ਉੱਤੇ ਰੱਖਣ ਨੂੰ ਨਹੀਂ। ਕੋਈ ਵਸਤੂ ਗੁਪਤ ਨਹੀਂ, ਪਰ ਇਸ ਲਈ ਜੋ ਉਹ ਪ੍ਰਗਟ ਕੀਤੀ ਜਾਏ, ਅਤੇ ਨਾ ਕੋਈ ਵਸਤੂ ਛਿਪਾਈ ਗਈ ਹੈ, ਪਰ ਇਸ ਲਈ ਜੋ ਉਜਾਗਰ ਹੋਵੇ। ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਸੁਣੇ। ਫਿਰ ਉਸ ਨੇ ਉਹਨਾਂ ਨੂੰ ਕਿਹਾ, ਚੌਕਸ ਰਹੋ ਜੋ ਕੀ ਸੁਣਦੇ ਹੋ। ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ ਅਤੇ ਤੁਹਾਨੂੰ ਕਿੰਨਾ ਵਧੀਕ ਕੀਤਾ ਜਾਏਗਾ, ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਜਿਹਦੇ ਕੋਲ ਕੁਝ ਨਹੀਂ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ। ਫਿਰ ਉਹਨੇ ਆਖਿਆ, ਪਰਮੇਸ਼ਵਰ ਦਾ ਰਾਜ ਇਹੋ ਜਿਹਾ ਹੈ ਜਿਹਾ ਕੋਈ ਮਨੁੱਖ ਜ਼ਮੀਨ ਵਿੱਚ ਬੀਜ ਪਾਵੇ ਅਤੇ ਰਾਤ ਦਿਨ ਸੋਵੇ ਉੱਠੇ ਅਤੇ ਉਹ ਬੀ ਉੱਗ ਪਵੇ ਔਰ ਵਧੇ, ਪਰ ਉਹ ਨਾ ਜਾਣੇ ਕਿਸ ਤਰ੍ਹਾਂ। ਜ਼ਮੀਨ ਤਾਂ ਆਪੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਗੂਰੀ, ਫਿਰ ਸਿੱਟਾ, ਫਿਰ ਸਿੱਟੇ ਬਾਅਦ ਸਾਬਤ ਦਾਣੇ, ਔਰ ਜਾਂ ਫਲ ਪੱਕੇ ਹਨ ਤਾਂ ਉਹ ਝੱਟ ਦਾਤੀ ਲਾਉਂਦਾ ਹੈ, ਕਿਉਂ ਜੋ ਵਾਢੀ ਦਾ ਵੇਲਾ ਆ ਗਿਆ। ਫਿਰ ਉਹਨੇ ਕਿਹਾ, ਅਸੀਂ ਪਰਮੇਸ਼ਵਰ ਦੇ ਰਾਜ ਨੂੰ ਕਿਹਦੇ ਵਰਗਾ ਦਸੀਏ ਜਾਂ ਉਹਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ। ਉਹ ਇੱਕ ਰਾਈ ਦੇ ਦਾਣੇ ਵਰਗਾ ਹੈ, ਜਦ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ। ਜ਼ਮੀਨ ਦੇ ਸਭਨੇ ਬੀਆਂ ਨਾਲੋਂ ਛੋਟਾ ਹੈ, ਪਰ ਜਦ ਬੀਜਿਆ ਗਿਆ ਤਾਂ ਉੱਗਦਾ ਹੈ ਅਤੇ ਸਾਰੀਆਂ ਸਬਜ਼ੀਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਜੋ ਆਕਾਸ਼ ਦੇ ਪੰਛੀ ਉਹਦੀ ਛਾਇਆ ਵਿੱਚ ਵਸੇਰਾ ਕਰਦੇ ਹਨ। ਉਹ ਇਹੋ ਜਿਹੇ ਬਹੁਤ ਦ੍ਰਿਸ਼ਟਾਂਤਾਂ ਵਿੱਚ ਉਹਨਾਂ ਨਾਲ ਵਚਨ ਕਰਦਾ ਸੀ ਜਿਸ ਤਰ੍ਹਾਂ ਉਹ ਸੁਣ ਸਕਦੇ ਸਨ, ਔਰ ਬਿਨਾਂ ਦ੍ਰਿਸ਼ਟਾਂਤ ਉਹ ਉਹਨਾਂ ਨਾਲ ਨਹੀਂ ਸੀ ਬੋਲਦਾ, ਪਰ ਨਿਰਾਲੇ ਵਿੱਚ ਉਹ ਆਪਣੇ ਹੀ ਚੇਲਿਆਂ ਨੂੰ ਸਭ ਉੱਤੇ ਕੁਝ ਖੋਲ ਕੇ ਦੱਸਦਾ ਸੀ। ਉਸੇ ਦਿਨ ਜਦ ਸੰਝ ਹੋਈ ਤਾਂ ਉਸਨੇ ਕਿਹਾ, ਅਸੀਂ ਪਾਰ ਚੱਲੀਏ। ਉਹ ਭੀੜ ਨੂੰ ਛੱਡ ਕੇ ਜਿਕਰ ਉਹ ਬੇੜੀ ਉੱਤੇ ਸੀ ਤਿਹਾ ਹੀ ਉਹਨੂੰ ਲੈ ਚੱਲੇ ਅਤੇ ਹੋਰ ਬੇੜੀਆਂ ਵੀ ਉਹਦੇ ਨਾਲ ਸਨ। ਤਦ ਵੱਡੀ ਹਨੇਰੀ ਵਗੀ ਅਤੇ ਲਹਿਰਾਂ ਦੀ ਬੇੜੀ ਪੁਰ ਇੱਥੋਂ ਤਿਕਰ ਲੱਗ ਪਈ ਜੋ ਬੇੜੀ ਪਾਣੀ ਨਾਲ ਪਰ ਚੱਲੀ ਸੀ। ਉਹ ਬੇੜੀ ਦੇ ਪਿਛਲੇ ਸਿਰੇ ਵਾਲਾ ਇੱਕ ਸਿਰਹਾਣਾ ਰੱਖ ਕੇ ਸੁੱਤਾ ਹੋਇਆ ਸੀ। ਤਦ ਉਹਨਾਂ ਨੇ ਉਹਨੂੰ ਜਗਾਇਆ ਅਤੇ ਉਹਨੂੰ ਆਖਿਆ, ਗੁਰੂ ਜੀ, ਤੁਹਾਨੂੰ ਕੋਈ ਫਿਕਰ ਨਹੀਂ ਜੋ ਅਸੀਂ ਨਸ਼ਟ ਹੋ ਚੱਲੇ ਹਾਂ। ਤਦ ਉਹਨੇ ਉੱਠ ਕੇ ਪੌਣ ਨੂੰ ਦਬਕਾ ਦਿੱਤਾ ਅਤੇ ਝੀਲ ਨੂੰ ਕਿਹਾ, ਚੁੱਪ ਕਰ ਅਤੇ ਥੰਮ ਜਾ। ਤਾਂ ਪੌਣ ਥੰਮ ਗਈ ਅਤੇ ਵੱਡਾ ਚੈਨ ਹੋ ਗਿਆ। ਉਸ ਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਅਜੇ ਤੁਹਾਨੂੰ ਨਿਹਚਾ ਨਹੀਂ ਆਈ? ਤਾਂ ਉਹਨਾਂ ਨੇ ਡਾਢਾ ਪੈ ਖਾਧਾ ਅਤੇ ਆਪੋ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਪੌਣ ਅਤੇ ਝੀਲ ਵੀ ਉਹਦੀ ਮੰਨ ਲੈਂਦੇ ਹਨ। 5ਵਾਂ ਬਾਬ। ਉਹ ਝੀਲ ਦੇ ਪਾਰ ਗਿਰੇਸੇਨੀਆਂ ਦੇ ਦੇਸ਼ ਵਿੱਚ ਪਹੁੰਚੇ, ਔਰ ਜਾਂ ਉਹ ਬੇੜੀ ਉੱਤੋਂ ਉਤਰਿਆ ਤਾਂ ਉਵੇਂ ਹੀ ਇੱਕ ਮਨੁੱਖ ਜਿਹਦੇ ਵਿੱਚ ਭ੍ਰਿਸ਼ਟ ਆਤਮਾ ਸੀ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਆ ਮਿਲਿਆ। ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਹਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸਕਦਾ। ਉਹ ਤਾਂ ਕਈ ਵਾਰ ਬੇੜੀਆਂ ਅਤੇ ਸੰਗਲਾਂ ਨਾਲ ਜਕੜਿਆ ਵੀ ਗਿਆ ਸੀ, ਪਰ ਉਹਨੇ ਸੰਗਲ ਤੋੜ ਸੁੱਟੇ
ਅਤੇ ਬੇੜੀਆਂ ਦੇ ਟੋਟੇ ਕਰ ਦਿੱਤੇ ਸਨ ਅਤੇ ਕੋਈ ਉਹਨੂੰ ਕਾਬੂ ਨਹੀਂ ਸੀ ਕਰ ਸਕਦਾ। ਉਹ ਰਾਤ ਦਿਨ ਕਬਰਾਂ ਅਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਔਰ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ। ਜਦ ਉਸਨੇ ਯਿਸੂ ਨੂੰ ਦੂਰੋਂ ਡਿੱਠਾ ਤਾਂ ਦੌੜ ਕੇ ਆਇਆ ਅਤੇ ਉਹਨੂੰ ਮੱਥਾ ਟੇਕਿਆ ਔਰ ਉੱਚੀ ਆਵਾਜ਼ ਨਾਲ ਪੁਕਾਰ ਕੇ ਬੋਲਿਆ, ਹੇ ਯਿਸੂ ਮਾਂ ਪਰਮੇਸ਼ਵਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ਵਰ ਦਾ ਸਹੁੰ ਦਿੰਦਾ ਹਾਂ, ਮੈਨੂੰ ਦੁੱਖ ਨਾ ਦੇ। ਕਿਉਂ ਜੋ ਉਸਨੇ ਉਹਨੂੰ ਕਿਹਾ ਸੀ ਕਿ ਹੇ ਭ੍ਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਨਿਕਲ ਜਾ। ਫਿਰ ਉਸਨੇ ਉਹਨੂੰ ਪੁੱਛਿਆ, ਤੇਰਾ ਕੀ ਨਾਂ ਹੈ? ਉਸਨੇ ਉਸਨੂੰ ਕਿਹਾ, ਮੇਰਾ ਨਾਂ ਲਸ਼ਕਰ ਹੈ, ਕਿਉਂ ਜੋ ਅਸੀਂ ਬਹੁਤੇ ਹਾਂ। ਅਤੇ ਉਸਨੇ ਉਹਦੀਆਂ ਬਹੁਤ ਮਿੰਨਤਾਂ ਕੀਤੀਆਂ, ਭਾਈ ਸਾਨੂੰ ਇਸ ਦੇਸ਼ ਵਿੱਚੋਂ ਨਾ ਕੱਢ। ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ ਅਤੇ ਉਹਨਾਂ ਉਸਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਘੱਲ ਦੇ ਤਾਂ ਜੋ ਅਸੀਂ ਉਹਨਾਂ ਵਿੱਚ ਜਾ ਵੜੀਏ। ਅਤੇ ਉਸਨੇ ਉਹਨਾਂ ਨੂੰ ਜਾਣ ਦਿੱਤਾ। ਤਾਂ ਭ੍ਰਿਸ਼ਟ ਆਤਮੇ ਉਸ ਮਨੁੱਖ ਵਿੱਚੋਂ ਨਿਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਇੱਜੜ ਟਾਹੇ ਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਔਰ ਉਹ ਗਿਣਤੀ ਵਿੱਚ 2,000 ਸਨ ਅਤੇ ਉਹ ਝੀਲ ਵਿੱਚ ਡੁੱਬ ਮਰੇ ਸਨ। ਤਦ ਉਹਨਾਂ ਦੇ ਚੁਗਾਉਣ ਵਾਲਿਆਂ ਨੇ ਨੱਠ ਕੇ ਨਗਰ ਅਤੇ ਪਿੰਡਾਂ ਵਿੱਚ ਖਬਰ ਪਹੁੰਚਾਈ ਔਰ ਲੋਕ ਇਹ ਵੇਖਣ ਨੂੰ ਨਿਕਲੇ ਜੋ ਕੀ ਹੋਇਆ ਹੈ। ਅਤੇ ਯਿਸੂ ਦੇ ਕੋਲ ਆਣ ਕੇ ਉਸ ਭੂਤ ਵਾਲੇ ਆਦਮੀ ਨੂੰ, ਜਿਸ ਉੱਤੇ ਲਸ਼ਕਰ ਦਾ ਸਾਇਆ ਸੀ, ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਬੈਠਾ ਵੇਖਿਆ ਅਤੇ ਉਹ ਡਰ ਗਏ। ਤਾਂ ਵੇਖਣ ਵਾਲਿਆਂ ਨੇ ਉਸ ਨੂੰ ਭੂਤ ਵਾਲੇ ਦੀ ਵਾਰਤਾ ਅਤੇ ਸੂਰਾਂ ਦਾ ਹਵਾਲਾ ਦੱਸਿਆ। ਤਦ ਉਹ ਉਸ ਦੀ ਮਿੰਨਤ ਕਰਕੇ ਕਹਿਣ ਲੱਗੇ, ਜੋ ਸਾਡੀ ਹੱਦੋਂ ਬਾਹਰ ਨਿਕਲ ਜਾਓ। ਅਤੇ ਜਿਉਂ ਹੀ ਉਹ ਬੇੜੀ ਉੱਤੇ ਚੜ੍ਹਨ ਲੱਗਾ ਤਾਂ ਉਸ ਭੂਤ ਵਾਲੇ ਨੇ ਉਸ ਦੇ ਨਾਲ ਰਹਿਣ ਦੀ ਉਸ ਅੱਗੇ ਬੇਨਤੀ ਕੀਤੀ। ਉਸ ਨੇ ਉਹਨੂੰ ਰਹਿਣ ਨਾ ਦਿੱਤਾ, ਪਰ ਉਹਨੂੰ ਆਖਿਆ, ਆਪਣੇ ਘਰ ਆਪਣੇ ਸਾਕਾਂ ਕੋਲ ਜਾ ਅਤੇ ਉਹਨਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕਿੱਡੇ ਵੱਡੇ ਕੰਮ ਕੀਤੇ ਹਨ ਔਰ ਤੇਰੇ ਤੇ ਦਇਆ ਕੀਤੀ ਹੈ। ਤਾਂ ਉਹ ਚਲਾ ਗਿਆ ਔਰ ਦੀਕਾਪੁਲਿਸ ਵਿੱਚ ਪ੍ਰਚਾਰ ਕਰਨ ਲੱਗਾ, ਜੋ ਯਿਸੂ ਨੇ ਮੇਰੇ ਲਈ ਕਿੱਡੇ ਵੱਡੇ ਕੰਮ ਕੀਤੇ ਹਨ। ਜਦ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇਕੱਠੀ ਹੋਈ ਅਤੇ ਉਹ ਝੀਲ ਦੇ ਕੰਢੇ ਉੱਤੇ ਸੀ। ਔਰ ਸਮਾਜ ਦੇ ਸਰਦਾਰਾਂ ਵਿੱਚੋਂ ਜੈਰੁਸ ਨਾਮੇ ਇੱਕ ਮਨੁੱਖ ਆਇਆ ਔਰ ਉਹਨੂੰ ਵੇਖ ਕੇ ਉਹਦੇ ਪੈਰੀ ਪੈ ਗਿਆ ਅਤੇ ਉਹਨੂੰ ਬਹੁਤ ਮਿੰਨਤ ਕੀਤੀ, ਜੋ ਮੇਰੀ ਛੋਟੀ ਕਾਕੀ ਮਰਨਾਊ ਹੈ ਅਤੇ ਚੱਲ ਕੇ ਉਹਦੇ ਉੱਤੇ ਹੱਥ ਰੱਖ, ਕਿਉਂ ਜੋ ਉਹ ਚੰਗੀ ਹੋ ਜਾਵੇ ਅਤੇ ਉਹ ਜਿਉਂਦੀ ਰਹੇ। ਤਦ ਉਹ ਉਸ ਦੇ ਨਾਲ ਚਲਾ ਗਿਆ ਔਰ ਵੱਡੀ ਭੀੜ ਉਹਦੇ ਮਗਰ ਤੁਰ ਪਈ ਅਤੇ ਉਹਨੂੰ ਦਬਾਈ ਜਾਂਦੀ ਸੀ। ਤਦ ਇੱਕ ਜਨਾਨੀ, ਜਿਹਨੂੰ 12 ਵਰ੍ਹਿਆਂ ਤੋਂ ਲਹੂ ਆਉਂਦਾ ਸੀ ਔਰ ਜਿਹਨੇ ਬਹੁਤ ਹਕੀਮਾਂ ਹੱਥੋਂ ਵੱਡਾ ਦੁੱਖ ਪਾਇਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ, ਪਰ ਕੁਝ ਵੀ ਆਰਾਮ ਨਾ ਆਇਆ, ਸਗੋਂ ਹੋਰ ਵੀ ਮਾੜਾ ਹਾਲ ਹੋ ਗਿਆ। ਉਹ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਆਈ ਅਤੇ ਉਹਦਾ ਕੱਪੜਾ ਛੋਹ ਲਿਆ, ਕਿਉਂ ਜੋ ਉਹਨੇ ਆਖਿਆ ਸੀ, ਜੇ ਮੈਂ ਨਿਰਾ ਉਹਦੇ ਕੱਪੜੇ ਨੂੰ ਹੀ ਛੂਹ ਲਵਾਂਗੀ ਤਾਂ ਚੰਗੀ ਹੋ ਜਾਵਾਂਗੀ। ਅਤੇ ਉਵੇਂ ਹੀ ਉਹਦੇ ਲਹੂ ਦਾ ਬਹਾ ਸੁੱਕ ਗਿਆ ਔਰ ਉਹਨੇ ਆਪਣੇ ਸਰੀਰ ਵਿੱਚ ਮਾਲੂਮ ਕੀਤਾ, ਜੋ ਮੈਂ ਇਸ ਬਲਾ ਤੋਂ ਛੁੱਟੀ ਹਾਂ। ਅਤੇ ਯਿਸੂ ਨੇ ਉਸੇ ਵੇਲੇ ਆਪਣੇ ਮਨ ਵਿੱਚ ਜਾਣ ਕੇ, ਜੋ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ, ਉਸ ਭੀੜ ਦੀ ਵੱਲ ਮੂੰਹ ਕਰਕੇ ਕਿਹਾ, ਮੇਰੇ ਕੱਪੜੇ ਨੂੰ ਕਿੰਨੇ ਛੂਹਿਆ ਹੈ? ਅਤੇ ਚੇਲਿਆਂ ਨੇ ਉਹਨੂੰ ਆਖਿਆ, ਤੂੰ ਵੇਖਦਾ ਹੈ ਜੋ ਲੋਕ ਤੈਨੂੰ ਦਬਾਉਂਦੇ ਹਨ, ਫਿਰ ਤੂੰ ਕਹਿੰਦਾ ਹੈ ਕਿ ਮੈਨੂੰ ਕਿੰਨੇ ਛੂਹਿਆ ਹੈ? ਅਤੇ ਉਹਨੇ ਇੱਧਰ ਉੱਧਰ ਨਜ਼ਰ ਮਾਰੀ, ਪਰ ਇਸ ਕੰਮ ਕਰਨ ਵਾਲੀ ਨੂੰ ਵੇਖੇ। ਤਦ ਉਹ ਜਨਾਨੀ ਜੋ ਕੁਝ ਉਹਦੇ ਉੱਤੇ ਬੀਤਿਆ ਸੀ ਜਾਣ ਕੇ ਡਰਦੀ ਅਤੇ ਕੰਬਦੀ ਆਈ ਅਤੇ ਉਹਦੇ ਚਰਨਾਂ ਦੇ ਉੱਤੇ ਡਿੱਗ ਪਈ ਅਤੇ ਸਾਰੀ ਹਕੀਕਤ ਉਸਨੂੰ ਦੱਸ ਦਿੱਤੀ। ਤਾਂ ਉਸਨੇ ਉਸ ਨੂੰ ਆਖਿਆ, ਹੇ ਬੇਟੀ, ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾ ਅਤੇ ਆਪਣੀ ਬਲਾ ਤੋਂ ਬਚੀ ਰਹਿ। ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ ਹੈ, ਗੁਰੂ ਨੂੰ ਕਿਉਂ ਹੋਰ ਖੇਚਲ ਪਾਉਂਦਾ ਹੈ? ਪਰ ਯਿਸੂ ਨੇ ਉਸ ਦੀ ਗੱਲ ਜੋ ਉਸਦੇ ਆਖੇ ਸਨ ਪਰਵਾਹ ਨਾ ਕਰਕੇ ਸਮਾਜ ਦੇ ਸਰਦਾਰਾਂ ਨੂੰ ਆਖਿਆ, ਨਾ ਡਰ, ਕੇਵਲ ਨੇਚਾ ਕਰ। ਤਾਂ ਉਸਨੇ ਪਤਰਸ ਔਰ ਯਾਕੂਬ ਦੇ ਭਰਾ ਯੂਹੰਨਾ ਦੇ ਬਿਨਾਂ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ। ਅਤੇ ਜਦ ਉਹ ਸਮਾਜ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸਨੇ ਰੌਲਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕਰਲਾਉਂਦੇ ਵੇਖਿਆ ਅਤੇ ਅੰਦਰ ਜਾ ਕੇ ਉਹਨਾਂ ਨੂੰ ਆਖਿਆ, ਤੁਸੀਂ ਕਾਹਨੂੰ ਰੌਲਾ ਪਾਉਂਦੇ ਹੋ? ਕਿਉਂ ਰੋਂਦੇ ਹੋ? ਕੁੜੀ ਮਰੀ ਨਹੀਂ, ਪਰ ਸੁੱਤੀ ਹੋਈ ਹੈ। ਤਾਂ ਉਹ ਸਭ ਉਸ ਉੱਤੇ ਹੱਸੇ, ਪਰ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਓ ਨੂੰ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ ਔਰ ਉਸਨੇ ਕੁੜੀ ਦਾ ਹੱਥ ਫੜ ਕੇ ਉਹਨੂੰ ਕਿਹਾ, ਤਲੀਥਾ ਕੁਮੀ, ਜਿਹਦਾ ਅਰਥ ਹੈ,
हे कन्या, मैं तैनूं आखदा हां, उठ। ਉਹ ਕੁੜੀ ਝੱਟ ਉੱਠ ਕੇ ਖੜੀ ਹੋਈ ਅਤੇ ਤੁਰਨ ਫਿਰਨ ਲੱਗੀ, ਕਿਉਂ ਜੋ ਉਹ 12 ਵਰ੍ਹਿਆਂ ਦੀ ਸੀ। ਅਤੇ ਉਵੇਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋਏ। ਅਤੇ ਉਸਨੇ ਉਹਨਾਂ ਨੂੰ ਤਕੀਦ ਨਾਲ ਹੁਕਮ ਕੀਤਾ, ਭਾਈ ਕੋਈ ਇਹ ਗੱਲ ਨਾ ਜਾਣੇ, ਅਤੇ ਆਖਿਆ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ। 6ਵਾਂ ਬਾਪ। ਫਿਰ ਉਹ ਉੱਥੋਂ ਤੁਰ ਕੇ ਆਪਣੇ ਦੇਸ਼ ਵਿੱਚ ਆਇਆ, ਔਰ ਉਹਦੇ ਚੇਲੇ ਉਹਦੇ ਪਿੱਛੇ ਹੋ ਤੁਰੇ। ਜਦ ਸਬਤ ਦਾ ਦਿਨ ਹੋਇਆ ਤਾਂ ਉਹ ਸਮਾਜ ਵਿੱਚ ਉਪਦੇਸ਼ ਦੇਣ ਲੱਗਾ, ਅਤੇ ਬਹੁਤ ਸਾਰੇ ਸੁਣ ਕੇ ਹੈਰਾਨ ਹੋ ਗਏ ਅਤੇ ਬੋਲੇ ਕਿ ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ ਹਨ, ਅਤੇ ਇਹ ਕਿਹੋ ਜਿਹਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ ਹੈ, ਔਰ ਇਹੋ ਜਿਹੀਆਂ ਕਰਾਮਾਤਾਂ ਜੋ ਉਹਦੇ ਕੋਲ ਕਿੱਥੋਂ ਆਈਆਂ ਹਨ, ਕੀ ਹਨ? ਭਲਾ ਇਹ ਤਰਖਾਨ ਦਾ ਪੁੱਤਰ ਨਹੀਂ, ਮਰੀਅਮ ਦਾ ਪੁੱਤਰ ਨਹੀਂ, ਯਕੂਬ ਔਰ ਯੋਮੇਸ ਔਰ ਯਹੂਦਾ ਔਰ ਸ਼ਮੋਨ ਦਾ ਭਰਾ ਨਹੀਂ, ਅਤੇ ਉਸ ਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ? ਸੋ ਉਹਨਾਂ ਉਸ ਤੋਂ ਠੋਕਰ ਖਾਧੀ। ਯਿਸੂ ਨੇ ਉਹਨਾਂ ਨੂੰ ਆਖਿਆ, ਨਬੀ ਆਪਣੇ ਦੇਸ਼ ਅਤੇ ਆਪਣੇ ਅੰਗ ਸਾਕ ਅਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਿਆਦਰ ਨਹੀਂ ਹੁੰਦਾ। ਔਰ ਉਹ ਉੱਥੇ ਕੋਈ ਕਰਾਮਾਤ ਨਾ ਵਿਖਾ ਸਕਿਆ, ਪਰ ਥੋੜੇ ਜਿਹੇ ਰੋਗੀਆਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕੀਤਾ। ਅਤੇ ਉਸਨੇ ਉਹਨਾਂ ਦੀ ਬੇਪਰਤੀਤੀ ਉੱਤੇ ਅਚਰਜ ਮੰਨਿਆ, ਔਰ ਉਹਨਾਂ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਵਿੱਚ ਉਪਦੇਸ਼ ਦਿੰਦਾ ਫਿਰਿਆ। ਫਿਰ ਉਹ ਉਹਨਾਂ 12 ਚੇਲਿਆਂ ਨੂੰ ਕੋਲ ਸੱਦ ਕੇ ਉਹਨਾਂ ਨੂੰ 2-2 ਕਰਕੇ ਭੇਜਣ ਲੱਗਾ, ਔਰ ਉਸਨੇ ਉਹਨਾਂ ਨੂੰ ਭ੍ਰਿਸ਼ਟ ਆਤਮਾ ਉੱਤੇ ਅਖਤਿਆਰ ਦਿੱਤਾ, ਅਤੇ ਉਹਨਾਂ ਨੂੰ ਹੁਕਮ ਦਿੱਤਾ, ਭਈ ਰਾਹ ਦੇ ਲਈ ਲਾਠੀ ਬਿਨਾਂ ਹੋਰ ਕੁਝ ਨਾ ਲਓ, ਨਾ ਰੋਟੀ, ਨਾ ਝੋਲਾ, ਨਾ ਕੁਝ ਨਗਦੀ, ਨਾ ਕੁਝ ਕਮਰ ਕੱਸੇ ਵਿੱਚ, ਪਰ ਜੁੱਤੀ ਪਾਓ ਅਤੇ 2 ਕੁੜਤੇ ਨਾ ਪਹਿਨੋ। ਉਸਨੇ ਉਹਨਾਂ ਨੂੰ ਆਖਿਆ ਕਿ ਜਿੱਥੇ ਤੁਸੀਂ ਘਰ ਵਿੱਚ ਜਾਓ, ਜਿੰਨਾ ਚਿਰ ਉੱਥੋਂ ਤੁਰ ਨਾ ਸਕੇ ਉੱਥੇ ਟਿਕੇ ਰਹੋ, ਪਰ ਜਿੱਥੇ ਕਿਤੇ ਤੁਹਾਨੂੰ ਕੋਈ ਕਬੂਲ ਨਾ ਕਰੇ ਅਤੇ ਤੁਹਾਡੀ ਨਾ ਸੁਣਨ, ਉੱਥੋਂ ਨਿਕਲ ਕੇ ਉਹਨਾਂ ਦੀ ਸਾਖੀ ਲਈ ਪੈਰਾਂ ਦੀ ਧੂੜ ਝਾੜ ਸੁੱਟੋ। ਤਾਂ ਉਹ ਬਾਹਰ ਜਾ ਕੇ ਪ੍ਰਚਾਰ ਕਰਨ ਲੱਗੇ ਕਿ ਤੌਬਾ ਕਰਨ, ਔਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ, ਅਤੇ ਬਹੁਤ ਸਾਰਿਆਂ ਰੋਗੀਆਂ ਨੂੰ ਤੇਲ ਮਲ ਕੇ ਉਹਨਾਂ ਨੂੰ ਚੰਗਾ ਕੀਤਾ। ਰਾਜਾ ਹੈਰੋਦੇਸ ਨੇ ਸੁਣਿਆ, ਕਿਉਂ ਜੋ ਉਹਦਾ ਨਾਮ ਬਹੁਤ ਉਜਾਗਰ ਹੋ ਗਿਆ ਸੀ, ਤਦ ਉਸਨੇ ਆਖਿਆ, ਇਹ ਯਹੂਨਾ ਬਪਤਿਸਮਾ ਦੇਣ ਵਾਲਾ ਹੈ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਅਤੇ ਇਸੇ ਲਈ ਇਹ ਸ਼ਕਤੀਆਂ ਉਹਦੇ ਵਿੱਚ ਕੰਮ ਕਰ ਰਹੀਆਂ ਹਨ। ਹੋਰਨਾਂ ਆਖਿਆ ਜੋ ਏਲੀਆ ਹੈ, ਦੂਜਿਆਂ ਨੇ ਕਿਹਾ ਕਿ ਇਹ ਨਬੀ ਹੋਰਨਾਂ ਨਬੀਆਂ ਵਰਗਾ ਹੈ। ਪਰ ਹੈਰੋਦੇਸ ਨੇ ਸੁਣ ਕੇ ਕਿਹਾ, ਯਹੂਨਾ ਜਿਹਦਾ ਸਿਰ ਮੈਂ ਵਡਵਾਇਆ ਸੀ, ਉਹ ਜੀ ਉੱਠਿਆ ਹੈ। ਕਿਉਂਕਿ ਹੈਰੋਦੇਸ ਨੇ ਆਪਣੇ ਭਾਈ ਫਿਲਿਪੁਸ ਦੀ ਤੀਵੀ ਹੈਰੋਦਿਆਸ ਦੇ ਕਾਰਨ ਉਸ ਨੂੰ ਵਿਆਹ ਕਰ ਲਿਆ ਸੀ, ਅਤੇ ਆਪੇ ਲੋਕਾਂ ਨੂੰ ਭੇਜ ਕੇ ਯਹੂਨਾ ਨੂੰ ਫੜਵਾਇਆ ਅਤੇ ਉਹਨੂੰ ਕੈਦਖਾਨੇ ਵਿੱਚ ਬੰਦ ਕੀਤਾ। ਇਸ ਲਈ ਜੋ ਯਹੂਨਾ ਨੇ ਹੈਰੋਦੇਸ ਨੂੰ ਆਖਿਆ ਸੀ, ਭਾਈ ਆਪਣੇ ਭਾਈ ਦੀ ਤੀਵੀ ਦਾ ਰੱਖਣਾ ਤੈਨੂੰ ਯੋਗ ਨਹੀਂ, ਤਾਂ ਹੈਰੋਦਿਆਸ ਉਸ ਨਾਲ ਵੈਰ ਰੱਖਦੀ ਅਤੇ ਉਹਨੂੰ ਮਾਰ ਸੁੱਟਣਾ ਚਾਹੁੰਦੀ ਸੀ, ਪਰ ਵਸ ਨਹੀਂ ਸੀ ਚੱਲਦਾ, ਕਿਉਂ ਜੋ ਹੈਰੋਦੇਸ ਯਹੂਨਾ ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਸੀ, ਔਰ ਉਹਦੀ ਰੱਖਿਆ ਕਰਦਾ ਸੀ, ਅਤੇ ਉਹਦੀ ਸੁਣ ਕੇ ਬਹੁਤ ਦੁਬਦੇ ਵਿੱਚ ਪੈ ਜਾਂਦਾ, ਪਰ ਖੁਸ਼ੀ ਦੇ ਕਾਰਨ ਉਹਦੀ ਸੁਣਦਾ ਸੀ। ਔਰ ਦਾਊਦ ਦਾ ਦਿਨ ਆ ਪਹੁੰਚਿਆ, ਜਦ ਹੈਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਈਜ਼ਾਂ ਨੂੰ ਦਾਵਤ ਦਿੱਤੀ। ਔਰ ਜਦ ਹੈਰੋਦਿਆਸ ਦੀ ਧੀ ਆਪਣੇ ਅੰਦਰ ਆਣ ਕੇ ਨੱਚੀ ਅਤੇ ਹੈਰੋਦੇਸ ਉਹਦੇ ਨਾਲ ਬੈਠਣ ਵਾਲਿਆਂ ਨੂੰ ਰਿਝਾਇਆ, ਤਦ ਰਾਜਾ ਨੇ ਕੁੜੀ ਨੂੰ ਕਿਹਾ, ਜੋ ਤੂੰ ਚਾਹੇ ਮੈਥੋਂ ਮੰਗ, ਤਾਂ ਮੈਂ ਤੈਨੂੰ ਦੇ ਦਿਆਂਗਾ। ਔਰ ਉਹਦੇ ਅੱਗੇ ਸਹੁੰ ਖਾਧੀ, ਭਈ ਜੋ ਕੁਛ ਮੰਗੇ ਆਪਣੇ ਅੱਧੇ ਰਾਜ ਤਿੱਕਰ ਵੀ ਤੈਨੂੰ ਦੇ ਦਿਆਂਗਾ। ਤਦ ਉਸਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾ? ਉਹ ਬੋਲੀ, ਯਹੂਨਾ ਬਪਤਿਸਮਾ ਦੇਣ ਵਾਲੇ ਦਾ ਸਿਰ। ਤਦ ਉਹ ਫੁਰਤੀ ਨਾਲ ਉਸੇ ਵੇਲੇ ਰਾਜਾ ਕੋਲ ਫਿਰ ਅੰਦਰ ਗਈ ਅਤੇ ਅਰਜ਼ ਕਰਕੇ ਕਿਹਾ, ਮੈਂ ਚਾਹੁੰਦੀ ਹਾਂ ਜੋ ਤੁਸੀਂ ਇੱਕ ਥਾਲ ਵਿੱਚ ਯਹੂਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦੇ ਦਿਓ। ਤਦ ਰਾਜਾ ਬਹੁਤ ਉਦਾਸ ਹੋਇਆ, ਪਰ ਉਹਨੇ ਆਪਣੀ ਸਹੁੰ ਅਤੇ ਨਾਲ ਬੈਠਣ ਵਾਲਿਆਂ ਦੀ ਖਾਤਰ ਉਸ ਨੂੰ ਨਾ ਕਰਨੀ ਨਹੀਂ ਚਾਹੁੰਦਾ। ਤਦ ਰਾਜਾ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਜੋ ਉਹਦਾ ਸਿਰ ਲਿਆਏ। ਤਦ ਉਹਨੇ ਜਾ ਕੇ ਉਹ ਕੈਦਖਾਨੇ ਵਿੱਚ ਉਸ ਦਾ ਸਿਰ ਵੱਢਿਆ ਅਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ, ਔਰ ਕੁੜੀ ਨੂੰ ਦਿੱਤਾ। ਔਰ ਕੁੜੀ ਨੇ ਆਪਣੀ ਮਾਂ ਨੂੰ, ਅਤੇ ਉਹਦੇ ਚੇਲੇ ਸੁਣ ਕੇ ਆਏ, ਔਰ ਉਹਦੀ ਲੋਥ ਚੁੱਕ ਕੇ ਉਸ ਨੂੰ ਕਬਰ ਵਿੱਚ ਰੱਖਿਆ। ਫਿਰ ਰਸੂਲ ਯਿਸੂ ਦੇ ਕੋਲ ਇਕੱਠੇ ਹੋਏ, ਅਤੇ ਜੋ ਕੁਝ ਉਹਨਾਂ ਨੇ ਕੀਤਾ ਸੀ ਔਰ ਜੋ ਕੁਝ ਉਹਨਾਂ ਨੂੰ ਉਪਦੇਸ਼ ਦਿੱਤਾ ਸੀ, ਉਹ ਸਭ ਉਹਨਾਂ ਨੂੰ ਦੱਸਿਆ। ਤਾਂ ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਆਪ ਉਜਾੜ ਵਿੱਚ ਅਲੱਗ ਚਲੇ ਜਾਓ ਅਤੇ ਰਤੀ ਖੂਹ ਸਤਾਓ,
ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਹਨ ਅਤੇ ਉਹਨਾਂ ਨੂੰ ਰੋਟੀ ਖਾਣ ਦਾ ਵੀ ਵੇਲਾ ਨਹੀਂ ਸੀ ਹੁੰਦਾ। ਸੋ ਉਹ ਬੇੜੀ ਉੱਤੇ ਚੜ੍ਹ ਕੇ ਉਜਾੜ ਥਾਂ ਵਿੱਚ ਅਲੱਗ ਚਲੇ ਗਏ। ਪਰ ਲੋਕਾਂ ਨੇ ਉਹਨੂੰ ਜਾਂਦੇ ਵੇਖਿਆ ਅਤੇ ਬਹੁਤਿਆਂ ਨੇ ਉਹਨਾਂ ਨੂੰ ਪਛਾਣ ਲਿਆ ਔਰ ਸਾਰਿਆਂ ਨਗਰਾਂ ਤੋਂ ਪੈਦਲ ਉੱਧਰ ਨੂੰ ਇੱਕ ਸੰਗ ਦੌੜੇ ਅਤੇ ਉਹਨਾਂ ਤੋਂ ਅੱਗੇ ਹੀ ਜਾ ਪਹੁੰਚੇ। ਤਾਂ ਉਸਨੇ ਨਿਕਲ ਕੇ ਇੱਕ ਵੱਡੀ ਭੀੜ ਵੇਖੀ ਔਰ ਉਹਨਾਂ ਉੱਤੇ ਤਰਸ ਖਾਧਾ। ਇਸ ਲਈ ਜੋ ਉਹਨਾਂ ਭੇਡਾਂ ਵਾਂਗੂ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ, ਉਹ ਉਹਨਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ। ਔਰ ਜਦ ਦਿਨ ਬਹੁਤ ਟਲ ਗਿਆ ਤਾਂ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਹੁਣ ਬਹੁਤ ਦਿਨ ਟਲ ਪਿਆ ਹੈ। ਇਹਨਾਂ ਨੂੰ ਵਿਦਿਆ ਕਰ ਅਤੇ ਆਲੇ ਦੁਆਲੇ ਦੇ ਗਰਾਵਾਂ ਵਿੱਚ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਮੁੱਲ ਲੈਣ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਹਨਾਂ ਨੂੰ ਕੁਝ ਖਾਣ ਨੂੰ ਦਿਓ। ਪਰ ਉਹਨਾਂ ਨੇ ਉਸ ਨੂੰ ਆਖਿਆ, ਭਲਾ ਅਸੀਂ ਜਾ ਕੇ 100 ਰੁਪਏ ਦੀਆਂ ਰੋਟੀਆਂ ਲੈ ਕੇ ਇਹਨਾਂ ਨੂੰ ਖਵਾਈਏ। ਉਸਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਵੇਖੋ। ਤਾਂ ਉਹਨਾਂ ਨੇ ਮਾਲੂਮ ਕਰਕੇ ਕਿਹਾ, 5 ਰੋਟੀਆਂ ਅਤੇ 2 ਮੱਛੀਆਂ ਹਨ। ਤਾਂ ਉਸਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਸਭੇ ਹਰੇ ਘਾਹ ਉੱਤੇ ਬੈਠ ਜਾਣ। ਔਰ ਉਹਨਾਂ ਦੀ 100 ਅਤੇ 50 ਦੀ ਪਾਲ ਬੈਠ ਗਈ। ਤਾਂ ਉਸਨੇ ਉਹ 5 ਰੋਟੀਆਂ ਅਤੇ 2 ਮੱਛੀਆਂ ਲੈ ਕੇ ਆਕਾਸ਼ ਵੱਲ ਵੇਖਿਆ ਔਰ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦਾ ਗਿਆ। ਅਤੇ 2 ਮਛਲੀਆਂ ਉਹਨੇ ਸਭਨਾਂ ਨੂੰ ਵਿੱਚ ਵੰਡੀਆਂ ਅਤੇ ਸਾਰੇ ਖਾ ਕੇ ਰੱਜ ਗਏ ਅਤੇ ਉਹਨਾਂ ਦੇ ਟੁਕੜਿਆਂ ਦੀਆਂ 12 ਟੋਕਰੀਆਂ ਭਰੀਆਂ ਹੋਈਆਂ ਉਠਾਈਆਂ ਅਤੇ ਕੁਝ ਮੱਛੀਆਂ ਵਿੱਚੋਂ ਵੀ ਉਠਾਈਆਂ ਅਤੇ ਰੋਟੀਆਂ ਦੇ ਖਾਣ ਵਾਲੇ 5000 ਮਰਦ ਸਨ। ਫਿਰ ਉਹਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ, ਭਾਈ ਜਦ ਤਿਕਰ ਮੈਂ ਭੀੜ ਨੂੰ ਵਿਦਿਆ ਕਰਾਂ, ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਬੈਤਸੈਦਾ ਨੂੰ ਪਾਰ ਲੰਘੋ। ਅਤੇ ਉਹਨਾਂ ਨੂੰ ਤੋਰ ਕੇ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ। ਔਰ ਜਦ ਸਾਂਝ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਹੀ ਸੀ ਅਤੇ ਉਹ ਇਕੱਲਾ ਹੀ ਕੰਢੇ ਉੱਤੇ ਸੀ। ਜਦ ਉਸਨੇ ਉਹਨਾਂ ਨੂੰ ਚੱਪੇ ਲਾਉਣ ਵਿੱਚ ਔਖਾ ਵੇਖਿਆ, ਕਿਉਂ ਜੋ ਪੌਣ ਸਾਹਮਣੀ ਸੀ, ਤਾਂ ਰਾਤ ਦੇ ਪਿਛਲੇ ਪੈਰ ਉਹ ਝੀਲ ਉੱਤੋਂ ਤੁਰਿਆ ਉਹਨਾਂ ਦੀ ਵੱਲ ਆਇਆ ਅਤੇ ਉਹਨਾਂ ਦੇ ਅੱਗੋਂ ਵਧਣ ਨੂੰ ਕਰਦਾ ਸੀ। ਪਰ ਜਾਂ ਉਹਨਾਂ ਨੇ ਉਸ ਨੂੰ ਝੀਲ ਉੱਤੇ ਤੁਰਿਆ ਆਂਦਾ ਵੇਖਿਆ ਤਾਂ ਉਸ ਨੂੰ ਭੂਤ ਨਾ ਜਾਣ ਕੇ ਡੰਡਿਆ ਉੱਠੇ, ਕਿਉਂਕਿ ਉਹ ਸਭ ਇਸ ਨੂੰ ਵੇਖ ਕੇ ਘਬਰਾ ਗਏ ਸਨ। ਅਤੇ ਉਸਨੇ ਉਵੇਂ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਨੂੰ ਕਿਹਾ, ਹੌਸਲਾ ਰੱਖੋ, ਮੈਂ ਹਾਂ, ਨਾ ਡਰੋ। ਤਦ ਉਹ ਬੇੜੀ ਉੱਤੇ ਉਹਨਾਂ ਕੋਲ ਚੜ੍ਹ ਗਿਆ ਅਤੇ ਪੌਣ ਥੰਮ ਗਈ। ਤਦ ਉਹ ਆਪਣੇ ਮਨਾਂ ਵਿੱਚ ਡਾਢੇ ਅਚਰਜ ਹੋਏ, ਕਿਉਂ ਜੋ ਉਹਨਾਂ ਨੇ ਉਹਨਾਂ ਦੀ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ, ਪਰ ਉਹਨਾਂ ਦੇ ਦਿਲ ਸੁੰਨੇ ਹੋਏ ਸਨ। ਉਹ ਪਾਰ ਲੰਘ ਕੇ ਗਰਨੇਸਤ ਦੀ ਧਰਤੀ ਉੱਤੇ ਉਤਰੇ ਔਰ ਬੇੜੀ ਨੂੰ ਘਾਟ ਉੱਤੇ ਬੰਨਿਆ। ਜਦ ਉਹ ਬੇੜੀ ਉੱਤੇ ਉਤਰੇ ਤਾਂ ਲੋਕਾਂ ਨੇ ਉਸ ਨੂੰ ਝੱਟ ਸਿਆਣ ਲਿਆ ਔਰ ਉੱਥੇ ਸਾਰੇ ਉਸ ਦੇਸ਼ ਦੇ 4 ਪਾਸੇ ਦੌੜੇ, ਜਿੱਥੇ ਉਹ ਸੁਣਿਆ ਸੀ ਕਿ ਉਹ ਇੱਥੇ ਰੋਗੀਆਂ ਨੂੰ ਮੰਜੀ ਉੱਤੇ ਪਾ ਕੇ ਲੈ ਜਾਣ ਲੱਗੇ। ਔਰ ਉਹਦੇ ਜਿੱਥੇ ਕਿਤੇ ਪਿੰਡਾਂ ਜਾਂ ਨਗਰਾਂ ਜਾਂ ਗਰਾਵਾਂ ਵਿੱਚ ਵੜਦਾ ਸੀ, ਉੱਥੇ ਹੀ ਮੰਦਿਆਂ ਨੂੰ ਬਾਜ਼ਾਰਾਂ ਵਿੱਚ ਲਿਆ ਰੱਖਦੇ ਸਨ ਅਤੇ ਉਹਦੀ ਮਿੰਨਤ ਕਰਦੇ ਸਨ ਕਿ ਉਹਦੇ ਕੱਪੜੇ ਦਾ ਪੱਲਾ ਹੀ ਛੋਹਣਾ ਪਾਉਣ। ਔਰ ਜਿਨ੍ਹਾਂ ਨੇ ਉਸ ਨੂੰ ਛੂਹਿਆ ਸੋ ਚੰਗੇ ਹੋ ਗਏ। 7ਵਾਂ ਬਾਪ। ਫਰੀਸੀ ਔਰ ਕਈ ਗ੍ਰੰਥੀ ਯਰੂਸ਼ਲਮ ਤੋਂ ਆ ਕੇ ਉਹਦੇ ਕੋਲ ਇਕੱਠੇ ਹੋ ਗਏ ਅਤੇ ਉਹਨਾਂ ਨੇ ਉਹਦੇ ਕਿੰਨਿਆਂ ਚੇਲਿਆਂ ਨੂੰ ਅਸ਼ੁੱਧ ਅਰਥਾਤ ਅਣਧੋਤੇ ਹੱਥਾਂ ਨਾਲ ਰੋਟੀ ਖਾਂਦੇ ਵੇਖਿਆ ਸੀ, ਜੋ ਫਰੀਸੀ ਅਤੇ ਸਾਰੇ ਯਹੂਦੀ ਵੱਡਿਆਂ ਦੀ ਰੀਤ ਨੂੰ ਮੰਨ ਕੇ ਜਦ ਤੱਕ ਉਹ ਹੱਥਾਂ ਨੂੰ ਮਲ ਮਲ ਕੇ ਨਾ ਧੋ ਲੈਣ ਨਹੀਂ ਖਾਂਦੇ ਸਨ ਅਤੇ ਬਾਜ਼ਾਰੋਂ ਆਣ ਕੇ ਨਹੀਂ ਖਾਂਦੇ ਜਿੰਨਾ ਚਿਰ ਨਾ ਲੈ ਲੈਣ। ਅਤੇ ਬਥੇਰੀਆਂ ਹੋਰ ਗੱਲਾਂ ਜਿਹੜੀਆਂ ਉਹਨਾਂ ਨੂੰ ਮੰਨਣ ਲਈ ਕਬੂਲ ਕੀਤੀਆਂ ਹਨ, ਜਿਵੇਂ ਕਟੋਰਿਆਂ ਅਤੇ ਗੜਵੀਆਂ ਅਤੇ ਪਿੱਤਲ ਦੇ ਭਾਂਡਿਆਂ ਦਾ ਧੋਣਾ। ਤਦ ਫਰੀਸੀਆਂ ਅਤੇ ਗ੍ਰੰਥੀਆਂ ਨੇ ਉਹਨੂੰ ਪੁੱਛਿਆ, ਤੇਰੇ ਚੇਲੇ ਵੱਡਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਪਰ ਅਸ਼ੁੱਧ ਹੱਥੀਂ ਰੋਟੀ ਖਾਂਦੇ ਹਨ? ਉਸਨੇ ਉਹਨਾਂ ਨੂੰ ਆਖਿਆ, ਤੁਸਾਂ ਕਪਟੀਆਂ ਦੇ ਵਿਖੇ ਯਸ਼ਾਇਆ ਨਬੀ ਨੇ ਅੰਗਾਂ ਵਾਕ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਹਨਾਂ ਦੇ ਦਿਲ ਮੈਥੋਂ ਦੂਰ ਹਨ। ਉਹ ਵਿਰਥਾ ਹੀ ਮੇਰੀ ਉਪਾਸਨਾ ਕਰਦੇ ਹਨ। ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਛੱਡ ਕੇ ਮਨੁੱਖਾਂ ਦੀ ਰੀਤ ਨੂੰ ਮੰਨ ਲੈਂਦੇ ਹੋ। ਅਤੇ ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਚੰਗੀ ਤਰ੍ਹਾਂ ਟਾਲ ਦਿੰਦੇ ਹੋ, ਤਾਂ ਜੋ ਆਪਣੀ ਰੀਤ ਨੂੰ ਕਾਇਮ ਰੱਖੋ। ਕਿਉਂਕਿ ਮੂਸਾ ਨੇ ਕਿਹਾ ਹੈ ਕਿ ਆਪਣੇ ਪਿਤਾ ਅਤੇ ਆਪਣੀ ਮਾਂ ਦਾ ਆਦਰ ਕਰ, ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ। ਪਰ ਤੁਸੀਂ ਆਖਦੇ ਹੋ, ਜੋ ਕਿ ਮਨੁੱਖ ਪਿਤਾ ਜਾਂ ਮਾਤਾ ਨੂੰ ਕਹੇ, ਭਾਈ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਹੈ ਸੋ ਕੁਰਬਾਨ ਅਰਥਾਤ ਭੇਂਟ ਚੜਾ ਦਿੱਤਾ ਹੈ, ਤੁਸੀਂ ਫਿਰ ਉਹਨੂੰ ਉਹਦੇ ਪਿਤਾ ਜਾਂ ਮਾਤਾ ਲਈ ਕੁਝ ਨਹੀਂ ਕਰਨ ਦਿੰਦੇ।
ਇਸ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਰੀਤ ਨਾਲ ਤੁਸਾਂ ਚਲਾਈ ਹੈ ਅਕਰਥ ਕਰਦੇ ਹੋ ਅਤੇ ਹੋਰ ਬਥੇਰੇ ਇਹੋ ਜਿਹੇ ਕੰਮ ਹਨ ਜੋ ਤੁਸੀਂ ਕਰਦੇ ਹੋ। ਉਸਨੇ ਲੋਕਾਂ ਨੂੰ ਫੇਰ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਤੁਸੀਂ ਸਭ ਦੇ ਸਭ ਮੇਰੀ ਸੁਣੋ ਅਤੇ ਸਮਝੋ। ਇਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਮਨੁੱਖ ਨੂੰ ਬਾਹਰੋਂ ਅਤੇ ਉਹਦੇ ਅੰਦਰ ਜਾ ਕੇ ਉਹਨੂੰ ਭ੍ਰਿਸ਼ਟ ਕਰ ਸਕੇ, ਪਰ ਜਿਹੜੀਆਂ ਚੀਜ਼ਾਂ ਉਹਦੇ ਅੰਦਰੋਂ ਨਿਕਲਦੀਆਂ ਹਨ ਉਹ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਜਦ ਉਹ ਲੋਕਾਂ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਹਦੇ ਚੇਲਿਆਂ ਨੇ ਦ੍ਰਿਸ਼ਟਾਂਤ ਉਸ ਤੋਂ ਪੁੱਛਿਆ, ਤਾਂ ਉਸਨੇ ਉਹਨੂੰ ਕਿਹਾ, ਭਲਾ ਤੁਸੀਂ ਵੀ ਅਜਿਹੋ ਨਿਰਬੁੱਧ ਹੋ ਕਿ ਤੁਸੀਂ ਨਹੀਂ ਸਮਝਦੇ ਜੋ ਕੁਝ ਬਾਹਰੋਂ ਮਨੁੱਖ ਵਿੱਚ ਜਾਂਦਾ ਹੈ ਸੋ ਉਸ ਨੂੰ ਭ੍ਰਿਸ਼ਟ ਨਹੀਂ ਕਰ ਸਕਦਾ, ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਅਤੇ ਸਿਹਤਖਾਨੇ ਵਿੱਚ ਨਿਕਲ ਜਾਂਦਾ ਹੈ। ਅਤੇ ਇਹ ਕਹਿ ਕੇ ਉਹਨੇ ਆਪਣੇ ਸਾਰੇ ਭੋਜਨ ਅਸ਼ੁੱਧ ਠਹਿਰਾਏ। ਫਿਰ ਉਸਨੇ ਆਖਿਆ, ਜੋ ਮਨੁੱਖ ਨੂੰ ਅੰਦਰੋਂ ਨਿਕਲਦਾ ਹੈ ਸੋ ਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ, ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜਨਾਹਕਾਰੀਆਂ, ਲੋਭ, ਬਦੀਆਂ ਅਤੇ ਛਲ ਅਤੇ ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੂਰਖਤਾਈ ਨਿਕਲਦੀ ਹੈ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿਕਲਦੀਆਂ ਅਤੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਫਿਰ ਉਹ ਉੱਥੋਂ ਉੱਠ ਕੇ ਸੁਰ ਔਰ ਸੈਦਾ ਦੀਆਂ ਹੱਦਾਂ ਵਿੱਚ ਆਇਆ ਔਰ ਇੱਕ ਘਰ ਵਿੱਚ ਗਿਆ ਅਤੇ ਚਾਹੁੰਦਾ ਸੀ ਭਾਈ ਕਿਸੇ ਨੂੰ ਖਬਰ ਨਾ ਹੋਵੇ, ਪਰ ਉਹ ਲੁਕਿਆ ਨਾ ਰਹਿ ਸਕਿਆ, ਕਿਉਂ ਜੋ ਉਵੇਂ ਇੱਕ ਤੀਵੀ ਜਿਹਦੀ ਛੋਟੀ ਧੀ ਨੂੰ ਭ੍ਰਿਸ਼ਟ ਆਤਮਾ ਚੰਬੜਿਆ ਹੋਇਆ ਸੀ ਉਹਦੀ ਖਬਰ ਸੁਣ ਕੇ ਆਈ ਅਤੇ ਉਹਦੀ ਪੈਰੀ ਪਈ। ਉਹ ਤੀਵੀ ਯੂਨਾਨਨ ਅਤੇ ਜਨਮ ਦੀ ਸੂਰੀ ਫੈਨਿਕਨ ਸੀ। ਉਸਨੇ ਉਹਦੇ ਅੱਗੇ ਅਰਜ਼ ਕੀਤੀ, ਜੋ ਮੇਰੀ ਧੀ ਵਿੱਚੋਂ ਭੂਤ ਨੂੰ ਕੱਢ ਦਿਓ, ਪਰ ਉਹਨੇ ਉਸਨੂੰ ਕਿਹਾ, ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾਣ ਦੇ, ਕਿਉਂ ਜੋ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਣੀ ਅੱਛੀ ਨਹੀਂ। ਉਸਨੇ ਉਹਨੂੰ ਉੱਤਰ ਦਿੱਤਾ, ਠੀਕ ਹੈ ਪ੍ਰਭੂ ਜੀ, ਕਤੂਰੇ ਵੀ ਤਾਂ ਮੇਜ਼ ਤੇ ਬਾਲਕਾਂ ਦੇ ਝੂਰੇ ਪੂਰੇ ਖਾਂਦੇ ਹਨ। ਤਦ ਉਹਨੇ ਉਸਨੂੰ ਆਖਿਆ, ਇਸ ਗੱਲ ਦੇ ਕਾਰਨ ਚਲੀ ਜਾ, ਭੂਤ ਤੇਰੀ ਧੀ ਵਿੱਚੋਂ ਨਿਕਲ ਗਿਆ ਹੈ। ਅਤੇ ਉਸਨੇ ਆਪਣੇ ਘਰ ਜਾ ਕੇ ਵੇਖਿਆ ਜੋ ਲੜਕੀ ਮੰਜੇ ਉੱਤੇ ਲੰਮੀ ਪਈ ਹੋਈ ਸੀ ਅਤੇ ਭੂਤ ਉਸ ਵਿੱਚੋਂ ਨਿਕਲ ਗਿਆ। ਫਿਰ ਉਹ ਸੁਰ ਦੀਆਂ ਹੱਦਾਂ ਵਿੱਚੋਂ ਨਿਕਲ ਕੇ ਸੈਦਾ ਦੇ ਰਾਹ ਦੀਕਾ ਪੁਲਿਸ ਦੀਆਂ ਹੱਦਾਂ ਵਿੱਚੋਂ ਦੀ ਹੋ ਕੇ ਗਲੀਲ ਦੀ ਝੀਲ ਨੂੰ ਗਿਆ ਅਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਤੋਤਲਾ ਵੀ ਸੀ ਉਹਦੇ ਕੋਲ ਲਿਆ ਕੇ ਉਹਦੀ ਮਿੰਨਤ ਕੀਤੀ ਜੋ ਉਸ ਉੱਤੇ ਆਪਣਾ ਹੱਥ ਰੱਖੇ। ਉਹ ਉਸ ਨੂੰ ਭੀੜ ਤੋਂ ਅਲੱਗ ਲੈ ਗਿਆ ਔਰ ਆਪਣੀਆਂ ਉਂਗਲੀਆਂ ਉਹਦੇ ਕੰਨਾਂ ਵਿੱਚ ਰੱਖ ਦਿੱਤੀਆਂ ਅਤੇ ਥੁੱਕ ਕੇ ਉਹਦੀ ਜੀਭ ਛੋਹੀ ਅਤੇ ਆਕਾਸ਼ ਵੱਲ ਵੇਖ ਕੇ ਹੋਕਾ ਭਰਿਆ ਔਰ ਉਹਨੂੰ ਆਖਿਆ, ਇਫਤਾ ਅਰਥਾਤ ਖੁੱਲ ਜਾ। ਅਤੇ ਉਹਦੇ ਕੰਨ ਖੁੱਲ ਗਏ ਅਤੇ ਉਹਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ਼ ਬੋਲਣ ਲੱਗ ਪਿਆ। ਤਦ ਉਸਨੇ ਉਹਨਾਂ ਨੂੰ ਤਗੀਦ ਨਾਲ ਆਖਿਆ, ਭਾਈ ਕਿਸੇ ਕੋਲ ਨਾ ਕਹਿਣਾ। ਪਰ ਜਿੰਨੀ ਉਸਨੇ ਉਹਨੂੰ ਤਗੀਦ ਕੀਤੀ ਸੀ ਉਹ ਓਨਾ ਹੀ ਉਸ ਗੱਲ ਨੂੰ ਹੋਰ ਬਹੁਤਾ ਉਜਾਗਰ ਕਰਦੇ ਰਹੇ ਅਤੇ ਲੋਕ ਡਾਢੇ ਹੈਰਾਨ ਹੋ ਕੇ ਬੋਲੇ ਕਿ ਉਹਨੇ ਸਭੋ ਕੁਝ ਅੱਛਾ ਕੀਤਾ ਹੈ। ਉਹ ਬੋਲਿਆਂ ਨੂੰ ਸੁਣਨ ਅਤੇ ਗੁੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ। 8ਵਾਂ ਬਾਪ। ਉਹਨੀ ਦਿਨੀ ਜਾਂ ਫੇਰ ਭੀੜ ਵੱਡੀ ਹੋ ਗਈ ਅਤੇ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ ਸੀ, ਤਾਂ ਉਹਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂ ਜੋ ਉਹ ਹੁਣ 3 ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ। ਜੇ ਮੈਂ ਉਹਨਾਂ ਨੂੰ ਘਰਾਂ ਵੱਲ ਭੁੱਖਿਆਂ ਹੀ ਭੇਜ ਦਿਆਂ ਤਾਂ ਉਹ ਰਸਤੇ ਵਿੱਚ ਨਿਤਾਣੇ ਹੋ ਕੇ ਡਿੱਗ ਜਾਣਗੇ। ਅਤੇ ਕਈ ਉਹਨਾਂ ਵਿੱਚੋਂ ਦੂਰੋਂ ਆਏ ਸਨ। ਉਸਦੇ ਚੇਲਿਆਂ ਨੇ ਉਸਨੂੰ ਉੱਤਰ ਦਿੱਤਾ ਕਿ ਇਸ ਉਜਾੜ ਵਿੱਚੋਂ ਇਹਨਾਂ ਨੂੰ ਰੋਟੀਆਂ ਖਾਣ ਲਈ ਕਿੱਥੋਂ ਦਈਏ। ਅਤੇ ਉਹਨਾਂ ਨੇ ਉਹਨੂੰ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹ ਬੋਲੇ, 7। ਫਿਰ ਉਹਨਾਂ ਲੋਕਾਂ ਨੂੰ ਹੁਕਮ ਦਿੱਤਾ ਕਿ ਭਾਵੇਂ ਭੂਏ ਬੈਠ ਜਾਣ। ਤਾਂ ਉਹਨੇ ਉਹ 7 ਰੋਟੀਆਂ ਲਈਆਂ ਅਤੇ ਸ਼ੁਕਰ ਕਰਕੇ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਜੋ ਉਹਨਾਂ ਅੱਗੇ ਰੱਖਣ। ਸੋ ਉਹਨਾਂ ਨੇ ਲੋਕਾਂ ਅੱਗੇ ਰੱਖ ਦਿੱਤੀਆਂ। ਉਹਨਾਂ ਦੇ ਕੋਲ ਥੋੜੀਆਂ ਜਿਹੀਆਂ ਛੋਟੀਆਂ ਮੱਛੀਆਂ ਸਨ, ਸੋ ਉਹਨਾਂ ਨੇ ਉਸ ਉੱਤੇ ਬਰਕਤ ਦੇ ਕੇ ਕਿਹਾ, ਇਹ ਵੀ ਉਹਨਾਂ ਦੇ ਅੱਗੇ ਰੱਖੋ। ਉਹ ਖਾ ਕੇ ਰੱਜ ਗਏ ਅਤੇ ਬਚਿਆਂ ਹੋਏ ਟੁਕੜਿਆਂ ਨਾਲ ਉਹਨਾਂ ਦੇ 7 ਕਟੋਰੇ ਬਚ ਚੁੱਕੇ ਸਨ ਅਤੇ ਲੋਕ 4,000 ਸਨ। ਅਤੇ ਫਿਰ ਉਸਨੇ ਉਹਨਾਂ ਨੂੰ ਵਿਦਿਆ ਕੀਤਾ ਔਰ ਉਸੇ ਵੇਲੇ ਉਹ ਆਪਣੇ ਚੇਲਿਆਂ ਸਣੀ ਬੇੜੀ ਉੱਤੇ ਚੜ੍ਹ ਕੇ ਦਮਨੂਥਾ ਦੇ ਇਲਾਕੇ ਵਿੱਚ ਆਇਆ। ਤਦ ਫਰੀਸੀ ਨਿਕਲੇ ਅਤੇ ਉਸ ਦੇ ਪਰਤਾਉਣ ਲਈ ਆਕਾਸ਼ ਵੱਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਨਾਲ ਝਗੜਾ ਕਰਨ ਲੱਗੇ। ਅਤੇ ਉਸਨੇ ਆਪਣੇ ਆਤਮਾ ਦੀ ਹਿਉਕਾ ਭਰ ਕੇ ਕਿਹਾ, ਇਸ ਪੀੜ੍ਹੀ ਦੇ ਲੋਕ ਨਿਸ਼ਾਨ ਕਿਉਂ ਚਾਹੁੰਦੇ ਹਨ? ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਨਿਸ਼ਾਨ ਨਾ ਦਿੱਤਾ ਜਾਵੇਗਾ। ਅਤੇ ਉਹ ਉਹਨਾਂ ਨੂੰ ਛੱਡ ਕੇ ਫਿਰ ਬੇੜੀ ਉੱਤੇ ਚੜ੍ਹਿਆ ਅਤੇ ਪਾਰ ਚਲਾ ਗਿਆ। ਉਹ ਰੋਟੀ ਲੈਣੀ ਭੁੱਲ ਗਏ ਸਨ
ਅਤੇ ਬੇੜੀ ਵਿੱਚ ਇੱਕ ਰੋਟੀ ਦੇ ਬਿਨਾਂ ਉਹਨਾਂ ਕੋਲ ਹੋਰ ਕੁਝ ਨਾ ਸੀ। ਉਸਨੇ ਉਹਨਾਂ ਨੂੰ ਤਕੀਦ ਨਾਲ ਆਖਿਆ ਕਿ ਖਬਰਦਾਰ, ਫਰੀਸੀ ਦੇ ਖਮੀਰ ਤੇ ਅਤੇ ਹੈਰੋਦੇਸ ਦੇ ਖਮੀਰ ਤੋਂ ਚੌਕਸ ਰਹੋ। ਤਦ ਉਹ ਆਪੋ ਵਿੱਚ ਵਿਚਾਰ ਕਰਕੇ ਆਖਣ ਲੱਗੇ, ਭਾਈ ਸਾਡੇ ਕੋਲ ਤਾਂ ਜੋ ਰੋਟੀ ਨਹੀਂ। ਯਿਸੂ ਨੇ ਇਹ ਜਾਣ ਕੇ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਵਿਚਾਰ ਕਰਦੇ ਹੋ ਭਾਈ ਸਾਡੇ ਕੋਲ ਰੋਟੀ ਨਹੀਂ? ਭਲਾ ਤੁਸੀਂ ਅਜੇ ਨਹੀਂ ਜਾਣਦੇ ਅਤੇ ਨਹੀਂ ਸਮਝਦੇ ਹੋ? ਤੁਹਾਡਾ ਦਿਲ ਸੁੰਨ ਹੋ ਗਿਆ ਹੈ। ਅੱਖਾਂ ਦੇ ਹੁੰਦੇ ਸੁਣਦੇ ਵੀ ਤੁਸੀਂ ਕਿਉਂ ਨਹੀਂ ਵੇਖਦੇ, ਅਤੇ ਕੰਨਾਂ ਦੇ ਹੁੰਦਿਆਂ ਸੁਣਦਿਆਂ ਵੀ ਤੁਸੀਂ ਕਿਉਂ ਨਹੀਂ ਸੁਣਦੇ ਅਤੇ ਚੇਤੇ ਕਿਉਂ ਨਹੀਂ ਕਰਦੇ? ਜਦ ਮੈਂ ਉਹ 5 ਰੋਟੀਆਂ 5000 ਲਈ ਤੋੜੀਆਂ ਤਦ ਤੁਸਾਂ ਟੁਕੜਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਹੋਈਆਂ ਚੁੱਕੀਆਂ? ਉਹਨਾਂ ਉਸਨੂੰ ਆਖਿਆ 12। ਅਤੇ ਜਦ 7 ਰੋਟੀਆਂ 4000 ਲਈ ਤੋੜੀਆਂ ਤਦ ਤੁਸਾਂ ਕਿੰਨੇ ਟੋਕਰੇ ਭਰੇ ਹੋਏ ਚੁੱਕੇ? ਫਿਰ ਉਹਨਾਂ ਉਸਨੂੰ ਆਖਿਆ 7। ਅਤੇ ਤਦ ਉਸਨੇ ਉਹਨਾਂ ਨੂੰ ਕਿਹਾ, ਤੁਹਾਨੂੰ ਅਜੇ ਸਮਝ ਨਹੀਂ ਆਈ? ਫਿਰ ਉਹ ਬੈਤਸੈਦਾ ਵਿੱਚ ਆਏ ਅਤੇ ਲੋਕ ਇੱਕ ਅੰਨੇ ਨੂੰ ਉਹਦੇ ਕੋਲ ਲਿਆਏ ਔਰ ਉਹਦੀ ਮਿੰਨਤ ਕੀਤੀ ਜੋ ਉਹਨੂੰ ਛੂਹੇ। ਤਾਂ ਉਹ ਉਸ ਅੰਨੇ ਦਾ ਹੱਥ ਫੜ ਕੇ ਉਹਨੂੰ ਪਿੰਡੋਂ ਬਾਹਰ ਲੈ ਗਿਆ ਔਰ ਉਸ ਦੀਆਂ ਅੱਖੀਆਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਅਤੇ ਉਹਨੂੰ ਪੁੱਛਿਆ, ਤੈਨੂੰ ਕੁਝ ਦਿਸਦਾ ਹੈ? ਉਸਨੇ ਝੱਟ ਨਜ਼ਰ ਕਰਕੇ ਵੇਖਿਆ ਅਤੇ ਕਿਹਾ, ਮੈਂ ਮਨੁੱਖਾਂ ਨੂੰ ਵੇਖਦਾ ਹਾਂ, ਪਰ ਉਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਗੂ ਦਿਸਦੇ ਹਨ। ਤਦ ਉਹਨੇ ਫਿਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਅਤੇ ਉਸਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਹ ਸੁਜਾਖਾ ਹੋ ਕੇ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ। ਅਤੇ ਉਹਨੇ ਇਹ ਕਹਿ ਕੇ ਜੋ ਤੂੰ ਪਿੰਡ ਵਿੱਚ ਵੜਨਾ ਵੀ ਨਾ, ਉਸਨੂੰ ਉਸਦੇ ਘਰ ਵਿੱਚ ਘੱਲ ਦਿੱਤਾ। ਤਦ ਯਿਸੂ ਔਰ ਉਹਦੇ ਚੇਲੇ ਕੈਸਰੀਆ ਦੇ ਪਿੰਡ ਵਿੱਚ ਗਏ ਅਤੇ ਰਾਹ ਵਿੱਚ ਉਹਨੇ ਆਪਣੇ ਚੇਲਿਆਂ ਕੋਲੋਂ ਪੁੱਛਿਆ ਕਿ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ? ਤਾਂ ਉਹਨਾਂ ਉਸਨੂੰ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ, ਕਈ ਏਲੀਆ, ਕਈ ਨਬੀਆਂ ਵਿੱਚੋਂ ਕੋਈ। ਤਾਂ ਉਸਨੇ ਉਹਨਾਂ ਨੂੰ ਪੁੱਛਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉਹਨੂੰ ਉੱਤਰ ਦਿੱਤਾ, ਤੂੰ ਮਸੀਹ ਹੈ। ਤਦ ਉਸਨੇ ਉਹਨੂੰ ਤਕੀਦ ਕੀਤੀ, ਜੋ ਮੇਰੇ ਵਿਖੇ ਕਿਸੇ ਨੂੰ ਕੋਈ ਨਾ ਦੱਸੋ। ਫਿਰ ਉਹ ਉਹਨਾਂ ਨੂੰ ਸਿਖਾਲਣ ਲੱਗਾ, ਭਾਈ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੀ ਹੱਥੀਂ ਰੱਦਿਆ ਜਾਵੇ ਔਰ ਜਾਨੋਂ ਮਾਰਿਆ ਜਾਵੇ ਅਤੇ 3 ਦਿਨਾਂ ਪਿੱਛੋਂ ਜੀ ਉੱਠੇ। ਔਰ ਉਹਨੇ ਇਹ ਗੱਲ ਖੋਲ ਕੇ ਕਹਿ ਦਿੱਤੀ। ਤਦ ਪਤਰਸ ਉਹਨੂੰ ਇੱਕ ਪਾਸੇ ਲੈ ਕੇ ਝਿੜਕਣ ਲੱਗਾ, ਪਰ ਉਹਨੇ ਮੂੰਹ ਫੇਰ ਲਿਆ ਅਤੇ ਆਪਣੇ ਚੇਲਿਆਂ ਵੱਲ ਵੇਖ ਕੇ ਪਤਰਸ ਨੂੰ ਝਿੜਕਿਆ ਅਤੇ ਕਿਹਾ, ਹੇ ਸ਼ੈਤਾਨ, ਮੈਥੋਂ ਪਿੱਛੋਂ ਹਟ, ਕਿਉਂ ਜੋ ਤੂੰ ਪਰਮੇਸ਼ਵਰ ਦੀਆਂ ਨਹੀਂ ਸਗੋਂ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ। ਤਦ ਉਹਨੇ ਭੀੜ ਵਿੱਚ ਆਪਣੇ ਚੇਲਿਆਂ ਸਣੇ ਕੋਲ ਆਣ ਕੇ ਉਹਨਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਚੱਲਣਾ ਚਾਹੇ ਤਾਂ ਆਪਣਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸਨੂੰ ਗਵਾਵੇਗਾ, ਪਰ ਜਿਹੜਾ ਮੇਰੇ ਪਿੱਛੇ ਆਪਣੀ ਜਾਨ ਗਵਾਏ ਉਹ ਉਸਨੂੰ ਬਚਾਵੇਗਾ। ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ? ਤਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ? ਕਿਉਂਕਿ ਜੋ ਕੋਈ ਇਸ ਹਰਾਮਕਾਰੀ ਅਤੇ ਪਾਪੀ ਪੀੜ੍ਹੀ ਦੇ ਲੋਕਾਂ ਵਿੱਚੋਂ ਮੈਥੋਂ ਮੇਰੇ ਵਚਨਾਂ ਨੂੰ ਤੋਂ ਸ਼ਰਮਾਵੇਗਾ, ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਵੇਗਾ, ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਨਾਲ ਪਵਿੱਤਰ ਦੂਤਾਂ ਸਣੇ ਆਵੇਗਾ। 9ਵਾਂ ਬਾਬ। ਫਿਰ ਉਸਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਾਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜੇ ਹੋਏ ਹਨ, ਕਈ ਹਨ ਕਿ ਜਦ ਤੱਕ ਪਰਮੇਸ਼ਵਰ ਦੇ ਰਾਜ ਨੂੰ ਕੁਦਰਤ ਨਾਲ ਆਇਆ ਹੋਇਆ ਨਾ ਵੇਖਣ, ਕਦੀ ਮੌਤ ਦਾ ਸਵਾਦ ਨਾ ਚੱਖਣਗੇ। ਅਤੇ 6 ਦਿਨਾਂ ਪਿੱਛੋਂ ਯਿਸੂ ਨੇ ਪਤਰਸ ਅਤੇ ਯਾਕੂਬ ਅਤੇ ਯੂਹੰਨਾ ਨੂੰ ਨਾਲ ਲੈ ਲਿਆ ਅਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਨਿਰਾਲੇ ਵਿੱਚ ਅਲੱਗ ਲੈ ਗਿਆ। ਅਤੇ ਉੱਥੇ ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਔਰ ਉਹਦੇ ਕੱਪੜੇ ਚਮਕਣ ਲੱਗੇ ਔਰ ਅਜਿਹੇ ਡਾਢੇ ਚਿੱਟੇ ਹੋ ਗਏ ਕਿ ਜਗਤ ਵਿੱਚ ਕੋਈ ਛੀਂਬਾ ਉਹੋ ਜਿਹੇ ਚਿੱਟੇ ਨਹੀਂ ਕਰ ਸਕਦਾ। ਅਤੇ ਏਲੀਆ ਮੂਸਾ ਦੇ ਨਾਲ ਉਹਨਾਂ ਨੂੰ ਵਿਖਾਈ ਦਿੱਤਾ ਔਰ ਉਹ ਯਿਸੂ ਨਾਲ ਗੱਲਾਂ ਕਰਦੇ ਸਨ। ਪਤਰਸ ਨੇ ਯਿਸੂ ਨੂੰ ਅੱਗੋਂ ਆਖਿਆ, ਸਵਾਮੀ ਜੀ, ਸਾਡਾ ਇੱਥੇ ਰਹਿਣਾ ਚੰਗਾ ਹੈ, ਸੋ ਅਸੀਂ 3 ਡੇਰੇ ਬਣਾਈਏ, ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਕਿਉਂ ਜੋ ਉਹ ਨਹੀਂ ਸੀ ਜਾਣਦਾ ਭਾਈ ਕੀ ਉੱਤਰ ਦੇਵੇ, ਇਸ ਲਈ ਜੋ ਉਹ ਬਹੁਤ ਡਰ ਗਏ ਸਨ। ਤਾਂ ਇੱਕ ਬੱਦਲ ਨੇ ਉਹਨਾਂ ਉੱਤੇ ਛਾਂ ਕੀਤੀ ਔਰ ਉਸ ਬੱਦਲ ਵਿੱਚੋਂ ਇੱਕ ਆਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ, ਉਹਦੀ ਸੁਣੋ। ਅਤੇ ਉਹਨਾਂ ਨੇ ਅਚਾਨਕ ਚੁਫੇਰੇ ਨਜ਼ਰ ਕਰਕੇ ਫਿਰ ਕਿਸੇ ਹੋਰ ਨੂੰ ਨਹੀਂ ਪਰ ਯਿਸੂ ਨੂੰ ਇਕੱਲਾ ਆਪਣੇ ਨਾਲ ਡਿੱਠਾ। ਜਦ ਉਹ ਪਹਾੜੋਂ ਉਤਰੇ ਆਉਂਦੇ ਸਨ ਤਾਂ ਉਸਨੇ ਉਹਨਾਂ ਨੂੰ ਹੁਕਮ ਦਿੱਤਾ, ਭਈ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਤਦ ਤੱਕ ਤੁਸਾਂ ਜੋ ਕੁਝ ਡਿੱਠਾ ਹੈ ਕਿਸੇ ਨੂੰ ਨਾ ਦੱਸਣਾ। ਅਤੇ ਉਹ ਉਸ ਗੱਲ ਨੂੰ ਆਪਣੇ ਹੀ ਵਿੱਚ ਰੱਖ ਕੇ ਇੱਕ ਦੂਜੇ ਨਾਲ ਚਰਚਾ ਕਰਨ ਲੱਗੇ
ਭਾਈ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ ਕੀ? ਔਰ ਉਹਨਾਂ ਉਸ ਅੱਗੇ ਅਰਜ਼ ਕੀਤੀ ਕਿ ਗ੍ਰੰਥੀ ਕਿਉਂ ਆਖਦੇ ਹਨ ਜੋ ਏਲੀਆ ਦਾ ਆਉਣਾ ਪਹਿਲਾਂ ਜ਼ਰੂਰ ਹੈ। ਉਸਨੇ ਉਹਨਾਂ ਨੂੰ ਕਿਹਾ, ਏਲੀਆ ਤਾਂ ਠੀਕ ਪਹਿਲਾਂ ਆਣ ਕੇ ਸਭ ਕੁਝ ਕਰਕੇ ਮੁੜ ਸਵਾਰੇਗਾ, ਪਰ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਕੀ ਕੁਝ ਲਿਖਿਆ ਹੈ ਜੋ ਉਹ ਬਹੁਤ ਦੁੱਖ ਚੱਲੇਗਾ ਅਤੇ ਤੁੱਛ ਗਿਣਿਆ ਜਾਵੇਗਾ। ਪਰ ਮੈਂ ਤੁਹਾਨੂੰ ਆਖਦਾ ਹਾਂ, ਭਈ ਏਲੀਆ ਆ ਵੀ ਚੁੱਕਿਆ, ਨਾਲੇ ਜਿਵੇਂ ਉਹਦੇ ਹੱਕ ਵਿੱਚ ਲਿਖਿਆ ਸੀ ਉਹਨਾਂ ਉਹਦੇ ਨਾਲ ਚਾਹਿਆ ਸੋਈ ਕੀਤਾ। ਜਦ ਉਹ ਚੇਲਿਆਂ ਦੇ ਕੋਲ ਆਏ ਤਾਂ ਉਹਨਾਂ ਦੇ ਚਫੇਰੇ ਵੱਡੀ ਭੀੜ ਔਰ ਉਹਨਾਂ ਦੇ ਨਾਲ ਗ੍ਰੰਥੀਆਂ ਨੂੰ ਝਗੜਾ ਕਰਦੇ ਡਿੱਠਾ, ਅਤੇ ਝੱਟ ਸਾਰੀ ਭੀੜ ਉਹਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕਾਂ ਨੇ ਉਹਦੇ ਕੋਲ ਦੌੜ ਕੇ ਉਹਨੂੰ ਪ੍ਰਣਾਮ ਕੀਤਾ। ਤਦ ਉਸਨੇ ਉਹਨਾਂ ਨੂੰ ਪੁੱਛਿਆ, ਤੁਸੀਂ ਇਹਨਾਂ ਨਾਲ ਕਿਉਂ ਝਗੜਾ ਕਰਦੇ ਹੋ? ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ, ਮੈਂ ਆਪਣਾ ਪੁੱਤਰ ਜਿਹਨੂੰ ਗੂੰਗੀ ਰੂਹ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ ਹਾਂ, ਔਰ ਉਹ ਜਿੱਥੇ ਕਿਤੇ ਉਸਨੂੰ ਫੜਦੀ ਹੈ ਉਸਨੂੰ ਪਟਕਾ ਦਿੰਦੀ ਹੈ, ਅਤੇ ਉਹ ਝੱਗ ਛੱਡਦਾ ਹੈ ਅਤੇ ਦੰਦ ਪੀਂਦਾ ਹੈ ਅਤੇ ਸੁੱਕਦਾ ਜਾਂਦਾ ਹੈ। ਔਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਸ ਵਿੱਚੋਂ ਭੂਤ ਕੱਢ ਦੇਣ, ਪਰ ਉਹ ਨਾ ਕੱਢ ਸਕੇ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਹੇ ਬੇਪ੍ਰਤੀਤੀ ਪੀੜ੍ਹੀ, ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ? ਕਦੋਂ ਤੱਕ ਤੁਹਾਡੀ ਸਹਾਂਗਾ? ਉਹਨੂੰ ਮੇਰੇ ਕੋਲ ਲਿਆਓ। ਉਹ ਉਸਨੂੰ ਉਹਦੇ ਕੋਲ ਲਿਆਏ, ਔਰ ਜਾ ਉਹਨੇ ਉਸਨੂੰ ਵੇਖਿਆ ਤਾਂ ਰੂਹ ਨੇ ਉਸੇ ਵੇਲੇ ਉਹਨੂੰ ਵੱਡਾ ਮਰੋੜਿਆ ਅਤੇ ਉਵੇਂ ਹੀ ਪੂੰਝੇ ਡਿੱਗ ਪਿਆ ਔਰ ਝੱਗ ਛੱਡਦਾ ਹੋਇਆ ਲੇਟਣ ਲੱਗਾ। ਉਹਨੇ ਉਹਦੇ ਪਿਓ ਨੂੰ ਪੁੱਛਿਆ, ਕਿੰਨੇ ਕੁ ਚਿੱਕਰ ਤੋਂ ਇਹ ਉਸਨੂੰ ਹੋਇਆ ਹੈ? ਉਹ ਬੋਲਿਆ, ਛੋਟਿਆਂ ਹੁੰਦੇ ਤੋਂ ਹੀ, ਅਤੇ ਕਈ ਵਾਰੀ ਉਸਨੇ ਇਹਨੂੰ ਅੱਗ ਵਿੱਚ ਔਰ ਪਾਣੀ ਵਿੱਚ ਵੀ ਸੁੱਟਿਆ ਪਈ ਇਸ ਦਾ ਨਾਸ਼ ਕਰੇ। ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ। ਯਿਸੂ ਨੇ ਉਹਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲੇ ਲਈ ਸਭ ਕੁਝ ਹੋ ਸਕਦਾ ਹੈ। ਉਸੇ ਵੇਲੇ ਉਹ ਬਾਲਕ ਦਾ ਪਿਓ ਉੱਚੀ ਆਵਾਜ਼ ਨਾਲ ਕਹਿਣ ਲੱਗਾ, ਮੈਂ ਪ੍ਰਤੀਤ ਕਰਦਾ ਹਾਂ, ਤੁਸੀਂ ਮੇਰੀ ਬੇਪ੍ਰਤੀਤੀ ਦਾ ਉਪਾਅ ਕਰੋ। ਜਦ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ, ਤਦ ਉਹਨੇ ਭ੍ਰਿਸ਼ਟ ਰੂਹ ਨੂੰ ਝਿੜਕਿਆ ਅਤੇ ਉਸਨੂੰ ਕਿਹਾ, ਹੇ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਕਰਦਾ ਹਾਂ ਜੋ ਇਸ ਵਿੱਚੋਂ ਨਿਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਵੜੀ। ਤਾਂ ਉਹ ਚੀਕ ਮਾਰ ਕੇ ਔਰ ਉਸਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ। ਇੱਥੋਂ ਤੋੜੀ ਜੋ ਬਹੁਤਿਆਂ ਨੇ ਆਖਿਆ ਉਹ ਮਰ ਗਿਆ ਹੈ, ਪਰ ਯਿਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਅਤੇ ਉਹ ਉੱਠ ਕੇ ਖੜਾ ਹੋਇਆ। ਜਦ ਯਿਸੂ ਘਰ ਵਿੱਚ ਆਇਆ ਅਤੇ ਉਹਦੇ ਚੇਲਿਆਂ ਨੇ ਨਿਰਾਲੇ ਵਿੱਚ ਉਹਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹਨੂੰ ਕਿਉਂ ਨਾ ਕੱਢ ਸਕੇ, ਉਸਨੇ ਉਹਨਾਂ ਨੂੰ ਆਖਿਆ, ਇਸ ਪ੍ਰਕਾਰ ਕਿ ਪ੍ਰਾਰਥਨਾ ਬਿਨਾਂ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਫਿਰ ਉਹ ਉੱਥੋਂ ਤੁਰ ਪਏ ਔਰ ਗਲੀਲ ਵਿੱਚੋਂ ਦੀ ਲੰਘ ਗਏ, ਅਤੇ ਉਹ ਨਹੀਂ ਚਾਹੁੰਦਾ ਸੀ ਜੋ ਕਿਸੇ ਨੂੰ ਖਬਰ ਹੋਵੇ, ਇਸ ਲਈ ਕਿ ਉਹ ਆਪਣੇ ਚੇਲਿਆਂ ਨੂੰ ਸਿਖਾਉਂਦਾ ਸੀ ਔਰ ਉਹਨਾਂ ਨੂੰ ਆਖਦਾ ਸੀ, ਭਾਈ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ ਅਤੇ ਉਹ ਉਸਨੂੰ ਮਾਰ ਸੁੱਟਣਗੇ, ਔਰ ਮਾਰੇ ਜਾਣ ਤੋਂ 3 ਦਿਨ ਪਿੱਛੋਂ ਉਹ ਫਿਰ ਜੀ ਉੱਠੇਗਾ। ਉਹਨਾਂ ਨੇ ਇਹ ਗੱਲ ਨਾ ਸਮਝੀ, ਪਰ ਉਹਦੇ ਪੁੱਛਣ ਤੋਂ ਡਰਦੇ ਸਨ। ਫਿਰ ਉਹ ਕਫਰਨਹੂਮ ਵਿੱਚ ਆਏ। ਜਦ ਉਹ ਘਰ ਵਿੱਚ ਸੀ ਅਤੇ ਉਸਨੇ ਉਹਨਾਂ ਨੂੰ ਪੁੱਛਿਆ, ਤੁਸੀਂ ਰਾਹ ਵਿੱਚ ਕੀ ਗੱਲਾਂ ਬਾਤਾਂ ਕਰਦੇ ਸੋ? ਪਰ ਉਹ ਚੁੱਪ ਹੀ ਰਹੇ, ਇਸ ਲਈ ਜੋ ਉਹਨਾਂ ਨੇ ਰਾਹ ਵਿੱਚ ਇੱਕ ਦੂਜੇ ਨਾਲ ਇਹ ਬਹਿਸ ਕੀਤੀ ਸੀ ਜੋ ਕਿਹੜਾ ਵੱਡਾ ਹੈ। ਫਿਰ ਉਹਨੇ ਬੈਠ ਕੇ ਉਹਨਾਂ 12 ਨੂੰ ਸੱਦਿਆ ਅਤੇ ਉਹਨਾਂ ਨੂੰ ਆਖਿਆ, ਜੋ ਕੋਈ ਪਹਿਲਾ ਹੋਣਾ ਚਾਹੇ ਤਾਂ ਉਹ ਸਭਨਾਂ ਤੋਂ ਪਿਛਲਾ ਅਤੇ ਸਭਨਾਂ ਦਾ ਟਹਿਲੂਆ ਹੋਵੇ। ਅਤੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਸਨੂੰ ਉਹਨਾਂ ਦੇ ਵਿਚਾਲੇ ਖੜਾ ਕੀਤਾ। ਫਿਰ ਉਸਨੇ ਉਹਨੂੰ ਕੁੱਛੜ ਚੁੱਕ ਕੇ ਉਹਨਾਂ ਨੂੰ ਕਿਹਾ, ਜੋ ਕੋਈ ਮੇਰੇ ਨਾਮ ਕਰਕੇ ਅਜਿਹਿਆਂ ਬਾਲਕਾਂ ਵਿੱਚੋਂ ਇੱਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ। ਯਹੂਨਾ ਨੇ ਉਹਨੂੰ ਆਖਿਆ, ਗੁਰੂ ਜੀ, ਅਸੀਂ ਇੱਕ ਨੂੰ ਤੇਰੇ ਨਾਮ ਨਾਲ ਭੂਤ ਕੱਢਦੇ ਵੇਖਿਆ ਅਤੇ ਉਸਨੂੰ ਵਰਜਿਆ, ਇਸ ਲਈ ਜੋ ਉਹ ਸਾਡੇ ਪਿੱਛੇ ਨਹੀਂ ਸੀ ਚੱਲਦਾ। ਪਰ ਯਿਸੂ ਨੇ ਕਿਹਾ, ਉਹਨੂੰ ਨਾ ਵਰਜੋ, ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈ ਕੇ ਕਰਾਮਾਤ ਕਰੇ ਅਤੇ ਉਵੇਂ ਮੈਨੂੰ ਬੁਰਾ ਕਹਿ ਸਕੇ। ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੀ ਵੱਲ ਹੈ, ਇਸ ਲਈ ਕਿ ਜਿਹੜਾ ਤੁਹਾਨੂੰ ਕਟੋਰਾ ਪਾਣੀ ਦਾ ਪੀਣ ਨੂੰ ਦੇਵੇ, ਇਸ ਲਈ ਜੋ ਤੁਸੀਂ ਮਸੀਹ ਦੇ ਹੋ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਈ ਉਹ ਆਪਣਾ ਫਲ ਪਾਏ ਬਿਨਾਂ ਕਦੇ ਨਾ ਰਹੇਗਾ। ਅਤੇ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਚਾ ਕਰਦੇ ਹਨ ਇੱਕ ਨੂੰ ਠੋਕਰ ਖਵਾਵੇ,
ਉਹਦੇ ਲਈ ਭਲਾ ਹੁੰਦਾ ਜੇ ਖਰਾਸ ਦਾ ਪੁੜ ਉਹਦੇ ਗਲ ਵਿੱਚ ਬੰਨਿਆ ਜਾਂਦਾ ਅਤੇ ਉਹਨੂੰ ਸਮੁੰਦਰ ਵਿੱਚ ਸੁੱਟਿਆ ਜਾਂਦਾ। ਅਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖਵਾਵੇ, ਉਹਨੂੰ ਵੱਢ ਸੁੱਟ। ਟੁੰਡਾ ਹੋ ਕੇ ਜਿਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ 2 ਹੱਥ ਹੁੰਦਿਆਂ ਹੋਇਆਂ ਤੂੰ ਉਸ ਨਰਕ ਵਿੱਚ ਜਾਵੇਂ, ਜਿਹੜੀ ਬੁਝਣ ਵਾਲੀ ਨਹੀਂ ਹੈ। ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਵੱਢ ਸੁੱਟ। ਲੰਗੜਾ ਹੋ ਕੇ ਜਿਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ 2 ਪੈਰ ਹੁੰਦਿਆਂ ਹੋਇਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਕੱਢ ਸੁੱਟ। ਤਾਂ ਜੋ ਕਾਣਾ ਹੋ ਕੇ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਇਸ ਨਾਲੋਂ ਭਲਾ ਹੈ ਜੋ 2 ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇ, ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ, ਕਿਉਂਕਿ ਹਰ ਕੋਈ ਅੱਗ ਨਾਲ ਸਲੂਣਾ ਕੀਤਾ ਜਾਵੇਗਾ। ਲੂਣ ਅੱਛਾ ਹੈ, ਪਰ ਜੇ ਲੂਣ ਬੇਸਵਾਦ ਹੋ ਜਾਏ ਤਾਂ ਤੁਸੀਂ ਕਿਸ ਨਾਲ ਉਹਨੂੰ ਸਵਾਦੀ ਕਰੋਗੇ। ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਜੇ ਨਾਲ ਮਿਲੇ ਰਹੋ। 10ਵਾਂ ਬਾਬ। ਫਿਰ ਉਹ ਉੱਥੋਂ ਉੱਠ ਕੇ ਯਹੂਦੀਆਂ ਦੀਆਂ ਹੱਦਾਂ ਵਿੱਚ ਅਤੇ ਯਰਦਨ ਤੋਂ ਪਾਰ ਪਹੁੰਚਿਆ, ਔਰ ਬਹੁਤ ਲੋਕ ਉਹਦੇ ਕੋਲ ਫਿਰ ਆਣ ਕੇ ਇਕੱਠੇ ਹੋਏ ਅਤੇ ਉਹ ਆਪਣੇ ਦਸਤੂਰ ਅਨੁਸਾਰ ਫਿਰ ਉਹਨਾਂ ਨੂੰ ਉਪਦੇਸ਼ ਦੇਣ ਲੱਗਾ। ਫਰੀਸੀਆਂ ਨੇ ਕੋਲ ਆਣ ਕੇ ਉਹਦੇ ਪਰਤਾਉਣ ਲਈ ਉਹਨੂੰ ਪੁੱਛਿਆ, ਭਲਾ ਇਹ ਯੋਗ ਹੈ ਜੋ ਪੁਰਖ ਤੀਵੀ ਨੂੰ ਤਿਆਗੇ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ? ਉਹ ਬੋਲੇ, ਮੂਸਾ ਨੇ ਤਾਂ ਪ੍ਰਵਾਨਗੀ ਦਿੱਤੀ ਜੋ ਆਦਮੀ ਤਿਆਗ ਪੱਤਰੀ ਲਿਖ ਕੇ ਤਿਆਗ ਦੇ ਦੇਵੇ। ਯਿਸੂ ਨੇ ਉਹਨਾਂ ਨੂੰ ਆਖਿਆ, ਉਹਨੇ ਤੁਹਾਡੀ ਸਖਤ ਦਿਲੀ ਦੇ ਕਾਰਨ ਤੁਹਾਡੇ ਲਈ ਇਹ ਹੁਕਮ ਲਿਖਿਆ ਸੀ, ਪਰ ਸ੍ਰਿਸ਼ਟ ਦੇ ਮੁੱਢੋਂ ਉਹਨੇ ਨਰ ਨਾਰੀ ਨੂੰ ਬਣਾਇਆ। ਇਸ ਕਾਰਨ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਉਹ 2 ਨਹੀਂ ਬਲਕਿ ਇੱਕ ਸਰੀਰ ਹਨ। ਉਪਰੰਤ ਜੋ ਪਰਮੇਸ਼ਵਰ ਨੇ ਜੋੜ ਦਿੱਤਾ ਹੈ, ਮਨੁੱਖ ਉਸ ਨੂੰ ਅੱਡ ਨਾ ਕਰੇ। ਫਿਰ ਉਹ ਘਰ ਵਿੱਚ ਚੇਲਿਆਂ ਦੇ ਨਾਲ ਗੱਲ ਦੇ ਵਿਖੇ ਫਿਰ ਉਹਨੂੰ ਪੁੱਛਿਆ, ਤਾਂ ਉਸਨੇ ਉਹਨਾਂ ਨੂੰ ਆਖਿਆ, ਜੋ ਕੋਈ ਆਪਣੀ ਤੀਵੀ ਨੂੰ ਤਿਆਗ ਦੇਵੇ ਅਤੇ ਦੂਜੀ ਨਾਲ ਵਿਆਹ ਕਰੇ, ਉਹ ਉਸ ਦੇ ਵਿਰੁੱਧ ਗੁਨਾਹ ਕਰਦਾ ਹੈ। ਅਤੇ ਜੇ ਉਹ ਆਪਣੇ ਪਰਥਾ ਨੂੰ ਤਿਆਗ ਦੇਵੇ ਅਤੇ ਦੂਜੇ ਨਾਲ ਵਿਆਹ ਕਰੇ ਤਾਂ ਉਹ ਗੁਨਾਹ ਕਰਦੀ ਹੈ। ਉਹ ਛੋਟੇ ਬਾਲਕਾਂ ਨੂੰ ਉਹਦੇ ਕੋਲ ਲਿਆਏ, ਭਾਈ ਉਹ ਉਹਨਾਂ ਨੂੰ ਛੂਹੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ। ਤਾਂ ਯਿਸੂ ਇਹ ਵੇਖ ਕੇ ਬਹੁਤ ਨਾਰਾਜ਼ ਹੋਇਆ ਅਤੇ ਉਹਨਾਂ ਉਸ ਨੂੰ ਆਖਿਆ, ਛੋਟੇ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਵਰਜੋ, ਕਿਉਂ ਜੋ ਪਰਮੇਸ਼ਵਰ ਦਾ ਰਾਜ ਇਹੋ ਜਿਹਾ ਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਾਈ ਜੋ ਕੋਈ ਪਰਮੇਸ਼ਵਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈ ਕਬੂਲ ਨਾ ਕਰੇ, ਉਹ ਉਸ ਵਿੱਚ ਕਦੇ ਨਾ ਵੜੇਗਾ। ਅਤੇ ਉਸਨੇ ਉਹਨਾਂ ਨੂੰ ਕੁੱਛੜ ਚੁੱਕ ਕੇ ਔਰ ਉਹਨਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਅਸ਼ੀਸ਼ ਦਿੱਤੀ। ਜਦ ਉਹ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ ਤਾਂ ਇੱਕ ਜਣਾ ਉਹਦੇ ਕੋਲ ਆ ਦੌੜਿਆ ਅਤੇ ਉਹਦੇ ਕੋਲ ਆ ਕੇ ਗੋਡੇ ਨਿਵਾ ਕੇ ਉਸ ਨੂੰ ਪੁੱਛਿਆ, ਸਤਿਗੁਰੂ ਜੀ, ਮੈਂ ਕੀ ਕਰਾਂ ਜੋ ਸੰਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਯਿਸੂ ਨੇ ਉਹਨੂੰ ਆਖਿਆ, ਤੂੰ ਮੈਨੂੰ ਸੱਤ ਕਿਉਂ ਆਖਿਆ ਹੈ? ਸੱਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ਵਰ। ਤੂੰ ਹੁਕਮਾਂ ਨੂੰ ਜਾਣਦਾ ਹੈ, ਖੂਨ ਨਾ ਕਰ, ਜਨਾਹ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਂ ਪਿਓ ਦਾ ਆਦਰ ਕਰ। ਉਸਨੇ ਉਹਨੂੰ ਕਿਹਾ, ਗੁਰੂ ਜੀ, ਮੈਂ ਇਹ ਆਪਣੇ ਬਾਲਕ ਪੁਣੇ ਤੋਂ ਉਹਨਾਂ ਸਭਨਾਂ ਨੂੰ ਮੰਨਦਾ ਆਇਆ ਹਾਂ। ਅਤੇ ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ ਅਤੇ ਉਹਨੂੰ ਆਖਿਆ, ਤੇਰੇ ਕੋਲ ਇੱਕ ਗੱਲ ਦਾ ਘਾਟਾ ਹੈ, ਜਾ ਅਤੇ ਜੋ ਕੁਝ ਤੇਰਾ ਹੈ ਵੇਚ ਕੇ ਕੰਗਾਲਾਂ ਨੂੰ ਦੇ ਦੇ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ, ਅਤੇ ਆ ਕੇ ਮੇਰੇ ਪਿੱਛੇ ਹੋ ਤੁਰ। ਪਰ ਉਹ ਇਸ ਗੱਲ ਤੋਂ ਭੈੜਾ ਪੈ ਗਿਆ ਅਤੇ ਉਦਾਸ ਹੋ ਕੇ ਚਲਾ ਗਿਆ, ਕਿਉਂ ਜੋ ਉਹ ਵੱਡਾ ਮਾਲਦਾਰ ਸੀ। ਤਦ ਯਿਸੂ ਨੇ ਚਫੇਰੇ ਨਿਗਾਹ ਕਰਕੇ ਆਪਣੇ ਚੇਲਿਆਂ ਨੂੰ ਕਿਹਾ, ਜਿਹੜੇ ਦੌਲਤ ਰੱਖਦੇ ਹਨ, ਉਹਨਾਂ ਦਾ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਕਿੱਡਾ ਔਖਾ ਹੋਵੇਗਾ। ਚੇਲੇ ਉਹਦੀਆਂ ਗੱਲਾਂ ਤੋਂ ਹੈਰਾਨ ਹੋਏ, ਪਰ ਯਿਸੂ ਨੇ ਉਹਨਾਂ ਨੂੰ ਅੱਗੋਂ ਫੇਰ ਆਖਿਆ, ਹੇ ਬਾਲਕੋ, ਜਿਹੜੇ ਤਨ ਉੱਤੇ ਆਸਰਾ ਰੱਖਦੇ ਹਨ, ਉਹਨਾਂ ਲਈ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਕਿੱਡਾ ਹੀ ਔਖਾ ਹੈ। ਸੂਈ ਦੇ ਨੱਕੇ ਵਿੱਚੋਂ ਊਠ ਦਾ ਲੰਘਣਾ ਇਸ ਨਾਲੋਂ ਸੁਖਾਲਾ ਹੈ, ਭਾਈ ਤਣੀ ਦਾ ਪਰਮੇਸ਼ਵਰ ਦੇ ਰਾਜ ਵਿੱਚ ਵੜੇ। ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤਾਂ ਫਿਰ ਕੌਣ ਬਚ ਸਕਦਾ ਹੈ? ਯਿਸੂ ਨੇ ਉਹਨਾਂ ਦੀ ਵੱਲ ਵੇਖ ਕੇ ਆਖਿਆ, ਮਨੁੱਖਾਂ ਕੋਲੋਂ ਇਹ ਅਣਹੋਣਾ ਹੈ, ਪਰ ਪਰਮੇਸ਼ਵਰ ਕੋਲੋਂ ਨਹੀਂ, ਕਿਉਂਕਿ ਪਰਮੇਸ਼ਵਰ ਕੋਲੋਂ ਸਭ ਕੁਝ ਹੋ ਸਕਦਾ ਹੈ। ਪਤਰਸ ਉਹਨੂੰ ਕਹਿਣ ਲੱਗਾ, ਵੇਖ, ਅਸੀਂ ਸਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ। ਯਿਸੂ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਅਜਿਹਾ ਕੋਈ ਨਹੀਂ ਜਿਹਨੇ ਘਰ ਜਾਂ ਭਾਈਆਂ ਜਾਂ ਭੈਣਾਂ ਜਾਂ ਮਾਂ ਜਾਂ ਪਿਓ ਜਾਂ ਬਾਲ ਬੱਚਿਆਂ ਨੂੰ, ਜ਼ਮੀਨ ਨੂੰ ਅਤੇ ਮੇਰੇ ਅੰਜੀਲ ਲਈ ਛੱਡਿਆ ਹੋਵੇ, ਜਿਹੜਾ ਹੁਣ ਇਸ ਸਮੇਂ 100 ਗੁਣਾ ਨਾ ਪਾਵੇ
ਘਰ ਅਤੇ ਭਾਈ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜ਼ਮੀਨਾਂ ਪਰ ਦੁੱਖਾਂ ਨਾਲ ਅਤੇ ਅਗਲੇ ਯੁੱਗ ਵਿੱਚ ਸੰਦੀਪਕ ਜਿਉਣ। ਪਰ ਬਥੇਰੇ ਜੋ ਪਹਿਲੇ ਹਨ ਸੋ ਪਿਛਲੇ ਹੋਣਗੇ ਅਤੇ ਪਿਛਲੇ ਪਹਿਲੇ। ਉਹ ਰਾਹ ਵਿੱਚ ਹੋ ਕੇ ਯਰੂਸ਼ਲਮ ਨੂੰ ਜਾਂਦੇ ਸਨ ਔਰ ਯਿਸੂ ਉਹਨਾਂ ਦੇ ਅੱਗੇ ਅੱਗੇ ਤੁਰਿਆ ਜਾਂਦਾ ਸੀ ਅਤੇ ਉਹ ਦੰਗ ਹੋਏ ਔਰ ਮਗਰ ਆਉਣ ਵਾਲੇ ਡਰਦੇ ਸਨ। ਅਤੇ ਫਿਰ ਉਹ ਉਹਨਾਂ 12 ਨੂੰ ਲੈ ਕੇ ਜੋ ਕੁਝ ਉਸ ਉੱਤੇ ਬੀਤਣਾ ਸੀ ਉਹਨਾਂ ਨੂੰ ਦੱਸਣ ਲੱਗਾ ਕਿ ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਔਰ ਉਸ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ। ਉਹ ਉਸ ਨੂੰ ਠੱਠੇ ਕਰਨਗੇ ਅਤੇ ਉਸ ਦੇ ਮੂੰਹ ਤੇ ਥੁੱਕਣਗੇ ਅਤੇ ਕੋੜੇ ਮਾਰਨਗੇ ਅਤੇ ਮਾਰ ਸੁੱਟਣਗੇ। ਪਰ ਉਹ 3 ਦਿਨਾਂ ਪਿੱਛੋਂ ਫੇਰ ਜੀ ਉੱਠੇਗਾ। ਜਬਦੀ ਦੇ ਪੁੱਤਰ ਯਕੂਬ ਔਰ ਯਹੂਨਾ ਉਹਦੇ ਕੋਲ ਆਣ ਕੇ ਉਹਨੂੰ ਕਹਿਣ ਲੱਗੇ, ਗੁਰੂ ਜੀ ਅਸੀਂ ਚਾਹੁੰਦੇ ਹਾਂ ਭਈ ਜੋ ਕੁਝ ਅਸੀਂ ਤੈਥੋਂ ਮੰਗੀਏ ਤੂੰ ਸੋ ਸਾਡੇ ਲਈ ਕਰੇ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ? ਉਹਨਾਂ ਉਸ ਨੂੰ ਕਿਹਾ, ਸਾਨੂੰ ਇਹ ਬਖਸ਼ ਕਿ ਅਸੀਂ ਤੇਰੇ ਤੇਜ ਵਿੱਚ ਇੱਕ ਤੇਰੇ ਸੱਜੇ ਅਤੇ ਇੱਕ ਖੱਬੇ ਬੈਠੀਏ। ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਭਲਾ ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਪੀ ਸਕਦੇ ਹੋ, ਜਾਂ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲੈ ਸਕਦੇ ਹੋ? ਉਹਨਾਂ ਉਸ ਨੂੰ ਆਖਿਆ, ਸਾਥੋਂ ਹੋ ਸਕਦਾ ਹੈ। ਯਿਸੂ ਨੇ ਉਹਨਾਂ ਨੂੰ ਆਖਿਆ, ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਤਾਂ ਪੀਓਗੇ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਗੇ। ਸੱਜੇ ਖੱਬੇ ਬਿਠਾਲਣਾ ਮੇਰਾ ਕੰਮ ਨਹੀਂ, ਪਰ ਉਹਨਾਂ ਲਈ ਹੈ ਜਿਨ੍ਹਾਂ ਲਈ ਤਿਆਰ ਕੀਤਾ ਹੈ। ਜਦ 10 ਚੇਲਿਆਂ ਨੇ ਇਹ ਸੁਣਿਆ ਤਾਂ ਉਹ ਯਕੂਬ ਅਤੇ ਯਹੂਨਾ ਉੱਤੇ ਖਿਜਣ ਲੱਗੇ। ਤਦੋਂ ਯਿਸੂ ਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ ਜਿਹੜੇ ਪਰਾਈਆਂ ਕੌਮਾਂ ਵਿੱਚ ਹਾਕਮ ਗਿਣੇ ਜਾਂਦੇ ਹਨ ਉਹ ਉਹਨਾਂ ਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਸਰਦਾਰ ਉਹਨਾਂ ਉੱਤੇ ਇਖਤਿਆਰ ਰੱਖਦੇ ਹਨ। ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਸਗੋਂ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ, ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਨਾ ਚਾਹੇ ਉਹ ਸਭ ਦਾ ਨੌਕਰ ਹੋਵੇ। ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਟਹਿਲ ਕਰਾਉਣ ਨਹੀਂ, ਸਗੋਂ ਟਹਿਲ ਕਰਨ ਅਤੇ ਬਹੁਤਿਆਂ ਲਈ ਨਿਸਤਾਰੇ ਦਾ ਮੁੱਲ ਭਰਨ ਲਈ ਆਪਣੀ ਜਾਨ ਦੇਣ ਆਇਆ ਹੈ। ਉਹ ਯਰੀਹੋ ਵਿੱਚ ਆਏ ਔਰ ਜਦ ਉਹ ਅਤੇ ਉਹਦੇ ਚੇਲੇ ਅਤੇ ਬਹੁਤ ਲੋਕ ਯਰੀਹੋ ਤੋਂ ਨਿਕਲ ਗਏ ਸਨ, ਤਮਈ ਦਾ ਪੁੱਤਰ ਬਰਤਮਈ ਇੱਕ ਅੰਨਾ ਮੰਗਤਾ ਸੜਕ ਦੇ ਕੰਢੇ ਬੈਠਾ ਸੀ ਅਤੇ ਇਹ ਸੁਣ ਕੇ ਜੋ ਯਿਸੂ ਨਾਸਰੀ ਹੈ ਉੱਚੀ ਦੇ ਕੇ ਕਹਿਣ ਲੱਗਾ, ਹੇ ਦਾਊਦ ਦੇ ਪੁੱਤਰ, ਹੇ ਯਿਸੂ ਮੇਰੇ ਉੱਤੇ ਦਇਆ ਕਰ। ਬਹੁਤਿਆਂ ਨੇ ਉਹਨੂੰ ਝਿੜਕਿਆ ਭਈ ਚੁੱਪ ਰਹੋ, ਪਰ ਉਹ ਹੋਰ ਵੀ ਉੱਚੀ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ। ਤਦ ਯਿਸੂ ਨੇ ਖੜੋ ਕੇ ਕਿਹਾ, ਉਹਨੂੰ ਸੱਦ ਲਿਆਓ। ਸੋ ਉਹਨਾਂ ਉਸ ਅੰਨੇ ਨੂੰ ਇਹ ਕਹਿ ਕੇ ਸੱਦਿਆ ਭਈ ਹੌਸਲਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਹੈ। ਤਾਂ ਉਹ ਆਪਣਾ ਲੀੜਾ ਸੁੱਟ ਕੇ ਖੜਾ ਹੋ ਗਿਆ ਅਤੇ ਯਿਸੂ ਕੋਲ ਆਇਆ। ਯਿਸੂ ਨੇ ਅੱਗੋਂ ਆਖਿਆ, ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ? ਅੰਨੇ ਨੇ ਉਹਨੂੰ ਕਿਹਾ, ਪ੍ਰਭੂ ਜੀ ਮੈਂ ਸੁਜਾਖਾ ਹੋਣਾ ਚਾਹੁੰਦਾ ਹਾਂ। ਯਿਸੂ ਨੇ ਉਹਨੂੰ ਕਿਹਾ, ਜਾ ਤੇਰੀ ਨੇਚਾ ਨੇ ਤੈਨੂੰ ਬਚਾਇਆ। ਅਤੇ ਉਵੇਂ ਹੀ ਉਹ ਸੁਜਾਖਾ ਹੋ ਗਿਆ ਅਤੇ ਉਹ ਰਾਹ ਵਿੱਚ ਉਹਦੇ ਮਗਰ ਤੁਰ ਪਿਆ। 11ਵਾਂ ਬਾਬ। ਜਦ ਉਹ ਯਰੂਸ਼ਲਮ ਦੇ ਨੇੜੇ ਜੈਤੂਨ ਦੇ ਪਹਾੜ ਕੋਲ ਬੈਤਫੈਗਾ ਅਤੇ ਬੈਤੀਨੀਆ ਤੱਕ ਪਹੁੰਚੇ ਤਾਂ ਉਹਨਾਂ ਆਪਣੇ ਚੇਲਿਆਂ ਵਿੱਚੋਂ 2 ਘੱਲੇ ਅਤੇ ਉਹਨਾਂ ਨੂੰ ਆਖਿਆ ਕਿ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦੇ ਸਾਰ ਇੱਕ ਗਧੀ ਦਾ ਬੱਚਾ ਬੰਨਿਆ ਹੋਇਆ ਵੇਖੋਗੇ ਜਿਹਦੇ ਉੱਤੇ ਕੋਈ ਸਵਾਰ ਨਹੀਂ ਹੋਇਆ। ਉਹਨੂੰ ਖੋਲ ਲਿਆਓ, ਔਰ ਜੇ ਕੋਈ ਤੁਹਾਨੂੰ ਕਹੇ ਭਾਈ ਤੁਸੀਂ ਇਹ ਕਿਉਂ ਕਰਦੇ ਹੋ ਤਾਂ ਕਹਿਣਾ ਜੋ ਪ੍ਰਭੂ ਨੂੰ ਇਸ ਦੀ ਲੋੜ ਹੈ, ਤਾਂ ਉਹ ਝੱਟ ਮੁੜ ਕੇ ਇੱਧਰ ਨੂੰ ਘੱਲ ਦੇਵੇਗਾ। ਉਹ ਗਏ ਔਰ ਬੱਚੇ ਨੂੰ ਦਰਵਾਜ਼ੇ ਕੋਲ ਬਾਹਰਲੇ ਪਾਸੇ ਚੌਂਕ ਵਿੱਚ ਬੰਨਿਆ ਹੋਇਆ ਵੇਖਿਆ ਅਤੇ ਉਹਨੂੰ ਖੋਲਿਆ। ਔਰ ਕਈਆਂ ਨੇ ਉਹਦੇ ਵਿੱਚੋਂ ਜਿਹੜੇ ਉੱਥੇ ਸਨ ਉਹਨਾਂ ਨੂੰ ਕਹਿਣ ਲੱਗੇ, ਇਹ ਕੀ ਕਰਦੇ ਹੋ ਜੋ ਬੱਚੇ ਨੂੰ ਖੋਲਦੇ ਹੋ? ਤਾਂ ਉਹਨਾਂ ਨੇ ਜਿਵੇਂ ਯਿਸੂ ਨੇ ਆਖਿਆ ਸੀ ਉਹਨਾਂ ਨੂੰ ਕਹਿ ਦਿੱਤਾ। ਤਦ ਉਹਨਾਂ ਨੇ ਇਹਨਾਂ ਨੂੰ ਜਾਣ ਦਿੱਤਾ। ਉਹ ਉਸ ਬੱਚੇ ਨੂੰ ਯਿਸੂ ਕੋਲ ਲਿਆਏ ਔਰ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ ਅਤੇ ਉਸ ਦੇ ਉੱਤੇ ਸਵਾਰ ਹੋਇਆ। ਤਾਂ ਬਹੁਤਿਆਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਔਰ ਹੋਰਨਾਂ ਨੇ ਖੇਤਾਂ ਵਿੱਚੋਂ ਹਰੀਆਂ ਟਾਹਣੀਆਂ ਵੱਢ ਕੇ ਵਿਛਾ ਦਿੱਤੀਆਂ। ਅਤੇ ਉਹ ਜਿਹੜੇ ਅੱਗੇ ਪਿੱਛੇ ਚਲੇ ਜਾਂਦੇ ਸਨ ਉੱਚੀ ਆਵਾਜ਼ ਨਾਲ ਕਹਿੰਦੇ ਸਨ, ਹੋਸ਼ਨਾ, ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਮੁਬਾਰਕ ਸਾਡੇ ਪਿਤਾ ਦਾਊਦ ਦਾ ਰਾਜ ਜਿਹੜਾ ਆਉਂਦਾ ਹੈ, ਪਰਮ ਧਾਮ ਵਿੱਚ ਹੋਸ਼ਨਾ। ਉਹ ਯਰੂਸ਼ਲਮ ਵਿੱਚ ਪਹੁੰਚ ਕੇ ਹੈਕਲ ਵਿੱਚ ਚਲਾ ਗਿਆ ਔਰ ਜਦ ਉਸਨੇ 4 ਚੁਫੇਰੇ ਸਭ ਪਾਸੇ ਉੱਤੇ ਨਿਗਾਹ ਮਾਰ ਕੇ
तद ਉਹਨਾਂ 12 ਚੇਲਿਆਂ ਨਾਲ ਨਿਕਲ ਕੇ ਬੈਤਨੀਆ ਨੂੰ ਗਿਆ, ਕਿਉਂ ਜੋ ਸੰਝ ਹੋ ਗਈ ਸੀ। ਅਗਲੇ ਦਿਨ ਜਦ ਉਹ ਬੈਤਨੀਆ ਤੋਂ ਬਾਹਰ ਆਏ ਤਾਂ ਉਹਨੂੰ ਭੁੱਖ ਲੱਗੀ ਅਤੇ ਦੂਰੋਂ ਪੱਤਿਆਂ ਵਾਲਾ ਅੰਜੀਰ ਦਾ ਇੱਕ ਵ੍ਰਿਕਸ਼ ਵੇਖ ਕੇ ਉਹਦੇ ਕੋਲ ਗਿਆ, ਜੋ ਕੀ ਜਾਣੀਏ ਉਸ ਤੋਂ ਕੁਝ ਲੱਭੇ। ਪਰ ਜਾ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਬਿਨਾਂ ਹੋਰ ਕੁਝ ਨਾ ਪਾਇਆ, ਕਿਉਂਕਿ ਹਜੀਰਾਂ ਦੀ ਰੁੱਤ ਨਹੀਂ ਸੀ। ਤਦ ਉਹਨੇ ਅੱਗੋਂ ਉਸ ਨੂੰ ਕਿਹਾ, ਕੋਈ ਤੇਰਾ ਫਲ ਫਿਰ ਕਦੇ ਨਾ ਖਾਵੇ। ਅਤੇ ਉਹਦੇ ਚੇਲਿਆਂ ਨੇ ਇਹ ਸੁਣਿਆ। ਉਹ ਯਰੂਸ਼ਲਮ ਵਿੱਚ ਆਏ ਅਤੇ ਹੈਕਲ ਵਿੱਚ ਜਾ ਕੇ ਉਹਨਾਂ ਨੂੰ, ਜਿਹੜੇ ਹੈਕਲ ਵਿੱਚ ਵੇਚਦੇ ਸਨ ਔਰ ਮੁੱਲ ਲੈਂਦੇ ਸਨ, ਕੱਢਣ ਲੱਗਾ ਔਰ ਸ਼ਰਾਫਾਂ ਦੇ ਤਖਤ ਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ ਔਰ ਕਿਸੇ ਨੂੰ ਹੈਕਲ ਵਿੱਚੋਂ ਭਾਂਡਾ ਲੈ ਕੇ ਨਾ ਲੰਘਣ ਦਿੱਤਾ। ਅਤੇ ਉਹਨਾਂ ਨੂੰ ਇਹ ਕਹਿ ਕੇ ਉਪਦੇਸ਼ ਕੀਤਾ ਕਿ ਇਹ ਨਹੀਂ ਲਿਖਿਆ, ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ। ਪਰ ਤੁਸਾਂ ਉਹਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ। ਪ੍ਰਧਾਨ ਜਾਜਕ ਔਰ ਧਰਮ ਗ੍ਰੰਥੀ ਇਹ ਸੁਣ ਕੇ ਉਹਦੇ ਪਿੱਛੇ ਲੱਗੇ ਔਰ ਉਹਦਾ ਕੀਕਰ ਨਾਸ਼ ਕਰੀਏ, ਕਿਉਂਕਿ ਉਹ ਉਸ ਤੋਂ ਡਰਦੇ ਸਨ। ਇਸ ਲਈ ਜੋ ਉਹ ਸਭ ਲੋਕ ਉਹਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਸਨ ਅਤੇ ਹਰ ਸੰਝ ਨੂੰ ਉਹ ਸ਼ਹਿਰੋਂ ਬਾਹਰ ਚਲਾ ਜਾਂਦਾ ਸੀ। ਸਵੇਰ ਨੂੰ ਜਾ ਕੇ ਉਹ ਉਧਰ ਦੀ ਲੰਘੇ ਤਾਂ ਡਿੱਠਾ ਜੋ ਅੰਜੀਰ ਦਾ ਵ੍ਰਿਕਸ਼ ਜੜੋਂ ਸੁੱਕ ਗਿਆ। ਤਦ ਪਤਰਸ ਨੇ ਚੇਤੇ ਕਰਕੇ ਉਹਨੂੰ ਆਖਿਆ, ਸਵਾਮੀ ਜੀ ਵੇਖ, ਇਹ ਅੰਜੀਰ ਦਾ ਵ੍ਰਿਕਸ਼ ਜਿਹਨੂੰ ਤੁਸੀਂ ਸਰਾਪ ਦਿੱਤਾ ਸੀ ਸੁੱਕ ਗਿਆ ਹੈ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਪਰਮੇਸ਼ਵਰ ਤੇ ਨਿਚਾ ਰੱਖੋ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਈ ਜੋ ਕੋਈ ਇਸ ਪਹਾੜ ਨੂੰ ਕਹੇ, ਉੱਠ ਔਰ ਸਮੁੰਦਰ ਵਿੱਚ ਜਾ ਪੈ, ਤਾਂ ਆਪਣੇ ਮਨ ਵਿੱਚ ਭਰਮ ਨਾ ਕਰੇ, ਪਰ ਪ੍ਰਤੀਤ ਕਰੇ ਕਿ ਇਹ ਗੱਲਾਂ ਜਿਹੜੀਆਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ, ਤਾਂ ਉਹ ਉਹਦੇ ਲਈ ਹੋ ਜਾਵੇਗਾ। ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਜੋ ਕੋਈ ਤੁਸੀਂ ਪ੍ਰਾਰਥਨਾ ਕਰਕੇ ਮੰਗੋ ਤਾਂ ਤੁਹਾਨੂੰ ਮਿਲੇਗਾ। ਜਦ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹਨੂੰ ਮਾਫ਼ ਕਰੋ, ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੇ। ਉਹ ਫਿਰ ਯਰੂਸ਼ਲਮ ਵਿੱਚ ਆਏ ਔਰ ਜਦ ਉਹ ਹੈਕਲ ਵਿੱਚ ਫਿਰਦਾ ਸੀ ਤਾਂ ਪ੍ਰਧਾਨ ਜਾਜਕ ਅਤੇ ਗ੍ਰੰਥੀ ਅਤੇ ਬਜ਼ੁਰਗ ਉਹਦੇ ਕੋਲ ਆਏ ਔਰ ਉਸ ਨੂੰ ਕਿਹਾ, ਤੂੰ ਕਿਹੜੇ ਅਖਤਿਆਰ ਨਾਲ ਇਹ ਕੰਮ ਕਰਦਾ ਹੈ, ਜਾਂ ਇਹ ਕੰਮ ਕਰਨ ਨੂੰ ਤੈਨੂੰ ਕਿੰਨੇ ਅਖਤਿਆਰ ਦਿੱਤਾ ਹੈ? ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਇੱਕ ਗੱਲ ਪੁੱਛਣਾ, ਤੁਸੀਂ ਮੈਨੂੰ ਉੱਤਰ ਦਿਓ, ਮੈਂ ਤੁਹਾਨੂੰ ਦੱਸਾਂਗਾ ਜੋ ਕਿਹੜੇ ਅਖਤਿਆਰ ਨਾਲ ਇਹ ਕੰਮ ਕਰਦਾ ਹਾਂ। ਯਹੂਨਾ ਬਪਤਿਸਮਾ ਦੇਣ ਵਾਲਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ? ਮੈਨੂੰ ਉੱਤਰ ਦਿਓ। ਤਦ ਉਹਨਾਂ ਨੇ ਆਪੋ ਵਿੱਚ ਵਿਚਾਰ ਕਰਕੇ ਕਿਹਾ, ਜੇ ਕਹੀਏ ਸਵਰਗਾਂ ਵੱਲੋਂ ਤਾਂ ਉਹ ਬੋਲੂ, ਫਿਰ ਤੁਸਾਂ ਉਹਦੀ ਪ੍ਰਤੀਤ ਕਿਉਂ ਨਾ ਕੀਤੀ? ਪਰ ਜੇ ਕਹੀਏ ਮਨੁੱਖਾਂ ਵੱਲੋਂ ਤਾਂ ਉਹ ਲੋਕਾਂ ਕੋਲੋਂ ਡਰਦੇ ਸਨ, ਕਿਉਂ ਜੋ ਉਹ ਸਭੇ ਯਹੂਨਾ ਨੂੰ ਮੰਨਦੇ ਸਨ, ਜੋ ਸੱਚਮੁੱਚ ਉਹਨਾਂ ਦਾ ਨਬੀ ਸੀ। ਤਦ ਉਹਨਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ। ਫਿਰ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਅਖਤਿਆਰ ਨਾਲ ਇਹ ਕੰਮ ਕਰਦਾ ਹਾਂ। 12ਵਾਂ ਬਾਪ। ਫਿਰ ਉਹ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਬੋਲਣ ਲੱਗਾ ਕਿ ਇੱਕ ਮਨੁੱਖ ਨੇ ਅੰਗੂਰ ਦਾ ਬਾਗ ਲਾਇਆ ਔਰ ਉਹਦੇ ਚਫੇੜੇ ਵਾੜ ਦਿੱਤੀ ਅਤੇ ਰਸ ਲਈ ਚੁਜਬਾ ਕੱਢਿਆ ਅਤੇ ਇੱਕ ਬੁਰਜ ਉਸਾਰਿਆ ਅਤੇ ਉਹਨੂੰ ਮਾਲੀਆਂ ਦੇ ਹੱਥ ਸੌਂਪ ਕੇ ਪ੍ਰਦੇਸ਼ ਚਲਾ ਗਿਆ। ਔਰ ਉਸਨੇ ਰੁੱਤ ਸਿਰ ਨੌਕਰ ਨੂੰ ਮਾਲੀਆਂ ਕੋਲ ਭੇਜਿਆ, ਜੋ ਉਹ ਮਾਲੀਆਂ ਤੋਂ ਬਾਗ ਦੇ ਫਲ ਵਿੱਚੋਂ ਕੁਝ ਲਿਆਵੇ। ਅਤੇ ਉਸਨੇ ਉਹਨਾਂ ਨੂੰ ਫੜ ਕੇ ਕੁੱਟਿਆ ਔਰ ਸਖਣੇ ਹੱਥ ਮੋੜ ਦਿੱਤਾ। ਉਸਨੇ ਇੱਕ ਹੋਰ ਨੌਕਰ ਨੂੰ ਉਹਨਾਂ ਕੋਲ ਘੱਲਿਆ, ਪਰ ਉਹਨਾਂ ਨੇ ਉਸਦਾ ਸਿਰ ਭੰਨਿਆ ਅਤੇ ਉਹਦੀ ਪੱਤ ਲਾ ਦਿੱਤੀ। ਫਿਰ ਉਹਨੇ ਇੱਕ ਹੋਰ ਨੂੰ ਘੱਲਿਆ ਅਤੇ ਉਹਨਾਂ ਉਹਨੂੰ ਮਾਰ ਸੁੱਟਿਆ। ਔਰ ਉਸਨੇ ਹੋਰ ਬਹੁਤ ਸਾਰੇ ਘੱਲੇ ਅਤੇ ਉਹਨਾਂ ਨੂੰ ਕਈਆਂ ਨੂੰ ਕੁੱਟਿਆ ਅਤੇ ਕਈਆਂ ਨੂੰ ਮਾਰ ਦਿੱਤਾ। ਅਜੇ ਉਸਦੇ ਕੋਲ ਇੱਕ ਰਹਿੰਦਾ ਸੀ, ਉਹ ਉਸਦਾ ਪਿਆਰਾ ਪੁੱਤਰ। ਔੜਕ ਉਹਨੇ ਉਹ ਵੀ ਉਹਨਾਂ ਦੇ ਕੋਲ ਇਹ ਕਹਿ ਕੇ ਘੱਲਿਆ ਕਿ ਉਹ ਮੇਰੇ ਪੁੱਤਰ ਦਾ ਮਾਣ ਕਰਨ। ਪਰ ਉਹਨਾਂ ਮਾਲੀਆਂ ਨੇ ਆਪੋ ਵਿੱਚ ਕਿਹਾ, ਵਾਰਸ ਤਾਂ ਇਹੋ ਹੀ ਹੈ, ਆਓ ਇਹਨੂੰ ਮਾਰ ਸੁੱਟੀਏ ਤਾਂ ਵਿਰਸਾ ਸਾਡਾ ਹੋ ਜਾਵੇਗਾ। ਔਰ ਉਹਨਾਂ ਨੇ ਉਹਨੂੰ ਫੜ ਕੇ ਮਾਰ ਸੁੱਟਿਆ ਅਤੇ ਉਹਨੂੰ ਬਾਗੋਂ ਬਾਹਰ ਸੁੱਟਿਆ। ਸੋ ਬਾਗ ਦਾ ਮਾਲਕ ਕੀ ਕਰੇਗਾ? ਉਹ ਆ ਕੇ ਮਾਲੀਆਂ ਦਾ ਨਾਸ਼ ਕਰੇਗਾ ਅਤੇ ਅੰਗੂਰ ਦਾ ਬਾਗ ਹੋਰਨਾਂ ਨੂੰ ਸੌਂਪੇਗਾ। ਕੀ ਤੁਸਾਂ ਇਹ ਲਿਖਤ ਵੀ ਨਹੀਂ ਪੜ੍ਹੀ? ਕਿਉਂਕਿ ਜਿਸ ਪੱਥਰ ਨੂੰ ਰਾਜਾ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੂ ਦੀ ਵੱਲੋਂ ਹੋਇਆ ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਤਦ ਉਹਨਾਂ ਨੇ ਚਾਹਿਆ ਜੋ ਉਹਨੂੰ ਫੜ ਲੈਣ, ਪਰ ਲੋਕਾਂ ਤੋਂ ਡਰੇ, ਕਿਉਂ ਜੋ ਉਹਨਾਂ ਨੇ ਜਾਣ ਲਿਆ ਸੀ ਭਾਈ ਉਹਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਕਿਹਾ ਹੈ। ਅਤੇ ਉਹ ਉਸ ਨੂੰ ਛੱਡ ਕੇ ਚਲੇ ਗਏ। ਫਿਰ ਉਹਨਾਂ ਨੇ ਫਰੀਸੀਆਂ ਅਤੇ ਹੈਰੋਦੀਆਂ ਵਿੱਚੋਂ ਕਈਆਂ ਨੂੰ ਉਹਦੇ ਕੋਲ ਘੱਲਿਆ, ਜੋ ਉਹਨੂੰ ਉਹਦੀਆਂ ਗੱਲਾਂ ਵਿੱਚ ਫਾਹੀ ਵਿੱਚ ਫਸਾਉਣ। ਸੋ ਉਹਨਾਂ ਨੇ ਆਣ ਕੇ ਉਸ ਨੂੰ ਆਖਿਆ, ਗੁਰੂ ਜੀ, ਅਸੀਂ ਜਾਣਦੇ ਹਾਂ
ਜੋ ਤੂੰ ਸੱਚਾ ਹੈ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ, ਕਿਉਂਕਿ ਤੂੰ ਮਨੁੱਖਾਂ ਦੇ ਪੱਖ ਨਹੀਂ ਕਰਦਾ, ਸਗੋਂ ਸੱਚਾਈ ਨਾਲ ਪਰਮੇਸ਼ਵਰ ਦਾ ਰਾਹ ਦੱਸਦਾ ਹੈ। ਕੈਸਰ ਨੂੰ ਜਜ਼ੀਆ ਦੇਣਾ ਯੋਗ ਹੈ ਕਿ ਨਹੀਂ, ਅਸੀਂ ਦਈਏ ਕਿ ਨਾ ਦਈਏ? ਪਰ ਉਸ ਨੇ ਉਹਨਾਂ ਦਾ ਕਪਟ ਜਾਣ ਕੇ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਪਰਤਾਉਂਦੇ ਹੋ? ਇੱਕ ਅਠੰਨੀ ਮੇਰੇ ਕੋਲ ਲਿਆਓ ਤਾਂ ਵੇਖਾਂ। ਸੋ ਉਹ ਲਿਆਏ। ਤਦ ਉਸ ਨੇ ਉਹਨਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਹਦੀ ਹੈ? ਉਹਨਾਂ ਉਸ ਨੂੰ ਆਖਿਆ, ਕੈਸਰ ਦੀ। ਤਦ ਯਿਸੂ ਨੇ ਉਹਨਾਂ ਨੂੰ ਕਿਹਾ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦੇ ਦਿਓ, ਅਤੇ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਦੀਆਂ ਹਨ ਸੋ ਪਰਮੇਸ਼ਵਰ ਨੂੰ ਦੇ ਦਿਓ। ਤਾਂ ਉਹ ਸਭ ਬਹੁਤ ਹੈਰਾਨ ਹੋਏ। ਫਿਰ ਸਦੂਕੀ, ਜਿਹੜੇ ਆਖਦੇ ਸਨ ਭਾਈ ਕਿਆਮਤ ਨਹੀਂ ਹੋਣੀ, ਉਹਦੇ ਕੋਲ ਆਏ ਅਤੇ ਉਸ ਤੋਂ ਇਹ ਸਵਾਲ ਕੀਤਾ ਕਿ ਗੁਰੂ ਜੀ, ਸਾਡੇ ਲਈ ਮੂਸਾ ਨੇ ਇਹ ਲਿਖਿਆ ਹੈ ਭਾਈ ਜੇ ਕਿਸੇ ਦਾ ਭਾਈ ਮਰ ਜਾਵੇ ਅਤੇ ਉਹਦੀ ਤੀਵੀ ਰਹੇ ਔਰ ਕੋਈ ਔਲਾਦ ਨਾ ਛੱਡ ਗਿਆ ਹੋਵੇ ਤਾਂ ਉਹਦਾ ਭਾਈ ਉਹਦੀ ਤੀਵੀ ਨੂੰ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ਼ ਉਤਪੰਨ ਕਰੇ। 7 ਭਾਈ ਹਨ ਅਤੇ ਪਹਿਲੇ ਨੇ ਤੀਵੀ ਕੀਤੀ ਔਰ ਔਂਤ ਮਰ ਗਿਆ, ਔਰ ਦੂਏ ਨੇ ਉਹਨੂੰ ਕਰ ਲਿਆ ਅਤੇ ਔਂਤ ਮਰ ਗਿਆ, ਅਤੇ ਇਸੇ ਤਰ੍ਹਾਂ ਧੀਆਂ ਵੀ 7 ਔਂਤ ਮਰ ਗਏ, ਅਤੇ ਸਾਰਿਆਂ ਪਿੱਛੋਂ ਉਹਦੀ ਤੀਵੀ ਵੀ ਮਰ ਗਈ। ਕਿਆਮਤ ਨੂੰ ਉਹ ਉਹਨਾਂ ਵਿੱਚੋਂ ਕਿਹਦੀ ਤੀਵੀ ਹੋਊ, ਕਿਉਂ ਜੋ ਉਹ 7 ਨੇ ਉਹਨੂੰ ਇਸਤਰੀ ਕਰਕੇ ਵਸਾਇਆ ਸੀ। ਯਿਸੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸੇ ਕਰਕੇ ਇਸ ਭੁੱਲ ਵਿੱਚ ਪਏ ਹੋ ਕਿ ਤੁਸੀਂ ਨਾ ਪੁਸਤਕਾਂ ਨੂੰ ਨਾ ਪਰਮੇਸ਼ਵਰ ਦੀ ਸਮਰਥਾ ਨੂੰ ਜਾਣਦੇ ਹੋ, ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਉਹ ਨਾ ਵਿਆਹ ਕਰਦੇ ਹਨ ਨਾ ਵਿਆਹੇ ਜਾਂਦੇ ਹਨ, ਪਰ ਸਵਰਗੀ ਦੂਤਾਂ ਵਰਗੇ ਹਨ। ਪਰ ਮੁਰਦਿਆਂ ਦੇ ਵਿਖੇ ਜੋ ਉਹ ਜਿਵਾਲੇ ਜਾਂਦੇ ਹਨ, ਕੀ ਤੁਸੀਂ ਮੂਸਾ ਦੀ ਪੋਥੀ ਵਿੱਚ ਝਾੜੀ ਦੀ ਕਥਾ ਨਹੀਂ ਪੜ੍ਹਿਆ, ਜੋ ਪਰਮੇਸ਼ਵਰ ਨੇ ਉਹਨੂੰ ਕਿਹਕੋ ਆਖਿਆ ਸੀ ਕਿ ਮੈਂ ਅਬਰਾਹਮ ਦਾ ਪਰਮੇਸ਼ਵਰ ਅਤੇ ਇਸਾਕ ਦਾ ਪਰਮੇਸ਼ਵਰ ਅਤੇ ਯਾਕੂਬ ਦਾ ਪਰਮੇਸ਼ਵਰ ਹਾਂ। ਉਹ ਮੁਰਦਿਆਂ ਦਾ ਪਰਮੇਸ਼ਵਰ ਤਾਂ ਨਹੀਂ, ਸਗੋਂ ਜਿਉਂਦਿਆਂ ਦਾ ਹੈ। ਤੁਸੀਂ ਵੱਡੀ ਭੁੱਲ ਵਿੱਚ ਪਏ ਹੋ। ਗ੍ਰੰਥੀਆਂ ਵਿੱਚੋਂ ਇੱਕ ਨੇ ਕੋਲ ਆਣ ਕੇ ਉਹਨਾਂ ਦਾ ਸਵਾਲ ਜਵਾਬ ਸੁਣਿਆ ਅਤੇ ਇਹ ਸਮਝ ਕੇ ਭਾਈ ਉਸਨੇ ਉਹਨਾਂ ਨੂੰ ਚੰਗਾ ਜਵਾਬ ਦਿੱਤਾ ਹੈ, ਉਹਨੂੰ ਪੁੱਛਿਆ, ਸਭਨਾਂ ਹੁਕਮਾਂ ਵਿੱਚੋਂ ਕਿਹੜਾ ਵੱਡਾ ਹੁਕਮ ਹੈ? ਯਿਸੂ ਨੇ ਜਵਾਬ ਦਿੱਤਾ, ਭਾਈ ਇਹ ਮੁੱਖ ਹੈ ਕਿ ਹੇ ਇਸਰਾਏਲ ਸੁਣ, ਪ੍ਰਭੂ ਸਾਡਾ ਪਰਮੇਸ਼ਵਰ ਇੱਕੋ ਹੈ, ਔਰ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧੀ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ। ਦੁਆ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਹਨਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ। ਤਦ ਉਸ ਗ੍ਰੰਥੀ ਨੇ ਉਹਨੂੰ ਕਿਹਾ, ਗੁਰੂ ਜੀ ਠੀਕ, ਤੂੰ ਵੀ ਸੱਚ ਆਖਿਆ ਹੈ, ਭਾਈ ਉਹ ਇੱਕੋ ਹੈ ਅਤੇ ਉਹਦੇ ਬਿਨਾਂ ਹੋਰ ਕੋਈ ਨਹੀਂ, ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਉਸ ਨੂੰ ਪਿਆਰ ਕਰਨਾ ਔਰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਕਰਨਾ ਸਾਰੇ ਹੋਮਾਂ ਅਤੇ ਬਲੀਦਾਨਾਂ ਨਾਲੋਂ ਵੱਧ ਹੈ। ਜਦ ਯਿਸੂ ਨੇ ਡਿੱਠਾ ਕਿ ਉਹਨੇ ਅਕਲ ਨਾਲ ਉੱਤਰ ਦਿੱਤਾ ਹੈ ਤਾਂ ਉਹਨੂੰ ਕਿਹਾ, ਤੂੰ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹੈ। ਇਹਦੋਂ ਅੱਗੇ ਤੂੰ ਹਿਉਂ ਨਾ ਪਿਆ ਜੋ ਕਿਸੇ ਕੋਲੋਂ ਕੁਝ ਸਵਾਲ ਨਾ ਕਰੇ। ਯਿਸੂ ਨੇ ਹੈਕਲ ਵਿੱਚ ਉਪਦੇਸ਼ ਕਰਦੇ ਹੋਏ ਅੱਗੋਂ ਆਖਿਆ, ਗ੍ਰੰਥੀ ਕੀਕਰ ਕਹਿੰਦੇ ਹਨ ਭਾਈ ਮਸੀਹ ਦਾਊਦ ਦਾ ਪੁੱਤਰ ਹੈ। ਦਾਊਦ ਨੇ ਪਵਿੱਤਰ ਆਤਮਾ ਦੇ ਰਾਹੀਂ ਆਪੇ ਆਖਿਆ ਹੈ ਕਿ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠਾਂ ਨਾ ਕਰ ਦਿਆਂ। ਦਾਊਦ ਤਾਂ ਆਪੇ ਉਹਨਾਂ ਨੂੰ ਪ੍ਰਭੂ ਆਖਦਾ ਹੈ, ਫਿਰ ਉਹ ਉਸ ਦਾ ਪੁੱਤਰ ਕਿੱਥੋਂ ਹੋਇਆ? ਅਤੇ ਵੱਡੀ ਭੀੜ ਖੁਸ਼ੀ ਨਾਲ ਉਹਦੀ ਸੁਣਦੀ ਸੀ। ਉਸ ਨੇ ਉਪਦੇਸ਼ ਵਿੱਚ ਕਿਹਾ, ਗ੍ਰੰਥੀਆਂ ਤੋਂ ਚੌਕਸ ਰਹੋ, ਜਿਹੜੇ ਲੰਮੇ ਵਸਤਰ ਪਹਿਨੀ ਤੁਰਨ ਫਿਰਨ ਅਤੇ ਬਾਜ਼ਾਰਾਂ ਵਿੱਚ ਸਲਾਮ ਲੈਣ ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਜ਼ਿਆਫਤਾਂ ਵਿੱਚ ਉੱਚੀਆਂ ਥਾਵਾਂ ਨੂੰ ਲੋਚਦੇ ਹਨ। ਉਹ ਵਿਧਵਾ ਦੇ ਘਰ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾ ਕਰਦੇ ਹਨ। ਉਹਨਾਂ ਨੂੰ ਵਧੀਕ ਸਜ਼ਾ ਮਿਲੇਗੀ। ਉਹ ਖਜ਼ਾਨੇ ਦੇ ਸਾਹਮਣੇ ਬੈਠ ਕੇ ਵੇਖ ਰਿਹਾ ਸੀ ਜੋ ਲੋਕ ਖਜ਼ਾਨੇ ਵਿੱਚ ਕਿਸ ਤਰ੍ਹਾਂ ਪੈਸੇ ਟਕੇ ਪਾਉਂਦੇ ਹਨ, ਔਰ ਬਥੇਰੇ ਧਨਵਾਨਾਂ ਨੇ ਬਹੁਤ ਕੁਝ ਪਾਇਆ। ਅਤੇ ਇੱਕ ਕੰਗਾਲ ਵਿਧਵਾ ਨੇ ਆ ਕੇ 2 ਦਮੜੀਆਂ ਅਰਥਾਤ ਧੇਲਾ ਪਾਇਆ। ਤਾਂ ਉਹਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਾਈ, ਜਿਹੜੇ ਖਜ਼ਾਨਿਆਂ ਵਿੱਚ ਪਾਉਂਦੇ ਹਨ ਉਹਨਾਂ ਸਭਨਾਂ ਨਾਲੋਂ ਕੰਗਾਲ ਵਿਧਵਾ ਨੇ ਬਹੁਤਾ ਪਾਇਆ ਹੈ, ਕਿਉਂ ਜੋ ਉਹ ਸਭਨਾਂ ਨੇ ਆਪਣੇ ਵਾਫਰ ਮਾਲ ਵਿੱਚੋਂ ਕੁਝ ਪਾਇਆ ਹੈ, ਪਰ ਇਸ ਨੇ ਆਪਣੀ ਥੋੜ ਵਿੱਚੋਂ ਜੋ ਕੁਝ ਇਹਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ। 13ਵਾਂ ਬਾਪ। ਜਦ ਉਹ ਹੈਕਲੋਂ ਬਾਹਰ ਜਾ ਰਿਹਾ ਸੀ ਤਾਂ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਗੁਰੂ ਜੀ ਵੇਖੋ, ਇਹ ਕਿਹੋ ਜਿਹਾ ਪੱਥਰ ਅਤੇ ਕਿਹੋ ਜਿਹੀਆਂ ਇਮਾਰਤਾਂ ਹਨ। ਤਾਂ ਯਿਸੂ ਨੇ ਉਹਨੂੰ ਕਿਹਾ, ਕੀ ਤੂੰ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈ? ਇੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡਿੱਗਿਆ ਨਾ ਜਾਵੇ।
ਜਦ ਉਹ ਜੈਤੂਨ ਦੇ ਪਹਾੜ ਉੱਤੇ ਹੈਕਲ ਦੇ ਸਾਹਮਣੇ ਬੈਠਾ ਸੀ, ਪਤਰਸ ਅਤੇ ਯਾਕੂਬ ਅਤੇ ਯਹੂਨਾ ਅਤੇ ਅੰਦਰਿਆਸ ਨੇ ਨਿਰਾਲੇ ਵਿੱਚ ਉਹਦੇ ਅੱਗੇ ਅਰਜ਼ ਕੀਤੀ, ਜੋ ਸਾਨੂੰ ਇਹ ਗੱਲਾਂ ਦੱਸ, ਇਹ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਲੱਛਣ ਹੋਵੇਗਾ ਜਦ ਇਹ ਸਭ ਪੂਰੀਆਂ ਹੋਣਗੀਆਂ। ਯਿਸੂ ਨੇ ਉਹਨਾਂ ਨੂੰ ਆਖਣ ਲੱਗਾ, ਚੌਕਸ ਰਹੋ ਭਾਈ, ਕੋਈ ਤੁਹਾਨੂੰ ਪਲਾਵੇ ਵਿੱਚ ਨਾ ਪਾਵੇ। ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ, ਮੈਂ ਉਹ ਹਾਂ, ਅਤੇ ਬਹੁਤਿਆਂ ਨੂੰ ਪਲਾਵੇ ਵਿੱਚ ਪਾ ਦੇਣਗੇ। ਜਦ ਲੜਾਈਆਂ ਅਤੇ ਲੜਾਈਆਂ ਦੀਆਂ ਆਵਾਜ਼ਾਂ ਸੁਣੋ ਤਾਂ ਘਬਰਾ ਨਾ ਜਾਣਾ। ਇਹਨਾਂ ਦਾ ਹੋਣਾ ਜ਼ਰੂਰ ਹੈ, ਪਰ ਅਜੇ ਅੰਤ ਨਹੀਂ, ਕਿਉਂ ਜੋ ਕੌਮ ਉੱਤੇ ਕੌਮ ਅਤੇ ਪਾਤਸ਼ਾਹੀ ਉੱਤੇ ਪਾਤਸ਼ਾਹੀ ਚੜ੍ਹਾਈ ਕਰੇਗੀ, ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ, ਅਤੇ ਅਜੇ ਸਭੇ ਪੀੜਾਂ ਦਾ ਮੁੱਢ ਹੈ। ਪਰ ਤੁਸੀਂ ਚੌਕਸ ਰਹੋ, ਕਿਉਂ ਜੋ ਤੁਹਾਨੂੰ ਮਜਲਿਸਾਂ ਦੇ ਵਾਲੇ ਕਰਨਗੇ। ਤੁਸੀਂ ਸਮਾਜਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ, ਤਾਂ ਜੋ ਉਹਨਾਂ ਅੱਗੇ ਸਾਖੀ ਹੋਵੇ। ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਅੱਗੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਪਰ ਜਦ ਤੁਹਾਨੂੰ ਲੈ ਕੇ ਹਵਾਲੇ ਕਰਨ, ਅੱਗੋਂ ਚਿੰਤਾ ਨਾ ਕਰਨੀ ਭਾਈ ਅਸੀਂ ਕੀ ਆਖਾਂਗੇ, ਪਰ ਜੋ ਕੁਝ ਉਸ ਘੜੀ ਤੁਹਾਨੂੰ ਬਖਸ਼ਿਆ ਜਾਵੇ ਸੋਈ ਕਹਿਣਾ, ਕਿਉਂਕਿ ਕਹਿਣ ਵਾਲੇ ਤੁਸੀਂ ਨਹੀਂ ਹੋ, ਪਰ ਪਵਿੱਤਰ ਆਤਮਾ ਹੈ। ਅਤੇ ਭਾਈ ਭਾਈ ਨੂੰ ਅਤੇ ਪਿਓ ਪੁੱਤ ਨੂੰ ਮਰਵਾਉਣ ਲਈ ਫੜਵਾਵੇਗਾ, ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋ ਕੇ ਉਹਨਾਂ ਨੂੰ ਮਰਵਾ ਸੁੱਟਣਗੇ। ਔਰ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਜਦ ਤੁਸੀਂ ਉਸ ਉਜਾੜਨ ਵਾਲੀ ਘਿਨਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਚਾਹੀਦਾ ਉੱਥੇ ਖੜੀ ਵੇਖੋਗੇ, ਤਦ ਉਹ ਜਿਹੜੇ ਯਹੂਦੀਆਂ ਵਿੱਚੋਂ ਹੋਣ ਪਹਾੜਾਂ ਨੂੰ ਭੱਜ ਜਾਣ, ਅਤੇ ਜਿਹੜਾ ਕੋਠੇ ਉੱਤੇ ਬੈਠਾ ਹੋਵੇ ਹੇਠਾਂ ਨਾ ਉਤਰੇ, ਅਤੇ ਆਪਣੇ ਘਰੋਂ ਕੁਝ ਕੱਢ ਕੇ ਲੈ ਜਾਣ ਲਈ ਅੰਦਰ ਨਾ ਵੜੇ, ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। ਪਰ ਅਫਸੋਸ ਉਹਨਾਂ ਤੇ ਜਿਹੜੀਆਂ ਉਸ ਦਿਨ ਗਰਵਣੀਆਂ ਅਤੇ ਦੁੱਧ ਚੁਗਾਉਣ ਵਾਲੀਆਂ ਹੋਣਗੀਆਂ। ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਹ ਸਿਆਲ ਵਿੱਚ ਨਾ ਹੋਵੇ, ਕਿਉਂ ਜੋ ਉਨੀ ਦਿਨੀ ਐਡਾ ਕਸ਼ਟ ਹੋਵੇਗਾ ਜੋ ਸ੍ਰਿਸ਼ਟ ਦੇ ਮੁੱਢੋਂ ਜਿਹਨੂੰ ਪਰਮੇਸ਼ਰ ਨੇ ਸਾਜਿਆ ਹੈ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ। ਔਰ ਜੇ ਪ੍ਰਭੂ ਉਹਨਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਸਰੀਰ ਵੀ ਬਚਦਾ ਨਾ। ਪਰ ਉਹਨੇ ਚੁਣਿਆ ਹੋਇਆਂ ਦੀ ਖਾਤਰ, ਜਿਨ੍ਹਾਂ ਨੂੰ ਉਹਨੇ ਚੁਣਿਆ ਹੈ, ਉਹਨਾਂ ਲਈ ਉਹ ਦਿਨਾਂ ਨੂੰ ਘਟਾਇਆ ਹੈ। ਅਤੇ ਉਸ ਸਮੇਂ ਜੋ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਇੱਥੇ ਹੈ ਜਾਂ ਉੱਥੇ ਹੈ, ਤਾਂ ਸੱਚ ਨਾ ਮੰਨਣਾ, ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਖੜੇ ਹੋਣਗੇ ਅਤੇ ਨਿਸ਼ਾਨ ਅਤੇ ਅਚਰਜ ਦੇ ਕੰਮ ਵਿਖਾਉਣਗੇ, ਅਤੇ ਜੇ ਹੋ ਸਕੇ ਤਾਂ ਉਹ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਪਰ ਤੁਸੀਂ ਚੌਕਸ ਰਹੋ ਅਤੇ ਵੇਖੋ, ਮੈਂ ਤੁਹਾਨੂੰ ਅੱਗੇ ਹੀ ਦੱਸ ਦਿੱਤਾ ਹੈ। ਪਰ ਉਨੀ ਦਿਨੀ ਸੂਰਜ ਝੱਟ ਹਨੇਰਾ ਹੋ ਜਾਵੇਗਾ ਅਤੇ ਚੰਨ ਆਪਣੀ ਚਾਨਣੀ ਨਾ ਦੇਵੇਗਾ, ਅਤੇ ਤਾਰੇ ਆਕਾਸ਼ ਤੋਂ ਡਿੱਗ ਪੈਣਗੇ, ਅਤੇ ਜਿਹੜੀਆਂ ਸ਼ਕਤੀਆਂ ਆਕਾਸ਼ ਵਿੱਚ ਹਨ ਹਿਲਾਈਆਂ ਜਾਣਗੀਆਂ। ਤਦ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰਥਾ ਅਤੇ ਤੇਜ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ। ਉਸ ਵੇਲੇ ਉਹ ਦੂਤਾਂ ਨੂੰ ਭੇਜੇਗਾ ਅਤੇ ਚੌਹਾਂ ਕੂਟਾਂ ਉੱਤੋਂ ਧਰਤੀ ਦੀ ਹੱਦੋਂ ਆਕਾਸ਼ ਦੀ ਹੱਦ ਤਿੱਕਰ ਆਪਣੇ ਚੁਣਿਆ ਹੋਇਆਂ ਨੂੰ ਇਕੱਠਾ ਕਰਨਗੇ। ਫਿਰ ਅੰਜੀਰ ਦੇ ਵ੍ਰਿਕਸ਼ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹਦੀ ਟਹਿਣੀ ਨਰਮ ਹੁੰਦੀ ਹੈ ਅਤੇ ਪੱਤੇ ਫੁੱਟਦੇ ਹਨ, ਤਾਂ ਜਾਣ ਲੈਂਦੇ ਹੋ ਜੋ ਗਰਮੀ ਦੀ ਰੁੱਤ ਨੇੜੇ ਆਈ ਹੈ। ਇਸੇ ਤਰ੍ਹਾਂ ਤੁਸਾਂ ਨਾਲ ਵੀ ਜੋ ਤੁਸੀਂ ਵੇਖੋਗੇ ਇਹ ਗੱਲਾਂ ਹੁੰਦੀਆਂ ਹਨ, ਤਾਂ ਜਾਣੋ ਭਾਈ ਉਹ ਨੇੜੇ ਸਗੋਂ ਬੂਹੇ ਉੱਤੇ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਦ ਤੋੜੀ ਇਹ ਸਭੇ ਗੱਲਾਂ ਨਾ ਹੋ ਲੈਣ, ਇਹ ਪੀੜ੍ਹੀ ਨਾ ਬੀਤ ਜਾਵੇਗੀ। ਆਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੀ ਨਾ ਟਲਣਗੇ। ਪਰ ਉਸ ਦਿਨ ਨੂੰ ਜਾਂ ਉਸ ਘੜੀ ਦੇ ਵਿਖੇ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ, ਨਾ ਪੁੱਤਰ, ਕੇਵਲ ਪਿਤਾ। ਖਬਰਦਾਰ ਰਹੋ ਅਤੇ ਪ੍ਰਾਰਥਨਾ ਕਰੋ, ਕਿਉਂਕਿ ਤੁਸੀਂ ਨਹੀਂ ਜਾਣਦੇ ਉਹ ਵੇਲਾ ਕਦ ਹੋਵੇਗਾ। ਅਤੇ ਇੱਕ ਪ੍ਰਦੇਸ਼ ਦੇ ਗਏ ਹੋਏ ਮਨੁੱਖ ਵਰਗਾ ਹੈ, ਜਿਨ੍ਹੇ ਆਪਣੇ ਘਰੋਂ ਜਾਂਦਿਆਂ ਆਪਣੇ ਨੌਕਰਾਂ ਨੂੰ ਅਖਤਿਆਰ ਦਿੱਤਾ ਅਤੇ ਹਰੇਕ ਕੰਮ ਉਹਨਾਂ ਦੇ ਹੱਥਾਂ ਵਿੱਚ ਦਿੱਤਾ, ਅਤੇ ਦਰਬਾਰ ਨੂੰ ਹੁਕਮ ਦਿੱਤਾ, ਭਾਈ ਜਾਗਦਾ ਰਹਿ। ਸੋ ਜਾਗਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਭਾਈ ਘਰ ਦਾ ਮਾਲਕ ਕਦ ਆਵੇਗਾ, ਸਾਂਝ ਜਾਂ ਅੱਧੀ ਰਾਤ ਨੂੰ, ਜਾਂ ਕੁੱਕੜ ਦੇ ਬਾਂਗ ਦੇਣ ਦੇ ਵੇਲੇ, ਜਾਂ ਤੜਕੇ ਨੂੰ। ਤਾਂ ਅਜਿਹਾ ਨਾ ਹੋਵੇ ਜੋ ਅਚਾਨਕ ਆਣ ਕੇ ਤੁਹਾਨੂੰ ਸੁੱਤੇ ਪਏ ਵੇਖੇ। ਅਤੇ ਜੋ ਕੁਝ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ, ਭਾਈ ਜਾਗਦੇ ਰਹੋ। 14ਵਾਂ ਬਾਬ। 2 ਦਿਨਾਂ ਪਿੱਛੋਂ ਫਸਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਹੋਣ ਵਾਲਾ ਸੀ। ਪਰ ਪ੍ਰਧਾਨ ਜਾਜਕ ਅਤੇ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਜੋ ਉਹਨੂੰ ਕਿੱਕਰ ਛਲ ਨਾਲ ਫੜ ਕੇ ਜਾਨੋਂ ਮਾਰੀਏ। ਉਹਨਾਂ ਤਾਂ ਆਖਿਆ, ਤਿਉਹਾਰ ਦੇ ਦਿਨ ਨਹੀਂ, ਕਿਤੇ ਲੋਕਾਂ ਵਿੱਚ ਬਲਵਾ ਨਾ ਹੋਵੇ।
ਜਦ ਉਹ ਬੈਤਨੀਆ ਵਿੱਚ ਸ਼ਮੌਨ ਕੋੜੀ ਦੇ ਘਰ ਰੋਟੀ ਖਾਣ ਬੈਠਾ ਸੀ ਤਾਂ ਇੱਕ ਤੀਵੀਂ ਮਹਿੰਗ ਮੁੱਲਾ ਜਟਾ ਮਾਸੀ ਦਾ ਖਰਾ ਅਤਰ ਸ਼ੀਸ਼ੀ ਵਿੱਚ ਲਿਆਈ ਅਤੇ ਸ਼ੀਸ਼ੀ ਨੂੰ ਭੰਨ ਕੇ ਉਹਦੇ ਸਿਰ ਉੱਤੇ ਡੋਲ ਦਿੱਤਾ। ਤਦ ਕਿੰਨੇ ਆਪਣੇ ਮਨ ਵਿੱਚ ਖਿੱਚ ਕੇ ਬੋਲੇ, ਜੋ ਇਸਨੇ ਅਤਰ ਦਾ ਨੁਕਸਾਨ ਕਾਹਨੂੰ ਕੀਤਾ ਹੈ, ਕਿਉਂਕਿ ਹੋ ਸਕਦਾ ਸੀ ਜੋ ਇਹ ਅਤਰ 150 ਰੁਪਏ ਤੋਂ ਵਧੇਕ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ। ਸੋ ਉਸ ਤੀਵੀਂ ਨੂੰ ਝਿੜਕਣ ਲੱਗੇ, ਪਰ ਯਿਸੂ ਨੇ ਆਖਿਆ, ਇਹਨੂੰ ਛੱਡ ਦਿਓ, ਇਸ ਨੂੰ ਕਿਉਂ ਕੋਸਦੇ ਹੋ? ਉਸਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। ਕਿਉਂ ਜੋ ਕੰਗਾਲ ਸਦਾ ਤੁਹਾਡੇ ਨਾਲ ਹਨ ਤਾਂ ਜੋ ਚਾਹੋ ਉਹਨਾਂ ਨਾਲ ਭਲਾ ਕਰ ਸਕਦੇ ਹੋ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। ਜੋ ਉਸ ਉੱਤੇ ਬਣ ਪਿਆ ਉਸਨੇ ਕੀਤਾ। ਉਸਨੇ ਅੱਗੋਂ ਮੇਰੇ ਸਰੀਰ ਨੂੰ ਕਫਨਾਉਣ ਲਈ ਅਤੇ ਦਫਨਾਉਣ ਲਈ ਅਤਰ ਪਾ ਦਿੱਤਾ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਸੰਸਾਰ ਵਿੱਚ ਜਿੱਥੇ ਕਿਤੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਵੀ ਇਹ ਇਸਨੇ ਕੀਤਾ ਹੈ। ਉਸ ਦੀ ਯਾਦਗਾਰੀ ਲਈ ਕਿਹਾ ਜਾਵੇਗਾ। ਯਹੂਦਾ ਇਸਕਰਿਓਤੀ, ਜਿਹੜਾ ਉਹਨਾਂ 12 ਵਿੱਚੋਂ ਸੀ, ਪ੍ਰਧਾਨ ਜਾਜਕਾਂ ਕੋਲ ਚਲਾ ਗਿਆ ਭਾਈ ਉਸ ਨੂੰ ਉਹਨਾਂ ਦੇ ਹੱਥ ਫੜਵਾ ਦੇਵੇ, ਅਤੇ ਉਹ ਇਸ ਸੁਣ ਕੇ ਬਹੁਤ ਆਨੰਦ ਹੋਏ ਔਰ ਉਸ ਨੂੰ ਰੁਪਏ ਦੇਣ ਦਾ ਕਰਾਰ ਕੀਤਾ। ਤਦ ਉਹ ਉਸ ਦੀ ਗੱਲ ਦੇ ਪਿੱਛੇ ਲੱਗਾ ਜੋ ਕਿਸ ਤਰ੍ਹਾਂ ਮੌਕਾ ਪਾ ਕੇ ਉਹਨੂੰ ਫੜਵਾ ਦੇਵੇ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਦ ਪਸਾਹ ਦੇ ਲਈ ਬਲੀਦਾਨ ਕਰਦੇ ਹੁੰਦੇ ਸਨ ਤਾਂ ਉਹਦੇ ਚੇਲਿਆਂ ਨੇ ਉਹਨੂੰ ਕਿਹਾ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਜਾ ਕੇ ਤੇਰੇ ਲਈ ਪਸਾਹ ਤਿਆਰ ਕਰੀਏ? ਤਦ ਉਹਨੇ ਆਪਣੇ ਚੇਲਿਆਂ ਵਿੱਚੋਂ 2 ਨੂੰ ਘੱਲ ਕੇ ਉਹਨਾਂ ਨੂੰ ਆਖਿਆ, ਸ਼ਹਿਰ ਵਿੱਚ ਜਾਓ ਅਤੇ ਇੱਕ ਮਨੁੱਖ ਪਾਣੀ ਦਾ ਘੜਾ ਚੁੱਕੀ ਤੁਹਾਨੂੰ ਮਿਲੇਗਾ, ਉਹਦੇ ਮਗਰ ਤੁਰ ਪਾਓ, ਔਰ ਜਿਸ ਘਰ ਵਿੱਚ ਉਹ ਜਾਵੇ ਤੁਸੀਂ ਉਸ ਘਰ ਦੇ ਮਾਲਕ ਨੂੰ ਕਹੋ, ਜੋ ਸਾਡਾ ਗੁਰੂ ਆਖਦਾ ਹੈ, ਮੇਰਾ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਖਾਵਾਂ? ਉਹ ਆਪ ਹੀ ਤੁਹਾਨੂੰ ਇੱਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਸਵਾਰਿਆ ਹੋਇਆ ਵਿਖਾਏਗਾ। ਸੋ ਉੱਥੇ ਸਾਡੇ ਲਈ ਤਿਆਰੀ ਕਰੋ। ਤਾਂ ਚੇਲੇ ਚਲੇ ਗਏ ਔਰ ਸ਼ਹਿਰ ਵਿੱਚ ਜਾ ਕੇ ਜਿਹੋ ਜਿਹਾ ਉਹਨੇ ਉਹਨਾਂ ਨੂੰ ਦੱਸਿਆ ਸੀ ਤਿਹੋ ਜਿਹਾ ਹੀ ਡਿੱਠਾ ਅਤੇ ਪਸਾਹ ਤਿਆਰ ਕੀਤੀ। ਜਦ ਸੰਝ ਪਈ ਤਾਂ ਉਹਨਾਂ 12 ਦੇ ਨਾਲ ਆਇਆ, ਔਰ ਜਦ ਉਹ ਖਾਣ ਬੈਠੇ ਸਨ ਤਾਂ ਯਿਸੂ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਾਈ ਤੁਹਾਡੇ ਵਿੱਚੋਂ ਇੱਕ ਜੋ ਮੇਰੇ ਨਾਲ ਖਾਂਦਾ ਹੈ ਮੈਨੂੰ ਫੜਵਾਵੇਗਾ। ਤਦ ਉਹ ਉਦਾਸ ਹੋਣ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਮੈਂ ਹਾਂ। ਉਸ ਨੇ ਉਹਨਾਂ ਨੂੰ ਆਖਿਆ, 12 ਵਿੱਚੋਂ ਇੱਕ ਜਣਾ ਜਿਹੜਾ ਮੇਰੇ ਕਟੋਰੇ ਵਿੱਚ ਹੱਥ ਡੁਬੋਦਾ ਹੈ ਸੋਈ ਹੈ। ਮਨੁੱਖ ਦਾ ਪੁੱਤਰ ਤਾਂ ਜਦ ਜਾਂਦਾ ਹੈ ਜਿਵੇਂ ਉਹਦੇ ਹੱਕ ਵਿੱਚ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹਦੇ ਰਾਹੀਂ ਮਨੁੱਖ ਦਾ ਪੁੱਤਰ ਫੜਾਇਆ ਜਾਂਦਾ ਹੈ। ਉਸ ਲਈ ਭਲਾ ਹੁੰਦਾ ਜੇ ਉਹ ਨਿਜ ਜੰਮਦਾ। ਜਦ ਉਹ ਖਾ ਰਹੇ ਸਨ ਤਦ ਉਹਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਹਨਾਂ ਨੂੰ ਦੇ ਕੇ ਆਖਿਆ, ਲਓ ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦਿੱਤਾ, ਔਰ ਸਭਨਾਂ ਨੇ ਉਸ ਵਿੱਚੋਂ ਪੀਤਾ। ਅਤੇ ਉਹਨੇ ਉਹਨਾਂ ਨੂੰ ਆਖਿਆ, ਇਹ ਮੇਰਾ ਲਹੂ ਹੈ, ਅਰਥਾਤ ਨੇਮ ਦਾ ਲਹੂ, ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮੈਂ ਫਿਰ ਕਦੇ ਅੰਗੂਰ ਦਾ ਰਸ ਨਾ ਪੀਵਾਂਗਾ, ਜਿਸ ਦਿਨ ਤਿਕਰ ਪਰਮੇਸ਼ਵਰ ਦੇ ਰਾਜ ਵਿੱਚ ਉਹ ਨਾ ਪੀਵਾਂ। ਫਿਰ ਉਹ ਭਜਨ ਗਾ ਕੇ ਜੈਤੂਨ ਦੇ ਪਹਾੜ ਨੂੰ ਨਿਕਲ ਗਏ। ਤਾਂ ਯਿਸੂ ਨੇ ਉਹਨਾਂ ਨੂੰ ਆਖਿਆ, ਤੁਸੀਂ ਸਭੇ ਠੋਕਰ ਖਾਓਗੇ, ਕਿਉਂ ਜੋ ਇਹ ਲਿਖਿਆ ਹੈ, ਭਈ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਭੇਡਾਂ ਖਿੱਲਰ ਜਾਣਗੀਆਂ। ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਂਗਾ। ਤਦ ਪਤਰਸ ਨੇ ਉਹਨੂੰ ਆਖਿਆ, ਭਾਵੇਂ ਸਭੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ। ਅਤੇ ਯਿਸੂ ਨੇ ਉਹਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ, ਜੋ ਤੂੰ ਅੱਜ ਇਸੇ ਰਾਤ ਕੁੱਕੜ ਦੇ 2 ਵਾਰ ਬਾਂਗ ਦੇਣ ਤੋਂ ਪਹਿਲਾਂ 3 ਵਾਰੀ ਮੇਰਾ ਇਨਕਾਰ ਕਰੇਗਾ। ਪਰ ਉਹਨੇ ਵੱਡੇ ਹੱਠ ਨਾਲ ਕਿਹਾ, ਜੇ ਮੈਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਮੈਂ ਤੇਰਾ ਇਨਕਾਰ ਕਦੀ ਨਹੀਂ ਕਰਾਂਗਾ। ਅਤੇ ਸਭੇ ਇਸੇ ਤਰ੍ਹਾਂ ਬੋਲੇ। ਫਿਰ ਉਹ ਗਤਸਮਨੀ ਨਾਮੇ ਇੱਕ ਥਾਂ ਵਿੱਚ ਆਏ ਅਤੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇੱਥੇ ਬੈਠੋ। ਅਤੇ ਉਸਨੇ ਪਤਰਸ ਅਤੇ ਯਕੂਬ ਅਤੇ ਯਹੂਨਾ ਨੂੰ ਆਪਣੇ ਨਾਲ ਲਿਆ ਅਤੇ ਹੈਰਾਨ ਅਤੇ ਪਰੇਸ਼ਾਨ ਔਰ ਬਹੁਤ ਦਿਲਗੀਰ ਹੋਣ ਲੱਗਾ। ਉਸਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤਿੱਕਰ। ਤੁਸੀਂ ਇੱਥੇ ਠਹਿਰੋ ਅਤੇ ਜਾਗਦੇ ਰਹੋ। ਉਹ ਥੋੜਾ ਅੱਗੇ ਵੱਧ ਕੇ ਪੂੰਝੇ ਡਿੱਗ ਪਿਆ ਔਰ ਪ੍ਰਾਰਥਨਾ ਕੀਤੀ, ਜੇ ਹੋ ਸਕੇ ਤਾਂ ਇਹ ਘੜੀ ਮੈਥੋਂ ਟਲ ਜਾਵੇ। ਤਦ ਉਸਨੇ ਆਖਿਆ, ਹੇ ਅੱਬਾ, ਹੇ ਪਿਤਾ, ਤੈਥੋਂ ਸਭ ਕੁਝ ਹੋ ਸਕਦਾ ਹੈ। ਇਹ ਪਿਆਲਾ ਮੇਰੇ ਕੋਲੋਂ ਹਟਾ ਦੇ, ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ, ਪਰ ਉਹ ਜਿਹੜਾ ਤੂੰ ਚਾਹੁੰਦਾ ਹੈ। ਫਿਰ ਉਹਨੇ ਆਣ ਕੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ
ਅਤੇ ਪਤਰਸ ਨੂੰ ਆਖਿਆ, ਹੇ ਸ਼ਮੌਨ, ਤੂੰ ਸੌਂਦਾ ਹੈ? ਕੀ ਤੈਥੋਂ ਇੱਕ ਘੜੀ ਵੀ ਜਾਗ ਨਹੀਂ ਹੋਇਆ? ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪ੍ਰਤਾਵੇ ਵਿੱਚ ਨਾ ਪਾਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਤਾਂ ਉਹ ਫਿਰ ਗਿਆ ਅਤੇ ਉਹ ਗੱਲ ਕਹਿ ਕੇ ਪ੍ਰਾਰਥਨਾ ਕੀਤੀ ਅਤੇ ਫਿਰ ਆਣ ਕੇ ਉਸਨੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ, ਕਿਉਂ ਜੋ ਉਹਨਾਂ ਦੀਆਂ ਅੱਖਾਂ ਨੀਂਦਰ ਨਾਲ ਭਰੀਆਂ ਹੋਈਆਂ ਸਨ ਅਤੇ ਉਹ ਨਹੀਂ ਸਨ ਜਾਣਦੇ ਭਈ ਉਸ ਨੂੰ ਕੀ ਉੱਤਰ ਦੇਣ। ਤਦ ਉਹ ਤੀਜੀ ਵਾਰੀ ਆ ਕੇ ਉਹਨਾਂ ਨੂੰ ਕਿਹਾ, ਹੁਣ ਤੁਸੀਂ ਸੁੱਤੇ ਰਹੋ ਅਤੇ ਆਰਾਮ ਕਰੋ। ਬਸ ਘੜੀ ਆ ਪਹੁੰਚੀ ਹੈ। ਵੇਖੋ, ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਾਇਆ ਜਾਂਦਾ ਹੈ। ਉੱਠੋ ਚੱਲੀਏ। ਵੇਖੋ, ਮੇਰਾ ਫੜਾਉਣ ਵਾਲਾ ਨੇੜੇ ਆ ਗਿਆ ਹੈ। ਉਹ ਅਜੇ ਬੋਲਦਾ ਹੀ ਸੀ ਕਿ ਉਵੇਂ ਯਹੂਦਾ, ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ, ਆਇਆ ਅਤੇ ਪ੍ਰਧਾਨ ਜਾਂਚਕਾਂ ਔਰ ਗ੍ਰੰਥੀਆਂ ਔਰ ਬਜ਼ੁਰਗਾਂ ਦੀ ਵੱਲੋਂ ਇੱਕ ਭੀੜ ਤਲਵਾਰਾਂ ਅਤੇ ਡਾਂਗਾ ਫੜੀ ਉਹਨਾਂ ਦੇ ਨਾਲ ਸੀ। ਉਹਦੇ ਫੜਾਉਣ ਵਾਲੇ ਉਹਨਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ, ਭਾਈ ਜਿਹਨੂੰ ਮੈਂ ਚੁੰਮਾਂ ਉਹ ਹੈ। ਉਹਨੇ ਉਹਨੂੰ ਫੜ ਕੇ ਤਕੜਾਈ ਨਾਲ ਲੈ ਜਾਣਾ। ਸੋ ਜਦ ਉਹ ਆ ਗਿਆ ਤਾਂ ਝੱਟ ਉਹਦੇ ਕੋਲ ਜਾ ਕੇ ਉਸਨੂੰ ਕਿਹਾ, ਸਵਾਮੀ ਜੀ, ਅਤੇ ਉਹਨੂੰ ਚੁੰਮਿਆ। ਤਦ ਉਹਨੇ ਉਸਦੇ ਹੱਥ ਪਾਏ ਅਤੇ ਉਹਨੂੰ ਫੜ ਲਿਆ ਅਤੇ ਜਿਹੜੇ ਉੱਥੇ ਖੜੇ ਸਨ ਉਹਨਾਂ ਵਿੱਚੋਂ ਇੱਕ ਨੇ ਤਲਵਾਰ ਤੂਲ ਲਈ ਅਤੇ ਸਰਦਾਰ ਜਾਜਕ ਨੇ ਚਾਕਰ ਨੂੰ ਮਾਰ ਕੇ ਉਹਦਾ ਕੰਨ ਉਡਾ ਦਿੱਤਾ। ਤਦ ਯਿਸੂ ਨੇ ਉਹਨੂੰ ਅੱਗੋਂ ਆਖਿਆ, ਭਾਈ ਤਲਵਾਰਾਂ ਅਤੇ ਡਾਂਗਾ ਫੜੀ ਤੁਸੀਂ ਮੈਨੂੰ ਡਾਕੂ ਵਾਂਗੂ ਫੜਨ ਨਿਕਲੇ ਹੋ। ਮੈਂ ਰੋਜ਼ ਹੈਕਲ ਵਿੱਚ ਤੁਹਾਡੇ ਕੋਲ ਹੁੰਦਾ ਹਾਂ ਅਤੇ ਉਪਦੇਸ਼ ਦਿੰਦਾ ਸੀ, ਪਰ ਤੁਸਾਂ ਮੈਨੂੰ ਨਾ ਫੜਿਆ। ਪਰ ਇਹ ਇਸ ਲਈ ਹੋਇਆ ਜੋ ਲਿਖਤਾਂ ਪੂਰੀਆਂ ਹੋਣ। ਔਰ ਉਹ ਸਭੇ ਉਸ ਨੂੰ ਛੱਡ ਕੇ ਭੱਜ ਗਏ ਅਤੇ ਇੱਕ ਜਵਾਨ ਨੇ ਦੁਪੱਟਾ ਅਤੇ ਆਪਣੇ ਨੰਗੇ ਪਿੰਡੇ ਉੱਤੇ ਲਿਆ ਹੋਇਆ ਸੀ ਅਤੇ ਉਹਦੇ ਮਗਰ ਤੁਰਿਆ ਔਰ ਲੋਕਾਂ ਨੇ ਉਸ ਨੂੰ ਫੜ ਲਿਆ, ਪਰ ਉਹ ਦੁਪੱਟਾ ਛੱਡ ਕੇ ਨੰਗਾ ਭੱਜ ਗਿਆ। ਤਦ ਉਹ ਯਿਸੂ ਨੂੰ ਸਰਦਾਰ ਜਾਜਕ ਕੋਲ ਲੈ ਗਏ ਅਤੇ ਉੱਥੇ ਉਹਦੇ ਕੋਲ ਪ੍ਰਧਾਨ ਜਾਜਕ ਅਤੇ ਬਜ਼ੁਰਗ ਅਤੇ ਗ੍ਰੰਥੀ ਇਕੱਠੇ ਹੋਏ। ਔਰ ਪਤਰਸ ਕੁਝ ਵਿੱਥ ਨਾਲ ਉਹਨਾਂ ਦੇ ਪਿੱਛੇ ਪਿੱਛੇ ਸਰਦਾਰ ਜਾਜਕ ਦੇ ਵਿਹੜੇ ਤੀਕਰ ਅੰਦਰ ਗਿਆ ਅਤੇ ਸਿਪਾਹੀਆਂ ਦੇ ਨਾਲ ਬੈਠ ਕੇ ਅੱਗ ਸੇਕਣ ਲੱਗਾ। ਤਦ ਪ੍ਰਧਾਨ ਜਾਜਕ ਅਤੇ ਸਾਰੀ ਮਹਾਂਸਭਾ ਨੇ ਯਿਸੂ ਦੇ ਵਿਰੁੱਧ ਉਹਨੂੰ ਜਾਨੋਂ ਮਾਰਨ ਲਈ ਝੂਠੀ ਗਵਾਹੀ ਦਿੱਤੀ, ਪਰ ਨਾ ਲੱਭੀ। ਬਹੁਤਿਆਂ ਨੇ ਉਹਦੇ ਵਿਰੁੱਧ ਝੂਠੀ ਗਵਾਹੀ ਤਾਂ ਦਿੱਤੀ, ਪਰ ਉਹਨਾਂ ਨੂੰ ਗਵਾਹੀ ਇੱਕੋ ਜਿਹੀ ਨਾ ਸੀ। ਤਦ ਕਈਆਂ ਨੇ ਉੱਠ ਕੇ ਉਹਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ, ਭਾਈ ਅਸਾਂ ਉਹਨੂੰ ਇਹ ਆਖਦੇ ਸੁਣਿਆ ਹੈ, ਜੋ ਮੈਂ ਇਸ ਹੈਕਲ ਨੂੰ ਜਿਹੜੀ ਆਪਣੇ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਤੇ 3 ਦਿਨਾਂ ਵਿੱਚ ਹੋਰ ਬਿਨਾਂ ਹੱਥ ਲਾਏ ਬਣਾਵਾਂਗਾ। ਤਾਂ ਵੀ ਉਹਨਾਂ ਨੇ ਗਵਾਹੀ ਇੱਕੋ ਜਿਹੀ ਨਹੀਂ ਸੀ। ਤਾਂ ਸਰਦਾਰ ਜਾਜਕ ਵਿਚਾਲੇ ਖੜਾ ਹੋਇਆ ਅਤੇ ਯਿਸੂ ਨੂੰ ਪੁੱਛਿਆ, ਤੂੰ ਕੀ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। ਪਰ ਉਹ ਚੁੱਪ ਹੀ ਰਿਹਾ ਅਤੇ ਕੁਝ ਜਵਾਬ ਨਾ ਦਿੱਤਾ। ਸਰਦਾਰ ਜਾਜਕ ਨੇ ਫਿਰ ਉਹਨੂੰ ਪੁੱਛਿਆ, ਕੀ ਤੂੰ ਮਸੀਹ ਧੰਨ ਪਰਮੇਸ਼ਵਰ ਦਾ ਪੁੱਤਰ ਹੈ? ਯਿਸੂ ਨੇ ਆਖਿਆ, ਮੈਂ ਹਾਂ, ਔਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ। ਤਾਂ ਸਰਦਾਰ ਜਾਜਕ ਨੇ ਆਪਣੇ ਕੱਪੜੇ ਲਾਹ ਕੇ ਆਖਿਆ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? ਤੁਸਾਂ ਇਹ ਕੁਫਰ ਸੁਣਿਆ, ਤੁਹਾਡੀ ਕੀ ਰਾਏ ਹੈ? ਤਦ ਉਹਨਾਂ ਸਭਨਾਂ ਨੇ ਉਹਨੂੰ ਮਾਰੇ ਜਾਣ ਦੇ ਲਾਇਕ ਠਹਿਰਾਇਆ ਅਤੇ ਕਿੰਨੇ ਉਸ ਉੱਤੇ ਥੁੱਕਣ ਅਤੇ ਕਿੰਨੇ ਉਸ ਦਾ ਮੂੰਹ ਢੱਕਣ ਅਤੇ ਕਿੰਨੇ ਉਸ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਅੰਗਮ ਵਾਕ ਦੀ ਖਬਰ ਦੇ। ਔਰ ਸਿਪਾਹੀਆਂ ਨੇ ਉਹਨੂੰ ਲੈ ਕੇ ਚਪੇੜਾਂ ਮਾਰੀਆਂ। ਜਦ ਪਤਰਸ ਹੇਠਾਂ ਵਿਹੜੇ ਵਿੱਚ ਸੀ ਤਾਂ ਸਰਦਾਰ ਜਾਜਕਾਂ ਦੀਆਂ ਗੋਲੀਆਂ ਵਿੱਚੋਂ ਇੱਕ ਆਈ ਔਰ ਪਤਰਸ ਨੂੰ ਅੱਗ ਸੇਕਦਾ ਵੇਖ ਕੇ ਉਹਦੀ ਵੱਲ ਨਿਗਾਹ ਕਰਕੇ ਬੋਲੀ, ਤੂੰ ਵੀ ਯਿਸੂ ਨਾਸਰੀ ਦੇ ਨਾਲ ਸੈਂ? ਪਰ ਉਹ ਮੁੱਕਰ ਗਿਆ, ਮੈਂ ਨਹੀਂ ਜਾਣਦਾ। ਮੇਰੀ ਸਮਝ ਵਿੱਚ ਆਉਂਦਾ ਹੈ ਭਈ ਤੂੰ ਕੀ ਆਖਦੀ ਹੈ। ਅਤੇ ਉਹ ਬਾਹਰ ਡਿਓੜੀ ਵਿੱਚ ਚਲਾ ਗਿਆ। ਤਾਂ ਗੋਲੀ ਉਹਨੂੰ ਫੇਰ ਵੇਖ ਕੇ ਉਹਨਾਂ ਨੂੰ ਜਿਹੜੇ ਉੱਥੇ ਖੜੇ ਸਨ ਆਖਣ ਲੱਗੀ, ਇਹ ਵੀ ਉਹਨਾਂ ਵਿੱਚੋਂ ਇੱਕ ਹੈ। ਪਰ ਉਹ ਫੇਰ ਮੁੱਕਰ ਗਿਆ ਅਤੇ ਥੋੜੇ ਚਿਰ ਪਿੱਛੋਂ ਫਿਰ ਉਹਨਾਂ ਨੇ ਜਿਹੜੇ ਉੱਥੇ ਖੜੇ ਸਨ ਪਤਰਸ ਨੂੰ ਕਿਹਾ, ਸੱਚਮੁੱਚ ਤੂੰ ਉਹਨਾਂ ਵਿੱਚੋਂ ਇੱਕ ਹੈ ਜੋ ਗਲੀਲੀ ਹਨ। ਪਰ ਉਹ ਸ਼ਰਾਬ ਦੇਣ ਅਤੇ ਸਹੁੰ ਖਾਣ ਲੱਗਾ, ਭਾਈ ਮੈਂ ਉਸ ਮਨੁੱਖ ਨੂੰ ਜਿਹਦੀ ਤੁਸੀਂ ਗੱਲ ਕਰਦੇ ਹੋ ਨਹੀਂ ਜਾਣਦਾ। ਔਰ ਝੱਟ 2 ਵਾਰ ਕੁੱਕੜ ਨੇ ਬਾਂਗ ਦਿੱਤੀ ਅਤੇ ਪਤਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯਿਸੂ ਨੇ ਉਹਨੂੰ ਆਖੀ ਸੀ, ਜੋ ਕੁੱਕੜ ਦੇ 2 ਵਾਰ ਬਾਂਗ ਦੇਣ ਤੋਂ ਅੱਗੇ ਤੂੰ 3 ਵਾਰੀ ਮੇਰਾ ਇਨਕਾਰ ਕਰੇਂਗਾ। ਅਤੇ ਉਹ ਉਸ ਗੱਲ ਨੂੰ ਸੋਚ ਕੇ ਰੋਣ ਲੱਗਾ। 15ਵਾਂ ਬਾਬ। ਸਵੇਰ ਹੁੰਦਿਆਂ ਹੀ ਪ੍ਰਧਾਨ ਜਾਜਕਾਂ ਨੇ ਅਤੇ ਬਜ਼ੁਰਗਾਂ ਨੇ ਅਤੇ ਗ੍ਰੰਥੀਆਂ ਸਣੇ ਉਹ ਸਾਰੀ ਮਹਾਂਸਭਾ ਨੇ ਸਲਾਹ ਕਰਕੇ ਯਿਸੂ ਨੂੰ ਬੰਨ੍ਹਿਆ ਅਤੇ ਲਿਜਾ ਕੇ ਪਿਲਾਤੂਸ ਦੇ ਹਵਾਲੇ ਕੀਤਾ। ਪਿਲਾਤੂਸ ਨੇ ਉਸ ਤੋਂ ਪੁੱਛਿਆ,
ਭਲਾ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ। ਤਾਂ ਪ੍ਰਧਾਨ ਜਾਜਕਾਂ ਨੇ ਉਸ ਨੂੰ ਬਹੁਤ ਦੋਸ਼ ਲਾਏ। ਪਿਲਾਤੂਸ ਨੇ ਉਸ ਤੋਂ ਫੇਰ ਪੁੱਛਿਆ, ਤੂੰ ਕੀ ਜਵਾਬ ਨਹੀਂ ਦਿੰਦਾ? ਵੇਖ, ਉਹ ਤੇਰੇ ਉੱਤੇ ਕਿੰਨੀਆਂ ਗੱਲਾਂ ਦਾ ਦੋਸ਼ ਲਾਉਂਦੇ ਹਨ। ਪਰ ਯਿਸੂ ਨੇ ਫੇਰ ਕੁਝ ਨਾ ਜਵਾਬ ਦਿੱਤਾ। ਇੱਥੋਂ ਤੱਕ ਜੋ ਪਿਲਾਤੂਸ ਹੈਰਾਨ ਹੋਇਆ। ਉਹ ਉਸ ਤਿਉਹਾਰ ਉੱਤੇ ਇੱਕ ਕੈਦੀ, ਜਿਹਦੇ ਲਈ ਲੋਕ ਅਰਜ਼ ਕਰਦੇ ਸਨ, ਉਹਨਾਂ ਦੀ ਖਾਤਰ ਛੱਡਦਾ ਹੁੰਦਾ ਸੀ। ਬਰਬਾਸ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਉਹਨਾਂ ਪਰਦਾਸੀਆਂ ਦੇ ਨਾਲ ਜਿਨ੍ਹਾਂ ਦਾ ਪਤਾਸ ਵਿੱਚ ਖੂਨ ਕੀਤਾ, ਕੈਦ ਵਿੱਚ ਪਾਇਆ ਹੋਇਆ ਸੀ। ਅਤੇ ਲੋਕਾਂ ਨੇ ਨੇੜੇ ਜਾ ਕੇ ਅਰਜ਼ ਕੀਤੀ, ਜੋ ਉਹ ਦਸਤੂਰ ਦੇ ਅਨੁਸਾਰ ਸਾਡੇ ਲਈ ਕਰੇ। ਪਿਲਾਤੂਸ ਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ? ਕਿਉਂ ਜੋ ਉਹਨੇ ਮਾਲੂਮ ਕੀਤਾ ਸੀ ਭਾਈ ਪ੍ਰਧਾਨ ਜਾਜਕਾਂ ਨੂੰ ਖਾਰ ਦੇ ਮਾਰੇ ਉਹਨੂੰ ਹਵਾਲੇ ਕੀਤਾ ਹੈ। ਪਰ ਪ੍ਰਧਾਨ ਜਾਜਕਾਂ ਨੇ ਭੀੜ ਨੂੰ ਚੁੱਕਿਆ ਜੋ ਉਹ ਬਰਨਬਾਸ ਹੀ ਉਹਨਾਂ ਦੀ ਖਾਤਰ ਛੱਡ ਦੇਵੇ। ਪਿਲਾਤੂਸ ਨੇ ਅੱਗੋਂ ਉਹਨਾਂ ਨੂੰ ਫੇਰ ਆਖਿਆ, ਤਾਂ ਜਿਹਨੂੰ ਤੁਸੀਂ ਯਹੂਦੀਆਂ ਦਾ ਪਾਤਸ਼ਾਹ ਕਹਿੰਦੇ ਹੋ, ਮੈਂ ਉਹਦੇ ਨਾਲ ਕੀ ਕਰਾਂ? ਫਿਰ ਉਹ ਦੰਦ ਪਾ ਕੇ ਬੋਲੇ, ਉਹਨੂੰ ਸਲੀਬ ਦਿਓ। ਪਿਲਾਤੂਸ ਨੇ ਉਹਨਾਂ ਨੂੰ ਆਖਿਆ, ਕਿਉਂ? ਇਸ ਲਈ ਕਿ ਇਹਨੇ ਕੀ ਬੁਰਾਈ ਕੀਤੀ ਹੈ? ਪਰ ਉਹ ਹੋਰ ਵੀ ਦੰਡ ਪਾ ਕੇ ਬੋਲੇ, ਉਹਨੂੰ ਸਲੀਬ ਦਿਓ। ਤਦ ਪਿਲਾਤੂਸ ਨੇ ਲੋਕਾਂ ਨੂੰ ਰਾਜੀ ਕਰਨ ਦੀ ਮਨਸ਼ਾ ਨਾਲ ਉਹਨਾਂ ਦੇ ਲਈ ਬਰਨਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋੜੇ ਮਾਰ ਕੇ ਉਹਨਾਂ ਦੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ। ਤਾਂ ਸਿਪਾਹੀ ਉਹਨੂੰ ਉਸ ਵਿਹੜੇ ਵਿੱਚ ਜਿੱਥੇ ਹਾਕਮ ਦੀ ਕਚਹਿਰੀ ਹੈ ਲੈ ਗਏ ਔਰ ਸਾਰੇ ਜੱਥੇ ਨੂੰ ਇਕੱਠਾ ਬੁਲਾਇਆ ਅਤੇ ਉਹਨਾਂ ਉਸ ਨੂੰ ਬੈਂਗਣੀ ਵਸਤਰ ਪਹਿਨਾਇਆ ਅਤੇ ਕੰਡਿਆਂ ਵਾਲਾ ਤਾਜ ਗੁੰਦ ਕੇ ਉਹਦੇ ਸਿਰ ਉੱਤੇ ਰੱਖਿਆ ਅਤੇ ਉਹਨਾਂ ਨੂੰ ਵਧਾਈਆਂ ਦੇਣ ਲੱਗੇ ਕਿ ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ। ਔਰ ਉਹਦੇ ਸਿਰ ਉੱਤੇ ਕਾਨੇ ਮਾਰਦੇ ਔਰ ਉਹਦੇ ਮੂੰਹ ਤੇ ਥੁੱਕਦੇ ਅਤੇ ਗੋਡੇ ਨਿਵਾ ਕੇ ਉਹਨੂੰ ਮੱਥਾ ਟੇਕਦੇ ਸਨ। ਜਦ ਉਸ ਦਾ ਠੱਠਾ ਕਰ ਹਟੇ ਤਾਂ ਉਹਦੇ ਉੱਤੋਂ ਬੈਂਗਣੀ ਵਸਤਰ ਲਾ ਲਿਆ ਅਤੇ ਉਹਨੂੰ ਆਪਣੇ ਵਸਤਰ ਉਹਨੂੰ ਪਹਿਨਾ ਕੇ ਸਲੀਬ ਉੱਤੇ ਚੜਾਉਣ ਲਈ ਬਾਹਰ ਲੈ ਗਏ। ਅਤੇ ਉਹਨਾਂ ਨੇ ਸਿਕੰਦਰ ਅਤੇ ਰੂਫੁਸ ਦੇ ਪਿਓ ਸ਼ਮੌਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ, ਜਿਹੜਾ ਪਿੰਡੋਂ ਆਉਂਦਿਆ ਸੀ, ਉੱਥੋਂ ਲੰਘਦਾ ਸੀ ਅਤੇ ਵਿਗਾਰੇ ਫੜਿਆ ਪਈ ਉਹਦੀ ਸਲੀਬ ਚੁੱਕ ਕੇ ਲੈ ਚੱਲੇ ਅਤੇ ਉਹ ਉਸ ਨੂੰ ਗੁਲਗੁਥਾ ਵਿੱਚ, ਜਿਹਦਾ ਅਰਥ ਹੈ ਖੋਪੜੀ ਦਾ ਥਾਂ, ਲਿਆਏ ਔਰ ਮੈਂ ਵਿੱਚ ਗਦਰਸ ਮਿਲਾ ਕੇ ਉਹਨੂੰ ਦੇਣ ਲੱਗੇ, ਪਰ ਉਸਨੇ ਨਾ ਲਈ। ਤਾਂ ਉਹਨਾਂ ਉਹਨੂੰ ਸਲੀਬ ਉੱਤੇ ਚੜਾ ਕੇ ਉਹਦੇ ਵਸਤਰ ਵੰਡਣ ਲਈ ਗੁਣੇ ਪਾਏ, ਜੋ ਕਿਹੜਾ ਕਿਹਦੇ ਹਿੱਸੇ ਆਵੇ। ਪੈਰ ਦਾ ਦਿਨ ਚੜ੍ਹਿਆ ਸੀ ਜਦ ਉਹਨਾਂ ਉਹਨੂੰ ਸਲੀਬ ਉੱਤੇ ਚੜਾਇਆ ਅਤੇ ਉਹਦੇ ਉੱਤੇ ਦੋਸ਼ ਪੱਤਰੀ ਉੱਪਰ ਲਿਖੀ ਹੋਈ ਸੀ ਕਿ ਇਹ ਯਹੂਦੀਆਂ ਦਾ ਪਾਤਸ਼ਾਹ ਹੈ। ਉਹਨੇ ਉਹਦੇ ਨਾਲ 2 ਡਾਕੂਆਂ ਨੂੰ, ਇੱਕ ਉਹਦੇ ਸੱਜੇ ਅਤੇ ਦੂਜਾ ਉਹਦੇ ਖੱਬੇ ਸਲੀਬ ਉੱਤੇ ਚੜਾਇਆ ਅਤੇ ਆਉਣ ਜਾਣ ਵਾਲੇ ਉਹਨਾਂ ਨੂੰ ਮਿਹਣਾ ਮਾਰ ਕੇ ਸਿਰ ਹਿਲਾ ਕੇ ਕਹਿਣ ਲੱਗੇ, ਵਾਹ, ਤੂੰ ਜਿਹੜਾ ਹੈਕਲ ਨੂੰ ਢਾਹ ਕੇ 3 ਦਿਨਾਂ 'ਚ ਬਣਾਉਂਦਾ ਸੈਂ, ਸਲੀਬ ਉੱਤੋਂ ਉਤਰ ਕੇ ਆਪਣੇ ਆਪ ਨੂੰ ਬਚਾ। ਇਸੇ ਤਰ੍ਹਾਂ ਪ੍ਰਧਾਨ ਜਾਜਕਾਂ ਨੇ ਵੀ ਆਪੋ ਵਿੱਚ ਗ੍ਰੰਥੀਆਂ ਨਾਲ ਮਿਲ ਬੈਠ ਕੇ ਠੱਠਾ ਕੀਤਾ ਅਤੇ ਕਿਹਾ, ਇਸਨੇ ਹੋਰਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ। ਇਸਰਾਇਲ ਦਾ ਪਾਤਸ਼ਾਹ ਮਸੀਹ ਹੁਣ ਸਲੀਬੋਂ ਉਤਰ ਆਵੇ ਤਾਂ ਅਸੀਂ ਵੇਖੀਏ ਅਤੇ ਪ੍ਰਤੀਤ ਕਰੀਏ। ਅਤੇ ਜਿਹੜੇ ਉਹਦੇ ਨਾਲ ਸਲੀਬ ਉੱਤੇ ਚੜਾਏ ਗਏ ਸਨ, ਉਹ ਉਸ ਨੂੰ ਬੋਲੀਆਂ ਮਾਰਦੇ ਸਨ। ਪਰ ਜਦ ਦੁਪਹਿਰ ਹੋਈ ਤਾਂ ਸਾਰੀ ਧਰਤੀ ਉੱਤੇ ਹਨੇਰਾ ਛਾ ਗਿਆ ਔਰ ਤੀਜੇ ਪੈਰ ਤਿਕਰਿਆ ਅਤੇ ਤੀਜੇ ਪੈਰ ਯਿਸੂ ਨੇ ਉੱਚੀ ਆਵਾਜ਼ ਨਾਲ ਬੋਲਿਆ, ਏਲੀ ਏਲੀ ਲਮਾ ਸ਼ਬਕਤਨੀ, ਜਿਹਦਾ ਅਰਥ ਹੈ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ? ਤਾਂ ਕਿੰਨੇ ਕੁ ਉਹਨਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਇਹ ਸੁਣ ਕੇ ਬੋਲੇ, ਵੇਖੋ, ਇਹ ਏਲੀਆ ਨੂੰ ਆਵਾਜ਼ ਮਾਰਦਾ ਹੈ। ਕਿਸੇ ਨੇ ਦੌੜ ਕੇ ਸਪੰਜ ਨੂੰ ਸਿਰਕੇ ਵਿੱਚ ਭਿਓਇਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹਨੂੰ ਚੂਸਣ ਲਈ ਦਿੱਤਾ ਅਤੇ ਆਖਿਆ, ਰਹਿਣ ਦਿਓ, ਅਸੀਂ ਵੇਖੀਏ ਭਈ ਏਲੀਆ ਉਹਨੂੰ ਉਤਾਰਨ ਨੂੰ ਆਉਂਦਾ ਹੈ। ਤਦ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਸਾਹ ਛੱਡ ਦਿੱਤਾ ਅਤੇ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਕੇ 2 ਹੋ ਗਿਆ। ਜਦ ਉਸ ਸੂਬੇਦਾਰ ਨੇ, ਜਿਹੜਾ ਉਹਦੇ ਸਾਹਮਣੇ ਖੜਾ ਹੋਇਆ ਸੀ, ਇਹ ਵੇਖ ਕੇ ਬੋਲਿਆ, ਜੋ ਇਹਨੇ ਸਾਹ ਛੱਡ ਦਿੱਤਾ ਹੈ, ਤਾਂ ਬੋਲਿਆ, ਉਹ ਪਰਮੇਸ਼ਵਰ ਦਾ ਪੁੱਤਰ ਸੀ। ਕਈ ਤੀਵੀਆਂ ਦੂਰੋਂ ਵੇਖ ਰਹੀਆਂ ਸਨ। ਉਹਨਾਂ ਵਿੱਚੋਂ ਮਰੀਅਮ ਮਗਦਲੀਨੀ ਅਤੇ ਛੋਟੇ ਭਰਾ ਯਕੂਬ ਔਰ ਯੋਮੇਸ ਦੀ ਮਾਤਾ ਮਰੀਅਮ ਅਤੇ ਸਲੋਮੀ ਸੀ। ਜਿਸ ਵੇਲੇ ਉਹ ਗਲੀਲ ਵਿੱਚ ਸੀ, ਉਸ ਵੇਲੇ ਉਹ ਉਸ ਦੇ ਨਾਲ ਰਹੀਆਂ ਸਨ ਅਤੇ ਉਹਨਾਂ ਦੀ ਟਹਿਲ ਸੇਵਾ ਕਰਦੀਆਂ ਹੁੰਦੀਆਂ ਸਨ। ਅਤੇ ਹੋਰ ਵੀ ਬਥੇਰੀਆਂ ਸਨ ਜੋ ਉਹਦੇ ਨਾਲ ਯਰੂਸ਼ਲਮ ਨੂੰ ਆਈਆਂ ਸਨ। ਜਦ ਸੰਝ ਹੋਈ, ਇਸ ਲਈ ਜੋ ਤਿਆਰੀ ਦਾ ਦਿਨ ਸੀ, ਅਰਥਾਤ ਉਹ ਜਿਹੜਾ ਸਬਤ ਤੋਂ 2 ਦਿਨ ਪਹਿਲਾਂ ਹੁੰਦਾ ਹੈ, ਅਮਿਰਥੀਆ ਨਾਮ ਦਾ ਇੱਕ ਯੂਸਫ, ਇੱਕ ਪਤਵੰਤਾ ਦਾ ਸਲਾਹਕਾਰ, ਜਿਹੜਾ ਆਪ ਹੀ ਪਰਮੇਸ਼ਵਰ ਦੇ ਰਾਜ ਦੀ ਉਡੀਕ ਵਿੱਚ ਸੀ, ਆਇਆ
ਅਤੇ ਬੇਤੜਕ ਪਿਲਾਤੂਸ ਕੋਲ ਅੰਦਰ ਜਾ ਕੇ ਯਿਸੂ ਦੀ ਲੋਥ ਮੰਗੀ। ਪਰ ਪਿਲਾਤੂਸ ਨੇ ਅਚਰਜ ਮੰਨਿਆ ਜੋ ਐਡੀ ਛੇਤੀ ਉਹ ਕਿੱਥੋਂ ਮਰ ਗਿਆ ਹੈ, ਅਤੇ ਸੂਬੇਦਾਰ ਨੂੰ ਕੋਲ ਸੱਦ ਕੇ ਉਸ ਤੋਂ ਪੁੱਛਿਆ ਭਈ ਉਹਨੂੰ ਮਰੇ ਨੂੰ ਕੁਝ ਚਿਰ ਹੋ ਗਿਆ ਹੈ, ਅਤੇ ਸੂਬੇਦਾਰ ਤੋਂ ਮਾਲੂਮ ਕਰਕੇ ਲੋਥ ਯੂਸਫ ਨੂੰ ਦਵਾ ਦਿੱਤੀ। ਤਾਂ ਉਹਨੇ ਮਹੀਨ ਕੱਪੜਾ ਮੁੱਲ ਲਿਆ ਔਰ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ, ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ ਦਿੱਤਾ। ਅਤੇ ਮਰੀਅਮ ਮਗਦਲੀਨੀ ਔਰ ਯੋਮੇਸ ਦੀ ਮਾਤਾ ਮਰੀਅਮ ਉਸ ਥਾਂ ਨੂੰ ਜਿੱਥੇ ਉਹ ਰੱਖਿਆ ਸੀ ਵੇਖ ਰਹੀਆਂ ਸਨ। 16ਵਾਂ ਬਾਬ। ਜਦ ਸਬਤ ਦਾ ਦਿਨ ਬੀਤ ਗਿਆ ਤਾਂ ਮਰੀਅਮ ਮਗਦਲੀਨੀ ਔਰ ਯਕੂਬ ਦੀ ਮਾਤਾ ਮਰੀਅਮ ਔਰ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ ਭਈ ਜਾ ਕੇ ਉਸ ਉੱਤੇ ਮਲਣ। ਅਤੇ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ ਅਤੇ ਆਪੋ ਵਿੱਚ ਕਹਿਣ ਲੱਗੀਆਂ ਜੋ ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹੋਂ ਕੌਣ ਰੇੜ ਕੇ ਲਾਂਭੇ ਕਰੂ। ਜਾਂ ਉਹਨਾਂ ਨੇ ਨਿਗਾਹ ਕੀਤੀ ਤਾਂ ਵੇਖਿਆ ਜੋ ਪੱਥਰ ਲਾਂਭੇ ਰੇੜਿਆ ਪਿਆ ਸੀ, ਕਿਉਂ ਜੋ ਉਹ ਬਹੁਤ ਭਾਰਾ ਸੀ। ਅਤੇ ਕਬਰ ਵਿੱਚ ਜਾ ਕੇ ਉਹਨਾਂ ਨੇ ਇੱਕ ਜਵਾਨ ਨੂੰ ਚਿੱਟਾ ਵਸਤਰ ਪਹਿਨੀ ਸੱਜੇ ਪਾਸੇ ਬੈਠਾ ਵੇਖਿਆ, ਅਤੇ ਉਹ ਹੈਰਾਨ ਹੋਈਆਂ। ਅਤੇ ਉਸਨੇ ਉਹਨਾਂ ਨੂੰ ਆਖਿਆ, ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਭਾਲਦੀਆਂ ਹੋ ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ। ਉਹ ਤਾਂ ਜੀ ਉੱਠਿਆ ਹੈ, ਉਹ ਇੱਥੇ ਨਹੀਂ ਹੈ। ਲੋ, ਇਹ ਥਾਂ ਹੈ ਜਿੱਥੇ ਉਹਨਾਂ ਉਸ ਨੂੰ ਰੱਖਿਆ ਸੀ। ਪਰ ਜਾਓ, ਉਹਦੇ ਚੇਲਿਆਂ ਨੂੰ ਅਤੇ ਪਤਰਸ ਨੂੰ ਆਖੋ ਜੋ ਉਹ ਤੁਹਾਥੋਂ ਅੱਗੇ ਗਲੀਲ ਨੂੰ ਜਾਂਦਾ ਹੈ। ਤੁਸੀਂ ਉੱਥੇ ਉਹਨੂੰ ਵੇਖੋਗੇ ਜਿਵੇਂ ਉਹਨੇ ਤੁਹਾਨੂੰ ਆਖਿਆ ਸੀ। ਅਤੇ ਉਹ ਨਿਕਲ ਕੇ ਕਬਰ ਪਾਸੋਂ ਨੱਸੀਆਂ ਔਰ ਕੰਬਦੀਆਂ ਹੋਈਆਂ ਅਤੇ ਘਬਰਾਉਂਦੀਆਂ ਹੋਈਆਂ ਸਨ ਅਤੇ ਡਰਦੀਆਂ ਮਾਰੀਆਂ ਕਿਸੇ ਨੂੰ ਕੁਝ ਨਾ ਬੋਲੀਆਂ। ਹਫ਼ਤੇ ਦੇ ਪਹਿਲੇ ਦਿਨ ਉਹਨੇ ਤੜਕੇ ਜੀ ਉੱਠ ਕੇ ਪਹਿਲਾਂ ਮਰੀਅਮ ਮਗਦਲੀਨੀ ਨੂੰ, ਜਿਹਦੇ ਵਿੱਚੋਂ ਉਹਨੇ 7 ਭੂਤ ਕੱਢੇ ਸਨ, ਵਿਖਾਲੀ ਦਿੱਤੀ। ਅਤੇ ਉਸਨੇ ਜਾ ਕੇ ਉਹਦੇ ਸਾਥੀਆਂ ਨੂੰ ਜਿਹੜੇ ਸੋਗ ਕਰਦੇ ਸਨ ਅਤੇ ਰੋਂਦੇ ਸਨ ਖਬਰ ਦਿੱਤੀ। ਪਰ ਯਿਸੂ ਨੇ ਇਹ ਸੁਣ ਕੇ ਜੋ ਉਹ ਜਿਉਂਦਾ ਹੈ ਉਸ ਨੂੰ ਵਿਖਾਲੀ ਦਿੱਤਾ ਅਤੇ ਸੱਚ ਨਾ ਮੰਨਿਆ। ਇਹਦੇ ਪਿੱਛੋਂ ਉਹਨੇ ਹੋਰ ਰੂਪ ਵਿੱਚ ਲੈ ਕੇ ਉਹਨਾਂ ਵਿੱਚੋਂ 2 ਜਣਿਆਂ ਨੂੰ ਜਾਓ ਚਲੇ ਜਾਂਦੇ ਸਨ ਅਤੇ ਇੱਕ ਪਿੰਡ ਵੱਲ ਤੁਰੇ ਜਾਂਦੇ ਸਨ ਵਿਖਾਲੀ ਦਿੱਤੀ। ਅਤੇ ਇਹਨਾਂ ਨੇ ਜਾ ਕੇ ਬਾਕੀ ਦਿਆਂ ਨੂੰ ਖਬਰ ਦਿੱਤੀ, ਪਰ ਉਹਨਾਂ ਨੇ ਇਹਨਾਂ ਦੀ ਵੀ ਪ੍ਰਤੀਤ ਨਾ ਕੀਤੀ। ਅਤੇ ਇਹਦੇ ਮਗਰੋਂ ਉਸਨੇ 11 ਨੂੰ ਜਦ ਉਹ ਖਾਣ ਬੈਠੇ ਸਨ ਵਿਖਾਲੀ ਦਿੱਤੀ ਅਤੇ ਉਹਨਾਂ ਦੀ ਬੇਪ੍ਰਤੀਤੀ ਔਰ ਸਖਤ ਦਿਲੀ ਦਾ ਉਲਾਂਭਾ ਦਿੱਤਾ, ਇਸ ਲਈ ਕਿ ਜਿੰਨਾ ਉਸਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਪਰ ਉਹਨਾਂ ਦੀ ਪ੍ਰਤੀਤ ਨਾ ਕੀਤੀ ਸੀ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਬੋਲੀਆਂ ਬੋਲਣਗੇ ਅਤੇ ਉਹ ਸੱਪਾਂ ਨੂੰ ਚੁੱਕ ਲੈਣਗੇ, ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਗੜੇਗਾ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਫਿਰ ਯਿਸੂ ਨੇ ਜਦ ਉਹਨਾਂ ਨਾਲ ਵਚਨ ਕਰ ਹਟਿਆ ਤਾਂ ਆਕਾਸ਼ ਉੱਤੇ ਉਠਾ ਲਿਆ ਗਿਆ ਅਤੇ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠਾ। ਅਤੇ ਉਹਨਾਂ ਨੇ ਬਾਹਰ ਜਾ ਕੇ ਹਰ ਥਾਂ ਪ੍ਰਚਾਰ ਕੀਤਾ ਅਤੇ ਪ੍ਰਭੂ ਉਹਨਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਔਰ ਵਚਨ ਉਹਨਾਂ ਨੂੰ ਨਿਸ਼ਾਨੀਆਂ ਦੇ ਰਾਹੀਂ ਜਿਹੜੇ ਉਹਨਾਂ ਨਾਲ ਹੁੰਦੇ ਸਨ ਸਾਬਤ ਕਰਦਾ ਸੀ।